पंजाब पॉइंट ਦੇ ਵਿੱਚ ਸਫਰ ਟੀਵੀ ਦੇ ਨਾਲ ਜਿੰਨੇ ਵੀ ਸਾਡੇ ਦੋਸਤ ਮਿੱਤਰ ਜੁੜ ਚੁੱਕੇ ਨੇ ਜੀ, ਸਾਰਿਆਂ ਨੂੰ ਕਮਲਦੀਪ ਸਿੰਘ ਗਿੱਲ ਵੱਲੋਂ ਟੋਰਾਂਟੋ ਸਟੂਡੀਓ ਤੋਂ ਪਿਆਰ ਅਦਬ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ। ਅਗੇਨ ਦੋਸਤੋ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹਰ ਰੋਜ਼ ਤੁਸੀਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੰਜਾਬ ਪੁਆਇੰਟ ਪ੍ਰੋਗਰਾਮ ਦੇਖਦੇ ਹੋ, ਵੱਖੋ ਵੱਖਰੇ ਜ਼ਰੀਏ, ਸੋਸ਼ਲ ਮੀਡੀਆ ਦੇ ਜ਼ਰੀਏ, IPTV ਬਾਕਸਿਸ ਦੇ ਉੱਪਰ ਘਰਾਂ ਦੇ ਵਿੱਚ ਬੈਠ ਕੇ ਤੁਸੀਂ ਦੇਖਦੇ ਹੋ ਔਰ ਅਸੀਂ ਅਪਡੇਟ ਕਰਦੇ ਹਾਂ ਤੁਹਾਡੇ ਨਾਲ ਪੰਜਾਬ ਦੀ, ਇੰਡੀਆ ਦੀ ਕਿਸਾਨੀ ਸੰਘਰਸ਼ ਦੀ ਕਿ ਕੀ ਹੋ ਰਿਹਾ, ਲੇਟੈਸਟ ਐਕਟੀਵਿਟੀਜ਼ ਨੇ ਜਿਹੜੀਆਂ ਤੁਹਾਡੇ ਨਾਲ ਅਪ ਟੂ ਡੇਟ ਸਾਂਝੀਆਂ ਕਰਦੇ ਹਾਂ ਔਰ ਨਾਲ ਦੀ ਨਾਲ ਐਨਾਲਾਈਜ਼ ਕਰਦੇ ਹਾਂ ਕਿ ਕਰੰਟ ਸਿਚੁਏਸ਼ਨ ਕੀ ਆ ਔਰ ਆਉਣ ਵਾਲਾ ਜਿਹੜਾ ਕਿਸਾਨੀ ਦਾ ਜਿਹੜਾ ਮੂਵਮੈਂਟ ਦਾ ਕੀ ਰਿਜ਼ਲਟ ਨੇ ਜਿਹੜੇ ਸਾਡੇ ਸਾਹਮਣੇ ਆਉਣਗੇ। ਸੋ ਸਾਰੀਆਂ ਡਿਟੇਲ ਦੇ ਵਿੱਚ ਗੱਲਾਂ ਬਾਤਾਂ ਕਰਦੇ ਹਾਂ। ਸੋ ਅਗੇਨ ਤੁਹਾਡੇ ਨਾਲ ਕੀ ਲੇਟੈਸਟ ਅਪਡੇਟਸ ਨੇ, ਕਾਫੀ ਅਮੈਂਡਮੈਂਟਸ ਨੇ ਜਿਹੜੀਆਂ ਅੱਜ ਨਵੀਆਂ ਹੋਈਆਂ ਨੇ, ਸੋ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਨੇ। ਸੋ ਅਗੇਨ ਹਾਜ਼ਰ ਹਾਂ ਜੀ ਲੈ ਕੇ ਪੰਜਾਬ ਪੁਆਇੰਟ, ਠੀਕ 1 ਘੰਟਾ ਤੁਹਾਡਾ ਸਾਡਾ ਸਾਥ ਰਹਿਣਾ। ਸੋ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣਾ। ਕੋਈ ਵੀ ਗੱਲਬਾਤ ਆ ਤਾਂ ਤੁਸੀਂ ਫੇਸਬੁੱਕ ਦੇ ਉੱਪਰ ਆਪਣਾ ਟੈਕਸਟ ਮੈਸੇਜ ਆ ਜਿਹੜਾ ਉਹ ਵੀ ਭੇਜ ਸਕਦੇ ਹੋ। ਸੋ ਅਗੇਨ ਮੇਰੇ ਨਾਲ ਗੌਰਵ ਵਾਲੀਆ ਜੀ ਚੰਡੀਗੜ੍ਹ ਸਟੂਡੀਓ ਤੋਂ ਲੈ ਕੇ ਹਾਜ਼ਰ ਨੇ ਜੀ ਤਾਜ਼ੀਆਂ ਅਪਡੇਟਸ। ਗੌਰਵ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਕਮਲ ਜੀ, ਤੇ ਸਾਰੇ ਦਰਸ਼ਕਾਂ ਦਾ ਵੀ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਪੰਜਾਬ ਪੁਆਇੰਟ ਨਾਲ ਦਰਸ਼ਕ ਜੁੜੇ ਨੇ ਤੇ ਅਮੂਮਨ ਜਿਸ ਤਰੀਕੇ ਦੇ ਨਾਲ ਅਸੀਂ ਪੰਜਾਬ ਪੁਆਇੰਟ ਦਾ ਆਗਾਜ਼ ਕਰਦੇ ਹਾਂ, ਕਿਉਂਕਿ ਲੇਟੈਸਟ ਅਪਡੇਟਸ ਜਿਹੜੀਆਂ ਹੁੰਦੀਆਂ ਸਾਡੇ ਪੰਜਾਬ ਦੇ ਨਾਲ ਤਾਲੁਕ ਰੱਖਦੀਆਂ, ਸਾਡੇ ਮੁਲਕ ਦੇ ਨਾਲ ਯਾਨੀ ਭਾਰਤ ਨਾਲ ਤਾਲੁਕ ਰੱਖਦੀਆਂ, ਆਪਾਂ ਉਸ ਦੇ ਉੱਪਰ ਜਿਹੜੀ ਚਰਚਾ ਕਰਦੇ ਹਾਂ। ਇਸ ਵੇਲੇ ਦੀ ਵੱਡੀ ਖਬਰ ਜਿਹੜੀ ਕਮਨ ਜੀ ਆ ਰਹੀ ਹੈ, ਕਿਤੇ ਨਾ ਕਿਤੇ ਜੋ ਕਿਸਾਨ ਜਥੇਬੰਦੀਆਂ ਲਗਾਤਾਰ ਪਿਚ ਕਰ ਰਹੀਆਂ ਸੀਗੀਆਂ, ਕਹਿ ਰਹੀਆਂ ਸੀਗੀਆਂ, ਇਸ ਚੀਜ਼ ਦੇ ਉੱਪਰ ਜ਼ੋਰ ਦੇ ਰਹੀਆਂ ਸੀਗੀਆਂ ਕਿ UK ਗਵਰਨਮੈਂਟ ਜਿਹੜੀ ਹੈਗੀ ਹੈ ਕਿਤੇ ਨਾ ਕਿਤੇ 26 ਜਨਵਰੀ ਨੂੰ ਜਿਹੜਾ ਉਹ ਫੈਸਲਾ ਵਾਪਸ ਲਵੇ। UK ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਜਿਹੜੇ ਕਿ ਭਾਰਤ ਦੇ ਜਿਹੜੇ ਹੈ ਗੈਸਟ ਸੀਗੇ 26 ਜਨਵਰੀ ਦੇ ਗਣਤੰਤਰ ਦਿਹਾੜੇ ਦੇ, ਉਹ ਜਿਹੜਾ ਪ੍ਰੋਗਰਾਮ ਹੈ ਉਹਨਾਂ ਨੇ ਰੱਦ ਕਰ ਦਿੱਤਾ ਹੈਗਾ। ਸੋ ਬੋਰਿਸ ਜੌਨਸਨ ਨੇ 26 ਜਨਵਰੀ ਨੂੰ ਭਾਰਤ ਆਉਣ ਦਾ ਜਿਹੜਾ ਆਪਣਾ ਪ੍ਰੋਗਰਾਮ ਸੀਗਾ ਉਸ ਨੂੰ ਕੈਂਸਲ ਕਰ ਦਿੱਤਾ ਹੈ। ਇੱਕ ਪਾਸੇ ਕਹਿ ਸਕਦੇ ਹਾਂ ਕਿ ਪਰਮਾਤਮਾ ਨੇ ਸ਼ਾਇਦ ਜਿਹੜੀ ਹੈ ਕਿਸਾਨਾਂ ਦੀ ਸੁਣ ਲਈ ਰੱਬ ਨੇ, ਪਰ ਦੂਜੇ ਪਾਸੇ ਬਹਾਨਾ ਬਣਿਆ ਕਰੋਨਾ ਦਾ, ਕਿਉਂਕਿ ਕਰੋਨਾ ਨੂੰ ਲੈ ਕੇ UK ਨੇ ਇੱਕ ਨਵੀਂ ਤਾਲਾਬੰਦੀ ਜਿਹੜੀ ਹੈਗੀ ਆ ਉਹ ਉਸ ਦੀ ਘੋਸ਼ਣਾ ਅੱਜ ਕਰ ਦਿੱਤੀ ਹੈਗੀ ਆ। ਫਰਵਰੀ ਤੱਕ ਜਿਹੜਾ ਹੈਗਾ UK ਨੂੰ ਜਿਹੜਾ ਲੋਕਡਾਊਨ ਜਿਹੜਾ ਉੱਥੇ ਕਰ ਦਿੱਤਾ ਗਿਆ। ਸੋ ਇਹ ਵੱਡੀ ਖਬਰ ਜਿਹੜੀ ਇਸ ਵੇਲੇ ਦੀ ਹੈਗੀ ਹੈ ਪੂਰੀ ਦੁਨੀਆ 'ਚ। ਅਗਰ ਆਪਾਂ ਗੱਲ ਕਰੀਏ ਕਿ ਇੱਕ ਜਿਹੜਾ ਸਟੇਟ ਹੈਡ ਸੀਗਾ ਕੰਟਰੀ ਦਾ, ਉਸਨੇ ਭਾਰਤ ਦੇ ਗਣਤੰਤਰ ਦਿਹਾੜੇ ਤੇ ਆਉਣ ਤੋਂ ਮਨਾ ਕਰ ਦਿੱਤਾ ਹੈ। ਜੀ ਬਿਲਕੁਲ, ਔਰ ਕਾਫੀ ਵੱਡੀ ਖਬਰ ਆ ਔਰ ਇਹਦੇ ਉੱਤੇ ਡਿਸਕਸ ਕਰਨਾ ਬਣਦਾ ਵੀ ਹੈ। ਚਲੋ ਰੀਜ਼ਨ ਚਾਹੇ ਕੋਈ ਵੀ ਬਣਿਆ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਕਿਸਾਨਾਂ ਦੀ ਕਿਤੇ ਨਾ ਕਿਤੇ ਜਾ ਕੇ ਸੁਣੀ ਗਈ ਹੈ, ਕਿਉਂਕਿ ਇਹ ਇੱਕ ਬਹੁਤ ਸੀਗਾ ਕਿ ਅਗਰ ਬੋਰਿਸ ਜੌਨਸਨ ਸਾਹਿਬ ਆਪਣਾ ਦੌਰਾ ਰੱਦ ਨਹੀਂ ਕਰਦੇ ਸੀਗੇ ਤਾਂ ਕਿਤੇ ਨਾ ਕਿਤੇ ਜਾ ਕੇ ਪਹਿਲਾਂ ਵੀ, ਕਿਉਂਕਿ ਰਿਕੁਐਸਟਸ ਵੀ ਜਿਹੜੀਆਂ ਕੀਤੀਆਂ ਗਈਆਂ ਕਿਸਾਨਾਂ ਵੱਲੋਂ ਵੀ ਕੀਤੀਆਂ ਗਈਆਂ ਸੀਗੀਆਂ ਕਿ ਜਿਹੜਾ ਤੁਸੀਂ ਆਪਣਾ ਦੌਰਾ ਰੱਦ ਕਰੋ। ਚਲੋ ਰੀਜ਼ਨ ਚਾਹੇ ਕੋਈ ਵੀ ਬਣਿਆ ਪਰ ਠੀਕ ਹੈ, ਕਿਉਂਕਿ ਜਿਸ ਹਿਸਾਬ ਦੇ ਨਾਲ ਉੱਥੇ ਕਿਸਾਨੀ ਰੁਲ ਰਹੀ ਆ, ਉਸ ਦੇਸ਼ ਦੇ ਵਾਸੀ ਨੇ ਜਿਹੜੇ ਉੱਥੇ ਰੁਲ ਰਹੇ ਨੇ। ਪਹਿਲੀ ਗੱਲ ਤਾਂ ਗਣਤੰਤਰ ਦਿਵਸ ਆ, ਠੀਕ ਆ ਮਨਾਉਣਾ, ਪਰ ਇਹ ਮਨਾਉਣੇ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਤੁਹਾਡੇ ਦੇਸ਼ ਦੇ ਲੋਕ ਨੇ ਜਿਹੜੇ ਉਹ ਕਿਤੇ ਸੁਖੀ ਹੋਣ। ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀਗੀ ਆਪਣੇ ਨਵੇਂ ਸਾਲ ਦੀ, ਨਿਊ ਈਅਰ ਈਵ ਦੇ ਉੱਤੇ ਇਸ ਵਾਰ ਕੁਝ ਵੀ ਕਿਸੇ ਦਾ ਕਰਨ ਨੂੰ ਕੋਈ ਮਨ ਨਹੀਂ ਕੀਤਾ, ਕਿਉਂਕਿ ਰੀਜ਼ਨ ਸਾਡੇ ਸਾਹਮਣੇ ਹੀ ਹੈ ਕਿ ਅਗਰ ਸਾਡੇ ਦੇਸ਼ ਦਾ ਜਿਹੜਾ ਅੰਨਦਾਤਾ ਉਹ ਸੜਕਾਂ ਤੇ ਰੁਲਦਾ ਤੇ ਅਸੀਂ ਆਪਣੇ ਘਰਾਂ ਦੇ ਵਿੱਚ ਬੈਠ ਕੇ ਜਿਹੜਾ ਨਵਾਂ ਸਾਲ ਆ ਉਹਦੀਆਂ ਮੁਬਾਰਕਾਂ ਜਾਂ ਨਵੇਂ ਸਾਲ ਦੀਆਂ ਜਿਹੜੀਆਂ ਪਾਰਟੀਆਂ ਨੇ ਅਸੀਂ ਉਹ ਕਰੀਏ, ਸੋ ਸਾਨੂੰ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ, ਕਿਉਂਕਿ ਅਸੀਂ ਸਾਰੇ ਜਾਣੇ ਇਕੱਠੇ ਆ ਔਰ ਇਕੱਠ ਦਾ ਜਿਹੜਾ ਪਤਾ ਉਹ ਇੱਥੋਂ ਹੀ ਲੱਗਦਾ ਕਿ ਜਦੋਂ ਅਸੀਂ ਇੱਕ ਦੂਜੇ ਦੇ ਨਾਲ ਦੁੱਖ ਸੁੱਖ ਦੇ ਵਿੱਚ ਹਰੇਕ ਜਗ੍ਹਾ ਦੇ ਉੱਤੇ ਖੜਦੇ ਆ। ਸੋ ਜ਼ਰੂਰ ਠੀਕ ਆ, ਆਪਣੇ ਤਰੀਕੇ ਦੇ ਨਾਲ ਇਹਨਾਂ ਨੇ ਗਣਤੰਤਰ ਦਿਵਸ ਨੇ ਜਿਹੜੇ ਮਨਾਉਣੇ ਨੇ, ਪਰ ਸਭ ਤੋਂ ਵੱਡੀ ਗੱਲ ਤਾਂ ਇਹਨਾਂ ਸਰਕਾਰਾਂ ਨੂੰ ਇਹੀ ਸੋਚਣੀ ਬਣਦੀ ਆ ਕਿ ਵਾਕਿਆ ਹੀ ਕਿ ਜਿਹੜਾ ਸਾਡਾ ਕਿਸਾਨ ਦਾ ਅੰਨਦਾਤਾ, ਜਿਹੜਾ ਸਾਨੂੰ ਮੂੰਹਾਂ ਦੇ ਵਿੱਚ ਰੋਟੀ ਜਿੱਥੋਂ ਸਾਡੇ ਪੈਂਦੀ ਆ, ਕਿ ਅਗਰ ਅਸੀਂ ਉਸ ਦਾ ਫੈਸਲਾ ਹੀ ਨਹੀਂ ਇੰਨੇ ਮਹੀਨਿਆਂ ਤੋਂ ਕਰ ਸਕੇ, ਸੋ ਸਾਨੂੰ ਕੀ ਇਹ ਚੀਜ਼ਾਂ ਕਿਸ ਤਰੀਕੇ ਦੇ ਨਾਲ ਜਿਹੜੀਆਂ ਹੈਗੀਆਂ ਨੇ ਜੀ ਮਨਾਉਣੀਆਂ ਚਾਹੀਦੀਆਂ ਨੇ। ਸੋ ਬਾਕੀ ਜਿਹੜੀ ਅਪਡੇਟ ਆ ਜੀ ਆਪਾਂ ਕਰਦੇ ਹਾਂ। ਸੋ ਕੀ ਕਿਸਾਨੀ ਅੰਦੋਲਨ ਕਿਤੇ ਤੱਕ ਪਹੁੰਚਿਆ, ਕਿਸਾਨਾਂ ਨੇ ਕੀ ਫੈਸਲੇ ਲਏ ਨੇ, ਕਿਉਂਕਿ ਜਿਹੜੀ ਮੀਟਿੰਗ ਕੱਲ ਹੋ ਕੇ ਹਟੀ ਆ ਉਹ ਵੀ ਬੇਸਿੱਟਾ ਰਹੀ ਆ। ਸੋ ਅਗਲੀ ਮੀਟਿੰਗ 8 ਤਰੀਕ ਨੂੰ ਦੁਬਾਰਾ ਫੇਰ ਰੱਖੀ ਆ। ਸੋ ਹੁਣ ਕੀ ਕਿਸਾਨ ਗੱਲਬਾਤ ਕਰ ਰਹੇ ਨੇ ਔਰ ਨੈਕਸਟ ਗਵਰਨਮੈਂਟ ਵੱਲੋਂ ਕੀ ਕੀ ਜਿਹੜੇ ਸਟੈਪਸ ਨੇ ਉਹ ਲਏ ਜਾ ਰਹੇ ਨੇ, ਔਰ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਅਹੁਦੇਦਾਰਾਂ ਨੂੰ BJP ਦੀਆਂ ਨੂੰ ਬੁਲਾਇਆ ਮਿਲਣ ਵਾਸਤੇ, ਸੋ ਕੀ ਲੱਗਦਾ ਜੀ ਤੁਹਾਨੂੰ ਡਿਵੈਲਪਮੈਂਟ ਆ ਜਿਹੜੀ ਨਵੀਂ ਹੋ ਸਕਦੀ ਹੈ? ਜੀ ਕਮਲ ਜੀ, ਵੱਡੀ ਜਿਹੜੀ ਖਬਰ ਹੈਗੀ ਹੈ ਕਿਸਾਨੀ ਅੰਦੋਲਨ ਨਾਲ ਜੁੜੀ ਹੋਈ ਹੈ, ਦਰਸ਼ਕਾਂ ਦੇ ਨਾਲ ਸਭ ਤੋਂ ਪਹਿਲੇ ਉਹ ਸਾਂਝੀ ਕਰ ਦਈਏ ਕਿ ਕੁਝ ਦੇਰ ਪਹਿਲਾਂ ਜਿਹੜੀ ਕਿਸਾਨ ਜਥੇਬੰਦੀਆਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਕੁਝ ਡਿਸੀਜਨਸ ਜਿਹੜੇ ਆ ਉਹ ਲਿੱਤੇ ਗਏ ਆ। ਕੱਲ ਆਪਾਂ ਗੱਲ ਕਰ ਰਹੇ ਸੀ ਕਿ ਕਿਹੜੀ ਰਣਨੀਤੀ ਦੇ ਉੱਪਰ ਜਿਹੜੇ ਕਿਸਾਨ ਨੇ ਉਹ ਕੰਮ ਕਰ ਰਹੇ ਨੇ, ਅਗਲੀ ਰਣਨੀਤੀ ਕੀ ਹੋਏਗੀ। 8 ਤਰੀਕ ਨੂੰ ਬੈਠਕ ਹੋਣੀ ਹੈ,
ਕੀ ਹੋਏਗਾ ਉਹ ਗੱਲ ਵੱਖਰੀ ਹੈ, ਪਰ ਉਸ ਤੋਂ ਇਲਾਵਾ ਕਿਸਾਨ ਕੀ ਕਰਨਗੇ, ਕਿਸ ਤਰੀਕੇ ਦਾ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰਨਗੇ। ਸੋ ਉਸ ਰਣਨੀਤੀ ਦੇ ਉੱਪਰ ਅੱਜ ਚਰਚਾਵਾਂ ਹੋਈਆਂ ਤੇ ਉਸ ਦਾ ਖੁਲਾਸਾ ਕੀਤਾ ਗਿਆ ਹੈ। ਮੋਟੇ ਤੌਰ ਤੇ 3-4 ਪੁਆਇੰਟਸ ਜਿਹੜੇ ਹੈਗੇ ਕਿਸਾਨ ਜਥੇਬੰਦੀਆਂ ਨੇ ਜਿਹੜੇ ਸਾਂਝੇ ਕੀਤੇ ਆ, ਉਹ ਦਰਸ਼ਕਾਂ ਦੇ ਨਾਲ ਅਸੀਂ ਵੀ ਸਾਂਝੇ ਕਰ ਦਿੰਦੇ ਹਾਂ ਕਿ ਆਖਿਰ ਕੀ ਡਿਸੀਜਨ ਹੈ ਜਿਹੜਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਿੱਤੇ ਗਏ ਨੇ। ਪਹਿਲਾ ਡਿਸੀਜਨ ਜਿਹੜਾ ਲਿੱਤਾ ਗਿਆ ਹੈ ਉਹ ਜਿਹੜਾ ਹੈ 7 ਤਰੀਕ ਨੂੰ ਟਰੈਕਟਰ ਮਾਰਚ ਕੱਢਿਆ ਜਾਏਗਾ। ਸੋ ਇਹ ਟਰੈਕਟਰ ਮਾਰਚ ਦਿੱਲੀ ਦੇ ਆਲੇ ਦੁਆਲੇ ਜਿਹੜਾ ਹੈ ਉਹ ਕੱਢਿਆ ਜਾਏਗਾ। ਦਿੱਲੀ ਦੇ ਆਲੇ ਦੁਆਲੇ ਜਿੰਨੇ ਵੀ ਨੈਸ਼ਨਲ ਹਾਈਵੇਜ਼ ਨੇ, ਵੱਖ-ਵੱਖ ਬਾਰਡਰ ਹੈ, ਸਿੰਘੂ ਬਾਰਡਰ ਹੈ, ਟਿਕਰੀ ਬਾਰਡਰ ਹੈ, ਗਾਜ਼ੀਪੁਰ ਬਾਰਡਰ ਹੈ, ਰੇਵਾੜੀ ਬਾਰਡਰ ਹੈ, ਇਹ ਸਾਰੇ ਪਲਵਲ ਜਿਹੜਾ ਯੂਪੀ ਨੂੰ ਟੱਚ ਕਰਦਾ, ਇਹ ਜਿੰਨੇ ਬਾਰਡਰਸ ਨੇ ਇਹਨਾਂ ਦੇ ਇਰਦ ਗਿਰਦ ਜਿਹੜਾ ਹੈਗਾ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਜਾਏਗਾ। ਟਰੈਕਟਰ ਮਾਰਚ ਦੀ ਖਾਸੀਅਤ ਕੀ ਹੋਏਗੀ ਤੇ ਇਸ ਤੋਂ ਭਾਵ ਕੀ ਹੈ, ਇਹ ਸਮਝਣਾ ਵੀ ਜ਼ਰੂਰੀ ਹੈਗਾ ਜੀ। ਟਰੈਕਟਰ ਮਾਰਚ ਤੋਂ ਭਾਵ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਸਰਕਾਰ ਅਜੇ ਤੱਕ ਕਿਸਾਨਾਂ ਦੀਆਂ ਮੰਗਾਂ ਨੂੰ ਜਿਹੜਾ ਹੈ ਅਣਗੌਲਿਆਂ ਕਰ ਰਹੀ ਹੈ, ਕਿਸਾਨ ਕਿਤੇ ਨਾ ਕਿਤੇ ਇਸ ਟਰੈਕਟਰ ਮਾਰਚ ਤੋਂ ਆਪਣੇ ਆਪ ਨੂੰ ਜਿਹੜਾ ਹੈ ਇੱਕ ਪ੍ਰਕਾਰ ਨਾਲ ਟੈਸਟ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹੈ ਤੇ ਸਰਕਾਰ ਨੂੰ ਦੱਸਣ ਦੀ ਵੀ ਕੋਸ਼ਿਸ਼ ਕਰ ਰਹੇ ਹੈ ਕਿ ਉਹ ਕਿੰਨੇ ਸੰਗਠਿਤ ਹੈਗੇ ਹੈ। ਹਾਲਾਂਕਿ ਜਿਹੜਾ ਆਪਣਾ ਸਬੂਤ ਅਜੇ ਤੱਕ ਦਿੱਤਾ ਹੈ, ਸਾਰੇ ਬੜਾ ਪੀਸਫੁਲੀ ਐਜੀਟੇਟ ਕਰ ਰਹੇ ਨੇ। ਟਰੈਕਟਰ ਮਾਰਚ 'ਚ ਲੱਖਾਂ ਜਿਹੜੇ ਟਰੈਕਟਰ ਹੋਣਗੇ ਉਹ ਹਿੱਸਾ ਲੈਣਗੇ। ਦਿੱਲੀ ਦੇ ਆਲੇ ਦੁਆਲੇ ਟਰੈਕਟਰ ਮਾਰਚ ਜਿਹੜਾ ਇਹ ਕੱਢਿਆ ਜਾਏਗਾ। ਟਰੈਕਟਰ ਮਾਰਚ ਜਿਹੜਾ ਹੋਏਗਾ ਇੱਕ ਪ੍ਰਕਾਰ ਦੀ ਰਿਹਰਸਲ ਹੋਏਗੀ, ਸੌਰਟ ਆਫ ਰਿਹਰਸਲ ਆਪਾਂ ਇਸ ਨੂੰ ਕਹਿ ਸਕਦੇ ਹਾਂ, ਕਿਉਂਕਿ ਇਹੀ ਟਰੈਕਟਰ ਮਾਰਚ ਜਿਹੜਾ ਹੈਗਾ ਤਕਰੀਬਨ ਇਸੇ ਤਰ੍ਹਾਂ ਦਾ ਦਿੱਲੀ ਦੇ ਵਿੱਚ ਵੀ 26 ਜਨਵਰੀ ਨੂੰ ਕੱਢਣ ਦਾ ਪਲਾਨ ਕਿਸਾਨਾਂ ਨੇ ਰੱਖਿਆ ਹੋਇਆ ਹੈ। ਇਹ ਟੀਚਾ ਉਹਨਾਂ ਨੇ ਮਿੱਥਿਆ ਹੋਇਆ। ਸੋ ਜਿਹੜਾ 26 ਜਨਵਰੀ ਨੂੰ ਕਿਸਾਨਾਂ ਦਾ ਜਿਹੜਾ ਮਾਰਚ ਹੋਏਗਾ, ਕਿਸਾਨ ਪਰੇਡ ਜਿਹੜੀ ਦਿੱਲੀ ਦੀ ਜਿਹੜੀ ਉਹਨਾਂ ਨੇ ਰੱਖੀ ਹੈ, ਜੋ ਵਿਚਾਰ ਉਹਨਾਂ ਨੇ ਕੀਤਾ, ਉਸ ਦੇ ਲਈ ਜਿਹੜਾ ਹੈ 21 ਤਰੀਕ ਤੋਂ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਟਰੈਕਟਰ ਨੇ ਉਹ ਦਿੱਲੀ ਪਹੁੰਚਣੇ ਸ਼ੁਰੂ ਹੋ ਜਾਣਗੇ। ਕਹਿਣ ਦਾ ਭਾਵ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ, ਇਹ ਅਜਿਹੇ ਸੂਬੇ ਨੇ ਜਿੱਥੋਂ ਵੱਧ ਤੋਂ ਵੱਧ ਗਿਣਤੀ 'ਚ ਉੱਤਰਾਖੰਡ, ਇੱਥੋਂ ਟਰੈਕਟਰ ਜਿਹੜੇ ਆ ਨਿਕਲਣਗੇ 21 ਤਰੀਕ ਨੂੰ ਤੇ 25 ਤਰੀਕ ਤੋਂ ਪਹਿਲਾਂ 25 ਤਰੀਕ ਨੂੰ ਜਿਹੜੇ ਆ ਇਹ ਸਾਰੇ ਟਰੈਕਟਰ ਦਿੱਲੀ ਦੇ ਆਲੇ ਦੁਆਲੇ ਪਹੁੰਚਣਗੇ ਜੀ। 25 ਤਰੀਕ ਨੂੰ ਜਦੋਂ ਟਰੈਕਟਰ ਪਹੁੰਚੇ ਤੇ ਉਸ ਤੋਂ ਬਾਅਦ ਫਿਰ ਦਿੱਲੀ ਐਂਟਰ ਹੋਣਾ, ਕਿਵੇਂ ਹੋਣਾ, ਕਿਹੜੇ ਰਸਤਿਆਂ ਤੋਂ ਹੋਣਾ, ਇਸ ਜਿਹੜੀ ਰਣਨੀਤੀ ਦਾ ਜਿਹੜਾ ਖੁਲਾਸਾ ਉਹ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਸੀਗਾ ਉਹ ਸਮੇਂ ਸਿਰ ਜਿਹੜਾ ਕੀਤਾ ਜਾਏਗਾ। ਇਹ ਜਿਹੜਾ ਟਰੈਕਟਰ ਮਾਰਚ ਹੋਏਗਾ ਇਹ ਵੀ ਤਿਰੰਗੇ ਦੇ ਨਾਲ ਹੀ ਹੋਏਗਾ। ਰਾਕੇਸ਼ ਟਿਕੈਤ ਜਿਹੜੇ ਕਿਸਾਨ ਆਗੂ ਨੇ ਯੂਪੀ ਦੇ, ਉਹਨਾਂ ਦੇ ਵੱਲੋਂ ਇਹ ਖੁਲਾਸਾ ਕੀਤਾ ਗਿਆ। ਇਹਨਾਂ ਗੱਲਾਂ ਦੇ ਉੱਪਰ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਉਹ ਸਾਰਾ ਇਹ ਪਲਾਨ ਕਰ ਰਹੇ ਨੇ। ਦੂਜੇ ਪਾਸੇ ਜਿਹੜਾ ਹੈ 8 ਤਰੀਕ ਨੂੰ ਸਰ ਛੋਟੂ ਰਾਮ ਦਾ ਜਿਹੜਾ ਉਹਨਾਂ ਦਾ ਜਨਮ ਦਿਹਾੜਾ ਹੈਗਾ, ਉਸ ਨੂੰ ਮਨਾਇਆ ਜਾਏਗਾ। ਵੱਡੇ ਕਿਸਾਨ ਆਗੂ ਸੀਗੇ ਹਰਿਆਣੇ ਦੇ। ਤੇ 13 ਤਰੀਕ ਨੂੰ ਲੋਹੜੀ ਤੇ 14 ਤਰੀਕ ਨੂੰ ਮੱਕਰ ਸੰਕ੍ਰਾਂਤੀ ਜਿਹੜੀ ਹੈਗੀ ਹੈ ਆਪਣੇ ਮੁਲਕ 'ਚ ਮਨਾਈ ਜਾਂਦੀ ਹੈ। 13 ਤੇ 14 ਤਰੀਕ ਨੂੰ ਲੋਹੜੀ ਜਦੋਂ ਆਪਾਂ ਇੱਥੇ ਬਾਲਦੇ ਹਾਂ, 14 ਤਰੀਕ ਨੂੰ ਮੱਕਰ ਸੰਕ੍ਰਾਂਤੀ ਹੁੰਦੀ ਹੈ। ਉਸ ਅੱਗ ਦੇ ਵਿੱਚ ਤਿੰਨੋਂ ਜਿਹੜੇ ਕਾਨੂੰਨ ਨੇ ਜਿਨ੍ਹਾਂ ਨੂੰ ਕਿਸਾਨ ਕਾਲੇ ਕਾਨੂੰਨ ਕਹਿੰਦੇ ਆ, ਉਹਨਾਂ ਨੂੰ ਜਿਹੜਾ ਹੈਗਾ ਅਗਨ ਭੇਟ ਜਿਹੜਾ ਕੀਤਾ ਜਾਏਗਾ, ਉਹਨਾਂ ਨੂੰ ਸਾੜਿਆ ਜਾਏਗਾ। ਉਸ ਤੋਂ ਬਾਅਦ ਅਗਲੇ 15 ਦਿਨਾਂ ਤੱਕ ਕਿਸਾਨਾਂ ਦੀ ਰਣਨੀਤੀ ਬਣਾਈ ਹੈ ਕਿ ਵੱਖ-ਵੱਖ ਕੰਟਰੀ ਦੇ ਸੂਬਿਆਂ ਦੇ ਵਿੱਚ ਜਾ ਕੇ ਕਿਸਾਨ ਜਥੇਬੰਦੀਆਂ ਦੇ ਆਗੂ ਲੋਕਾਂ ਦੇ ਘਰ-ਘਰ ਜਾਣਗੇ, ਬੂਹੇ ਖੜਕਾਉਣਗੇ, ਲੋਕਾਂ ਨੂੰ ਇਹਨਾਂ ਤਿੰਨਾਂ ਕਾਨੂੰਨਾਂ ਦੇ ਬਾਰੇ ਜਿਹੜਾ ਹੈ ਜਾਣੂ ਕਰਵਾਉਣਗੇ ਤੇ ਦੱਸਣਗੇ ਕਿ ਇਹ ਕਿੰਨੇ ਜਿਹੜੇ ਹੈ ਕਾਨੂੰਨ ਇਹ ਖੇਤੀ ਮਾਰੂ ਹੈਗੇ ਹੈ, ਕਿਸਾਨ ਮਾਰੂ ਹੈਗੇ ਹੈ, ਇਹ ਨਸਲ ਮਾਰੂ ਹੈਗੇ। ਜੋ ਇਹ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਜਾਗਰਿਤ ਕਰਨਗੇ ਤਾਂ ਕਿ ਲੋਕ ਵੀ ਇਸ ਬਾਰੇ ਜਾਣਨ, ਕਿਉਂਕਿ ਮੇਨ ਸਟ੍ਰੀਮ ਮੀਡੀਆ ਉਹਨਾਂ ਦੇ ਪੱਖ 'ਚ ਅਜੇ ਤੱਕ ਬੋਲਦਾ ਦਿਖਾਈ ਨਹੀਂ ਦੇ ਰਿਹਾ। ਤੇ 26 ਜਨਵਰੀ ਨੂੰ ਜਿਹੜਾ ਹੈ ਕਿਸਾਨ ਪਰੇਡ ਜਿਹੜੀ ਆਪਾਂ ਗੱਲ ਕੀਤੀ ਹੈ ਉਹ ਉਹਨਾਂ ਨੇ ਪਲਾਨ ਕੀਤੀ ਹੋਈ ਹੈ। ਜੀ ਬਿਲਕੁਲ। ਔਰ ਜਿਸ ਤਰ੍ਹਾਂ ਤੁਸੀਂ 7 ਤਰੀਕ ਨੂੰ ਟਰੈਕਟਰ ਮਾਰਚ ਦੀ ਗੱਲ ਕੀਤੀ ਹੈ, ਔਰ ਇਹਦੇ ਨਾਲ ਜਿਹੜਾ ਪ੍ਰੈਸ਼ਰ ਹੈ ਕਿਤੇ ਨਾ ਕਿਤੇ ਜਾ ਕੇ ਉਹ ਵੀ ਬਿਲਟ ਹੋਊਗਾ, ਜੋ ਅਸੀਂ ਪਿਛਲੇ ਦਿਨਾਂ ਦੇ ਵਿੱਚ ਗੱਲਬਾਤ ਕਰਦੇ ਰਹੇ ਹਾਂ। ਔਰ ਇਹਦੇ ਬਾਰੇ ਜਿਸ ਤਰ੍ਹਾਂ ਕਿਸਾਨਾਂ ਨੇ ਤਾਂ ਆਪਣਾ ਦੱਸਤਾ ਕਿ ਅਸੀਂ 7 ਤਰੀਕ ਨੂੰ ਟਰੈਕਟਰ ਮਾਰਚ ਕਰਨਾ, ਸੋ ਕੋਈ ਗਵਰਨਮੈਂਟ ਵੱਲੋਂ ਕਿਸੇ ਕਿਸਮ ਦਾ ਕੋਈ ਰਿਪਲਾਈ, ਕਿਉਂਕਿ ਨੈਚੁਰਲੀ ਗੱਲ ਆ ਕਿ ਅਗਰ ਉਹਨਾਂ ਨੇ ਦਿੱਲੀ ਦੇ ਬਾਰਡਰਸ ਦੇ ਉੱਤੇ, ਦਿੱਲੀ ਦੇ ਆਲੇ ਦੁਆਲੇ ਲੱਖਾਂ ਟਰੈਕਟਰ ਆਉਣੇ ਨੇ ਔਰ ਉਹਦੇ ਉੱਤੇ ਜਿਹੜਾ ਜਾਮ ਆ ਉਹ ਵੀ ਲੱਗੂਗਾ, ਕੀ ਦਿੱਲੀ ਸਰਕਾਰ ਵੱਲੋਂ ਜਾਂ ਜਿਹੜੀ ਬੀਜੇਪੀ ਦੀ ਸੈਂਟਰ ਗਵਰਨਮੈਂਟ ਆ ਉਹਦੇ ਵੱਲੋਂ ਕੋਈ ਅਗਾਊਂ ਪ੍ਰਬੰਧ ਕੀਤੇ ਗਏ ਨੇ, ਇਹਦੇ ਬਾਰੇ ਕੋਈ ਗੱਲਬਾਤ ਜਾਂ ਉਹਨਾਂ ਵੱਲੋਂ ਕੋਈ ਜਿਹੜਾ ਗੱਲ ਕੋਈ ਕੀਤੀ ਗਈ ਹੈ, ਕੋਈ ਆਇਆ ਸਾਹਮਣੇ ਬਿਆਨ? ਅਜੇ ਤੱਕ ਇਹਨਾਂ ਦਾ ਕੋਈ ਬਿਆਨ ਨਹੀਂ ਆਇਆ, ਕਿਉਂਕਿ ਸਾਡੇ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜਾ ਡਿਸੀਜਨ ਲਿੱਤਾ ਗਿਆ ਕਿਸਾਨ ਜਥੇਬੰਦੀਆਂ ਦੇ ਵੱਲੋਂ, ਕਿਤੇ ਨਾ ਕਿਤੇ ਸੰਭਾਵਨਾ ਇਹ ਹੈ ਕਿ ਕੱਲ ਜਿਹੜੀ ਹੈ ਟ੍ਰੈਫਿਕ ਐਡਵਾਈਜ਼ਰੀ ਜਿਹੜੀ ਹੈਗੀ ਹੈ ਉਹ ਜਾਰੀ ਹੋ ਸਕਦੀ ਹੈ ਦਿੱਲੀ ਸਰਕਾਰ, ਹਰਿਆਣਾ, ਯੂਪੀ ਅਤੇ ਰਾਜਸਥਾਨ ਸਰਕਾਰ ਦੇ ਵੱਲੋਂ, ਕਿ ਕਿਸ ਤਰੀਕੇ ਨਾਲ ਜਦੋਂ ਲੱਖਾਂ ਦੀ ਗਿਣਤੀ ਵਿੱਚ ਜਿਹੜੇ ਕਿਸਾਨ ਨੇ ਉਹ ਟਰੈਕਟਰ ਮਾਰਚ ਕੱਢਣਗੇ, ਸੜਕਾਂ ਸਾਰੀਆਂ ਜਿਹੜੀਆਂ ਵਿਅਸਤ ਹੋਣਗੀਆਂ, ਤਕਰੀਬਨ ਬੰਦ ਹੋਣਗੀਆਂ। ਤੇ ਉਸ ਨੂੰ ਵੇਖਦਿਆਂ ਹੋਇਆਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੰਮਿਊਟਰਸ ਹੈ, ਡੇਲੀ ਆਉਣਾ ਜਾਣਾ
ਜਾਣਾ ਜਿਹੜਾ ਕਰਦੇ ਨੇ, ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ ਆਉਂਦੇ ਨੇ, ਰਾਜਧਾਨੀਆਂ ਕੰਮ ਕਰਨ ਲਈ ਆਉਂਦੇ ਆ, ਉਹ ਲੋਕ ਜਿਹੜੇ ਨੇ ਖੱਜਲ ਖੁਆਰ ਨਾ ਹੋਣ ਤਾਂ ਉਹਨਾਂ ਲਈ ਟ੍ਰੈਫਿਕ ਐਡਵਾਈਜ਼ਰੀ ਵੀ ਜਿਹੜੀ ਆ ਉਹ ਜਾਰੀ ਹੋਵੇਗੀ। ਬਿਲਕੁਲ ਜਾਰੀ ਹੋਵੇਗੀ ਜੀ, ਕਿਉਂਕਿ ਇਹ ਤਾਂ ਜ਼ਰੂਰੀ ਵੀ ਆ, ਕਿਉਂਕਿ ਉਸ ਤੋਂ ਬਿਨਾਂ ਤਾਂ ਡੈਫੀਨੇਟਲੀ ਹੈ ਕਿ ਜਦੋਂ ਅਗਰ ਲੱਖਾਂ ਟਰੈਕਟਰ ਟਰਾਲੀਆਂ ਆਪਣੇ ਜਿਹੜੇ ਹੋਣਗੇ ਰੋਡਸ ਦੇ ਉੱਪਰ, ਤਾਂ ਫਿਰ ਡੈਫੀਨੇਟਲੀ ਕੰਮਿਊਟਰਸ ਨੇ ਜਿਹੜੇ ਉਹਨਾਂ ਨੂੰ ਦਿੱਕਤ ਇਹਦੇ ਵਿੱਚ ਆਉਣੀ ਆ। ਪਰ ਕਿਤੇ ਨਾ ਕਿਤੇ ਜਾ ਕੇ ਇਹਦੇ ਨਾਲ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਪ੍ਰੈਸ਼ਰ ਆ ਉਹ ਬਿਲਡ ਹੋ ਸਕਦਾ ਗਵਰਨਮੈਂਟ ਦੇ ਉੱਪਰ, ਕਿਉਂਕਿ ਹੁਣ ਤੱਕ ਚਲੋ ਬਾਰਡਰਾਂ ਦੇ ਉੱਪਰ ਬੈਠੇ ਸੀਗੇ ਤੇ ਬਾਰਡਰਾਂ ਦੇ ਉੱਤੇ ਇਹਨਾਂ ਨੂੰ ਕਦੇ ਮਹਿਸੂਸ ਨਹੀਂ ਸੀ ਹੋ ਰਹੀ ਇਹ ਚੀਜ਼। ਇਹਨਾਂ ਨੂੰ ਲੱਗਦਾ ਸੀਗਾ ਕਿ ਕੁਝ ਵੀ ਨਹੀਂ ਹੋ ਰਿਹਾ, ਬਾਰਡਰਾਂ ਦੇ ਉੱਤੇ ਬੈਠੇ ਨੇ ਤਾਂ ਸਾਨੂੰ ਇਸ ਚੀਜ਼ ਦਾ ਕੋਈ ਫਰਕ ਨਹੀਂ। ਪਰ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਇਹ ਪ੍ਰੈਸ਼ਰ ਆ ਉਹ ਬਿਲਡ ਤਾਂ ਡੈਫੀਨੇਟਲੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਰਨਾ ਪਏਗਾ। ਔਰ ਜਿਸ ਤਰ੍ਹਾਂ ਤੁਸੀਂ ਬਾਕੀ ਇਹਨਾਂ ਦੀ ਯੂਪੀ ਦੀ ਗੱਲ ਕੀਤੀ ਆ, ਆਪਣਾ ਉੱਤਰਾਖੰਡ, ਹਰਿਆਣਾ, ਪੰਜਾਬ, ਰਾਜਸਥਾਨ, ਇਹ 5 ਜਿਹੜੇ ਸਟੇਟਾਂ ਨੇ, ਇਹਨਾਂ ਦੇ ਹਜੇ ਤੱਕ ਜਿਹੜੇ ਕਿਸਾਨ ਨੇ ਆਏ ਨੇ ਜੀ, ਕਿ ਜਾਂ ਹੋਰ ਕਿਸੇ ਸਟੇਟ ਤੋਂ ਵੀ ਜਿਹੜੀ ਖਬਰ ਹੈਗੀ ਆ ਕਿ ਕਿਸਾਨ ਹੌਲੀ ਹੌਲੀ ਨਾਲ ਇਸ ਦੇ ਜੁੜ ਰਹੇ ਨੇ ਇਸ ਮੂਵਮੈਂਟ ਦੇ ਨਾਲ? ਕਮਲ ਜੀ, ਕਿਸਾਨ ਜੁੜ ਰਹੇ ਨੇ, ਪਰ ਉਹ ਜੁੜਨ ਦੀ ਜਿਹੜੀ ਗਤੀ ਹੈਗੀ, ਜਿਹੜੀ ਸਪੀਡ ਹੈ, ਉਹ ਅਜੇ ਤੱਕ ਦਿਖਾਈ ਨਹੀਂ ਦੇ ਰਹੀ, ਕਿਉਂਕਿ ਜਿਸ ਤਰੀਕੇ ਨਾਲ ਆਪਾਂ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਰਾਜਸਥਾਨ ਵਾਲੇ ਪਾਸੇ ਵੇਖਿਆ ਕਿ ਕਿਸ ਤਰੀਕੇ ਨਾਲ ਜਦੋਂ ਕਿਸਾਨ ਜਿਹੜੇ ਦਿੱਲੀ ਵੱਲ ਮਾਰਚ ਕਰ ਰਹੇ ਸੀ ਉਹਨਾਂ ਨੂੰ ਰਸਤੇ 'ਚ ਰੋਕਿਆ ਗਿਆ। ਰੇਵਾੜੀ ਵਾਲੇ ਬਾਰਡਰ ਦੀ ਆਪਾਂ ਕੱਲ ਗੱਲ ਕੀਤੀ ਸੀ, ਕਿਸ ਤਰੀਕੇ ਦੇ ਨਾਲ ਰਸਤੇ ਨੂੰ ਪੂਰੀ ਤਰ੍ਹਾਂ ਬਲੌਕ ਕਰ ਦਿੱਤਾ ਗਿਆ, ਅਥਰੂ ਗੈਸ ਦੇ ਗੋਲੇ ਛੱਡੇ ਗਏ, ਇੱਕ ਟਰਾਲੀ ਦੇ ਵਿੱਚ ਤਾਂ ਅੱਗ ਤੱਕ ਲੱਗ ਗਈ। ਸੋ ਇਸ ਤਰੀਕੇ ਦੀ ਚੀਜ਼ਾਂ ਜਿਹੜੀਆਂ ਵਰਤੀਆਂ ਜਾ ਰਹੀਆਂ, ਇਸ ਕਰਕੇ ਕਿਸਾਨ ਵੱਡੀ ਗਿਣਤੀ 'ਚ ਦਿੱਲੀ ਅਜੇ ਤੱਕ ਨਹੀਂ ਪਹੁੰਚ ਪਾ ਰਹੇ। ਪਰ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਗੱਲ ਹੋਰ ਜਿਹੜੀ ਹੈ ਉਹ ਕੀਤੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਜਦੋਂ ਕਿਸਾਨ ਜਥੇਬੰਦੀਆਂ ਦੇ ਨਾਲ ਕੇਂਦਰ ਸਰਕਾਰ ਦੀ ਬੈਠਕ ਹੁੰਦੀ ਹੈ ਤਾਂ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਜਿਹੜੇ ਨੇ ਉਸ ਤੋਂ ਬਾਅਦ ਆ ਕੇ ਹਮੇਸ਼ਾ ਦੀ ਤਰ੍ਹਾਂ ਮੇਨ ਸਟ੍ਰੀਮ ਮੀਡੀਆ ਦੇ ਜਿਹੜੇ ਪੱਤਰਕਾਰ ਹੁੰਦੇ ਆ ਉਹਨਾਂ ਨੂੰ ਬਿਆਨ ਦਿੰਦੇ ਆ। ਉਸ ਬਿਆਨ ਦੇ ਵਿੱਚ ਉਹ ਕਿਤੇ ਨਾ ਹਮੇਸ਼ਾ ਜਿਹੜਾ ਹੈ ਇਸ ਮੁੱਦੇ ਦੇ ਉੱਪਰ ਗੱਲਾਂ ਬਾਤਾਂ ਦੇ ਵਿੱਚ ਬਹੁਤ ਕੈਜੂਅਲ ਅਪਰੋਚ ਜਿਹੜੀ ਉਹਨਾਂ ਦੀ ਦਿਖਾਈ ਦਿੰਦੀ ਹੈ, ਬੜਾ ਲਾਈਟਲੀ ਜਿਹਾ ਲੈ ਕੇ ਗੱਲ ਕਰਦੇ ਆ ਤੇ ਹੱਸਦੇ ਹੋਏ ਮੁਸਕਰਾਉਂਦੇ ਹੋਏ ਜਿਹੜੀ ਉਹਨਾਂ ਦੀ ਗੱਲਾਂ ਬਾਤਾਂ ਹੁੰਦੀਆਂ। ਬਿਲਕੁਲ ਇਹੀ ਜਿਹੜੀ ਹੈ ਕਿਸਾਨ ਜਥੇਬੰਦੀਆਂ ਨੇ ਵੀ ਸਵਾਲ ਚੁੱਕੇ ਹੈ ਕਿ ਮੁਲਕ ਦੇ ਖੇਤੀਬਾੜੀ ਮੰਤਰੀ ਦੇ ਸਾਹਮਣੇ 60 ਤੋਂ ਵੱਧ ਜਿਹੜੇ ਕਿਸਾਨ ਜਿਹੜੇ ਆਗੂ ਨੇ ਉਹਨਾਂ ਦੀ ਜਿਹੜੀਆਂ ਜਾਨਾਂ ਜਾ ਚੁੱਕੀਆਂ। ਉਸ ਤੋਂ ਬਾਅਦ ਕਿੰਨੀ ਹਾਰਡਸ਼ਿਪਸ ਨੂੰ, ਕਿੰਨੀ ਔਖਿਆਈਆਂ ਨੂੰ ਝੱਲਦੇ ਹੋਏ ਕਿਸਾਨ ਅੱਜ ਜਿਹੜੇ ਆ ਬੈਠੇ ਹੋਏ ਆ। ਖੇਤੀਬਾੜੀ ਮੰਤਰੀ ਉਹਨਾਂ ਦੇ ਨਾਲ ਸੁਹਿਰਦਤਾ ਦਿਖਾਉਂਦੇ ਹੋਏ ਜਿਹੜਾ ਹੈ ਅਜਿਹੀ ਗੱਲ ਕਰਨ ਦੀ ਬਜਾਏ ਉਹ ਬੜੇ ਕੂਲ ਕੈਜੂਅਲ ਵਾਤਾਵਰਣ 'ਚ ਗੱਲ ਕਰਦੇ। ਕੋਈ ਨਹੀਂ, ਅਗਲੀ मीटिंग होएगी, बातचीत चलेगी, थोड़ी देर हम बैठेंगे, थोड़ा वो पीछे होंगे, थोड़ा हम पीछे होंगे, थोड़ा बढ़ेंगे। मतलब कि जिस तरीके ਦੀਆਂ ਗੱਲਾਂ, मतलब कि इसਨੂੰ बहुत लंबा खिੱਚਣ ਦੀਆਂ ਉਹਨਾਂ ਦੀ ਗੱਲਾਂ ਹੁੰਦੀਆਂ, ਕੋਈ ਨਹੀਂ ਅਗਲੀ ਵਾਰ ਦੇਖ ਲਾਂਗੇ, ਅੱਛਾ ਅਗਲੀ ਵਾਰ ਨਹੀਂ ਹੋਇਆ ਤਾਂ ਫਿਰ ਹੋਰ ਅਗਲੀ ਵਾਰ ਦੇਖ ਲਾਂਗੇ। ਸੋ ਅਜਿਹੀਆਂ ਜਿਹੜੀਆਂ ਗੱਲਾਂ ਤੇ ਅਜਿਹੀ ਜਿਹੜੀ ਅਪਰੋਚ ਹੈ ਇਹ ਜਿਹੜੀਆਂ ਹੈ ਇਹ ਨੈਗੇਟਿਵ ਇੰਪੈਕਟ ਜਿਹੜੀਆਂ ਦਿਖਾਉਂਦੀਆਂ ਨੇ ਸਰਕਾਰ ਦਾ ਕਿਸਾਨ ਜਥੇਬੰਦੀਆਂ ਦੇ ਮੂਹਰੇ। ਟਰੂ, ਔਰ ਬਿਲਕੁਲ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਉਹਨਾਂ ਦੇ ਚਿਹਰੇ ਤੋਂ ਇਹ ਚੀਜ਼ ਸਾਫ਼ ਨਜ਼ਰ ਆਉਂਦੀ ਹੁੰਦੀ ਹੈ ਕਿ ਦੇਖੋ ਇੱਕ ਪਾਸੇ ਤਾਂ ਇੰਨੀਆਂ ਜਾਨਾਂ ਚਲੀਆਂ ਗਈਆਂ ਔਰ ਲੋਕਾਂ ਦੇ ਮਨਾਂ ਦੇ ਵਿੱਚ ਇੰਨਾ ਰੋਸ ਆ ਔਰ ਲੋਕ ਇਸ ਚੀਜ਼ ਤੋਂ ਇੰਨੇ ਦੁਖੀ ਨੇ, ਪਰ ਕਿਤੇ ਤੋਮਰ ਸਾਹਿਬ ਜਿਹੜੇ ਹੈਗੇ ਨੇ ਮੁਸਕਰਾ ਕੇ ਜਿਹੜੀ ਗੱਲਬਾਤ ਕਰਨੀ ਹੈ। ਪਹਿਲੀ ਗੱਲ ਤਾਂ ਉਹੀ ਉਹਨਾਂ ਦੇ ਚਿਹਰੇ ਦੇ ਨਾਲ ਜਿਹੜੀ ਆ ਮੈਚ ਨਹੀਂ ਕਰਦੀ ਹੁੰਦੀ ਕਿ ਜਿਹੜੀ ਤੁਸੀਂ ਗੱਲ ਕਰਦੇ ਹੋ ਔਰ ਤੁਸੀਂ ਉਹ ਹੱਸ ਕੇ ਜਾਂ ਮੁਸਕਰਾ ਕੇ ਗੱਲ ਕਰਦੇ ਹੋ, ਤੁਹਾਨੂੰ ਇਸ ਚੀਜ਼ ਦੇ ਉਹਦੇ ਕੋਈ ਦੁੱਖ ਹੀ ਨਹੀਂ ਹੈਗਾ ਕਿ ਜਿਹੜੀਆਂ ਇੰਨੀਆਂ ਜਾਨਾਂ, ਕੀਮਤੀ ਜਾਨਾਂ ਜਾ ਰਹੀਆਂ ਨੇ ਔਰ ਤੁਹਾਡੇ ਦੇਸ਼ ਦੇ ਜਿਹੜੇ ਅੰਨਦਾਤੇ ਇੰਨੇ ਸੜਕਾਂ ਦੇ ਉੱਪਰ ਬੈਠੇ ਨੇ ਲੱਖਾਂ ਦੀ ਗਿਣਤੀ ਵਿੱਚ, ਤੁਹਾਡੇ ਉੱਤੇ ਅਸਰ ਆ ਜਿਹੜਾ ਉਹ ਸਾਫ਼ ਆਪਾਂ ਨੂੰ ਦਿਖਦਾ ਕਿ ਕਿੰਨਾ ਕੁ ਇਹਨਾਂ ਲੋਕਾਂ ਦੇ ਉੱਪਰ ਹੈਗਾ। ਸੋ ਲੇਟੈਸਟ ਜਿਹੜੀ ਹੁਣ ਅਪਡੇਟ ਹੈਗੀ ਹੈ, ਕਿਉਂਕਿ ਪੰਜਾਬ ਦੇ ਜਿੰਨੇ ਵੀ ਬੀਜੇਪੀ ਦੇ ਲੀਡਰ ਸੀਗੇ ਉਹਨਾਂ ਦੇ ਉੱਤੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਕਿਤੇ ਗੋਹਾ ਸੁੱਟਿਆ ਜਾਂਦਾ, ਕਦੇ ਪਿੱਛੇ ਡਾਂਗਾ ਚੱਕ ਕੇ ਇਹਨਾਂ ਦੇ ਪੈਂਦੇ ਨੇ ਔਰ ਕਈ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਇਹਨਾਂ ਦੇ ਬਾਈਕਾਟ ਨੇ ਉਹ ਕੀਤੇ ਜਾ ਰਹੇ ਨੇ। ਸੋ ਪੰਜਾਬ ਦੀ ਜਿਹੜੀ ਬੀਜੇਪੀ ਦੇ ਆਗੂ ਨੇ ਉਹਨਾਂ ਨੂੰ ਤਾਂ ਸਾਫ਼ ਨਜ਼ਰ ਆ ਰਿਹਾ ਕਿ ਸਾਡਾ ਕੀ ਹਸ਼ਰ ਆ ਜਿਹੜਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਹੋਣਾ ਆ। ਸੋ ਉਸ ਦੇ ਕਰਕੇ ਹੁਣ ਕੁਛ ਨਾ ਕੁਛ ਚਲੋ ਆਪਾਂ ਗਰੇਵਾਲ ਜਿਹੜਾ ਹਰਜੀਤ ਗਰੇਵਾਲ ਇਹਨਾਂ ਦੀ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਆ, ਉਹਦੇ ਵਿੱਚ ਮੈਨੂੰ ਲੱਗਦਾ ਤਾਂ ਕਈ ਜਾਣੇ ਦੇ ਉੱਤੇ ਪਰਚੇ ਵੀ ਦਰਜ ਕਰਵਾਏ ਨੇ। ਸੋ ਲੇਟੈਸਟ ਹੁਣ ਅਪਡੇਟ ਜਿਹੜੀ ਹੈਗੀ ਆ ਕਿ ਮੋਦੀ ਸਾਹਿਬ ਨੂੰ ਮਿਲਣ ਆਲਰੇਡੀ ਮੀਟਿੰਗ ਹੋ ਚੁੱਕੀ ਹੈ ਜੀ ਇਹਨਾਂ ਦੀ, ਜਿਹੜਾ ਮੀਟਿੰਗ ਹੋਣੀ ਆ ਜਿਹੜੀ ਚੱਲ ਰਹੀ ਹੈ, ਮੀਟਿੰਗ ਜਿਹੜੀ ਚੱਲ ਰਹੀ ਹੈ, ਜਿਵੇਂ ਆਪਣਾ ਸ਼ੋਅ ਚੱਲ ਰਿਹਾ ਇਸੇ ਤਰ੍ਹਾਂ ਮੀਟਿੰਗ ਵੀ ਚੱਲ ਰਹੀ ਹੈ ਜੀ। ਮੀਟਿੰਗ ਵਿੱਚ ਕੀ ਗੱਲਬਾਤ ਹੋਈ ਉਸ ਦੇ ਬਾਰੇ ਅਜੇ ਪਤਾ ਨਹੀਂ, ਕਿਉਂਕਿ ਮੀਟਿੰਗ ਦੇ ਜੋ ਹੈ ਇਸ ਟਾਈਮ ਜਿਹੜਾ ਹੈ ਉਹ ਦਿੱਲੀ ਦੇ ਵਿੱਚ ਹੋ ਰਹੀ ਹੈ। ਪਰ ਵੱਡੀ ਗੱਲ ਤੁਸੀਂ ਦੇਖੋ ਕਿ ਦੋ ਆਗੂਆਂ ਦੇ ਨਾਲ ਬੈਠਕ ਹੋ ਰਹੀ ਹੈ। ਨਰਿੰਦਰ ਮੋਦੀ ਦੋ ਆਗੂਆਂ ਦੇ ਨਾਲ ਬੈਠਕ ਕਰਨਗੇ। ਅਸੂਲਨ ਤਾਂ ਇਹ ਬਣਦਾ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਤੇ ਜਿਹੜੀ ਬੋਡੀ ਉਹਨਾਂ ਦੇ ਨਾਲ ਕਰਨੀ ਚਾਹੀਦੀ ਹੈ,
ਹੁਣ ਤੱਕ ਜੋ ਗਲਤ ਆ ਉਹ ਬਣਦੀ ਜਿਹੜੀ ਕਿ ਇਲੈਕਟਿਡ ਬੋਡੀ ਹੈਗੀ ਉਹਨਾਂ ਨੂੰ ਕਰਨੀ ਚਾਹੀਦੀ ਹੈ। ਹੁਣ ਇਹ ਦੋ ਆਗੂ ਜਿਹੜੇ ਨੇ ਤੁਸੀਂ ਹੁਣ ਇਹਨਾਂ ਦੇ ਬਾਰੇ ਅਗਰ ਆਪਾਂ ਚਰਚਾ ਕਰੀਏ ਕਿ ਆਖਿਰ ਇਹ ਦੋ ਆਗੂ ਕਿਉਂ ਤੇ ਕਿਸ ਲੈਵਲ ਦੀ ਇਹ ਗੱਲਬਾਤ ਕਰ ਲੈਣਗੇ, ਸਾਨੂੰ ਕਿਉਂਕਿ ਉਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਅਗਰ ਮੁਲਕ ਦਾ ਪ੍ਰਧਾਨ ਮੰਤਰੀ ਸਿਰਫ ਦੋ ਭਾਜਪਾ ਦੇ ਪੰਜਾਬ ਆਗੂਆਂ ਤੋਂ ਜਿਹੜਾ ਫੀਡਬੈਕ ਲੈ ਰਹੇ ਆ, ਉਹਨਾਂ ਨਾਲ ਗੱਲਬਾਤ ਕਰ ਰਹੇ ਆ, ਤੇ ਉਹ ਆਗੂ ਕੌਣ ਨੇ, ਕਿਸ ਤਰੀਕੇ ਦੀ ਗੱਲਬਾਤ ਉਸ ਵੇਲੇ ਜਿਹੜਾ ਹੈ ਪ੍ਰਧਾਨ ਮੰਤਰੀ ਦੇ ਮੋਹਰੇ ਉਹ ਕਰ ਸਕਦੇ ਨੇ, ਰੱਖ ਸਕਦੇ ਨੇ। ਪਹਿਲਾ ਕੇਸ ਆਪਾਂ ਲੈਨੇ ਹਰਜੀਤ ਗਰੇਵਾਲ ਦਾ। ਗਰੇਵਾਲ ਸਾਹਿਬ ਤੁਸੀਂ ਜਾਣਦੇ ਹੋ ਅਜੇ ਤੱਕ ਕਿਸਾਨਾਂ ਦੇ ਮੁਤਾਬਕ ਬਿਲਕੁਲ ਉਹਨਾਂ ਦੇ ਅਗੇਂਸਟ ਬੋਲ ਰਹੇ ਆ, ਕੁਝ ਨਹੀਂ ਹੈਗਾ ਪ੍ਰਦਰਸ਼ਨ, ਇਹ 20-50 ਹਜ਼ਾਰ ਜਿਹੜੇ ਬੰਦੇ ਬੈਠੇ ਹੋਏ ਆ ਅਜਿਹੀ ਉਹ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਕਹਿਣਾ ਕਿ ਇਹ ਕਦੀ ਵੀ ਜਿਹੜਾ ਹੈ ਮਤਲਬ ਕਿ ਖਤਮ ਹੋ ਜਾਏਗਾ, ਸਰਕਾਰ ਨੇ ਬਿਲਕੁਲ ਸਹੀ ਕਾਨੂੰਨ ਬਣਾਏ ਆ। ਉਹਨਾਂ ਦੀ ਅਪਰੋਚ ਇਸ ਤਰੀਕੇ ਦੀ ਹੈ, ਸੋ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਵੇਖਦੀਆਂ ਤੇ ਕੁਝ ਅਜਿਹਾ ਹੀ ਫੀਡਬੈਕ ਜਿਹੜਾ ਹੈਗਾ ਉਹ ਮੋਦੀ ਸਾਹਿਬ ਦੇ ਸਾਹਮਣੇ ਵੀ ਦੇਣਗੇ, ਕਿਉਂਕਿ ਜੋ ਕੈਮਰੇ ਦੇ ਮੋਹਰੇ ਬੋਲਦੇ ਨੇ, ਜੋ ਉਹਨਾਂ ਦੇ ਵਿਚਾਰ ਨੇ ਉਹੀ ਉੱਥੇ ਰੱਖਣਗੇ। ਦੂਜੇ ਪਾਸੇ ਆਪਾਂ ਗੱਲ ਕਰੀਏ ਸੁਰਜੀਤ ਜਿਆਣੀ ਦੀ, ਸੁਰਜੀਤ ਜਿਆਣੀ ਉਨੇ ਹੀ ਸੌਫਟ ਦਿਖਾਈ ਦਿੰਦੇ ਆ। ਸੁਰਜੀਤ ਜਾਣੀ ਨੇ ਅਜੇ ਤੱਕ ਜਿਹੜੀ ਗੱਲਬਾਤ ਕੀਤੀ ਹੈ ਬਿਲਕੁਲ ਸੌਫਟਲੀ ਕੀਤੀ ਹੈਗੀ ਹੈ, ਇੱਕ ਬ੍ਰਿਜ ਬਣਨ ਦੀ ਗੱਲ ਕੀਤੀ ਹੈ, ਜੋ ਹੁਣ ਤੱਕ ਅਸੀਂ ਉਹਨਾਂ ਨੂੰ ਵੇਖਿਆ ਵਾਚਿਆ ਕਿ ਉਹ ਕਿਸ ਤਰੀਕੇ ਦਾ ਫੀਡਬੈਕ ਦੇ ਸਕਦੇ ਆ। ਅਗਰ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਆਧਾਰ ਬਣਾਉਣਾ ਹੈਗਾ, ਆਪਣਾ ਕਾਡਰ ਖੜਾ ਕਰਨਾ ਹੈ, ਚੋਣਾਂ ਲੜਨੀ ਹੈ, ਉਹ ਜਿੱਤਣੀ ਹੈ, ਸੋ ਉਸ ਲਈ ਜਿਹੜਾ ਹੈ ਕਿਸਾਨਾਂ ਦਾ ਦਿਲ ਜਿੱਤਣਾ, ਪੰਜਾਬੀਆਂ ਦਾ ਦਿਲ ਜਿੱਤਣਾ ਬਹੁਤ ਲਾਜ਼ਮੀ ਹੈ। ਇਹ ਨਹੀਂ ਕਿ ਪੰਜਾਬ ਦੇ ਵਿੱਚ ਇਕੱਲੇ ਹਿੰਦੂ ਹੀ ਵਸਦੇ ਆ ਤੇ ਹਿੰਦੂਤਵ ਅਤੇ ਹਿੰਦੂਇਜ਼ਮ ਦੀ ਵੋਟ ਜਿਹੜੀ ਹੈ ਇਕੱਲੀ ਉਹੀ ਇਹਨਾਂ ਨੂੰ ਪਾਰ ਲਗਾ ਦੇਗੀ, ਤਾਰ ਦੇਗੀ ਤੇ ਉਸ ਦੇ ਨਾਲ ਹੀ ਆਪਣੀ ਸਰਕਾਰ ਵੀ ਬਣਾ ਲੈਣਗੇ। ਅਗਰ ਇਹ ਹਰਿਆਣੇ ਚੱਲ ਸਕਦਾ ਹੈ ਤੇ ਪੰਜਾਬ 'ਚ ਪੋਸੀਬਲ ਨਹੀਂ ਹੈਗਾ, ਇਹ ਵੀ ਜਿਹੜਾ ਉਹਨਾਂ ਨੂੰ ਸਮਝਣਾ ਪੈਣਾ ਤੇ ਸ਼ਾਇਦ ਕਿਤੇ ਨਾ ਕਿਤੇ ਜਾਣੀ ਸਾਹਿਬ ਇਹ ਵੀ ਜਿਹੜਾ ਗਣਿਤ ਹੈ ਮੋਦੀ ਸਾਹਿਬ ਨੂੰ ਸਮਝਾ ਦੇਣਗੇ। ਵੈਸੇ ਉਹ ਪਹਿਲੀ ਬਹੁਤ ਸਮਝਦਾਰ ਨੇ। ਸੋ ਇੱਕ ਸੌਫਟ ਹੈ, ਇੱਕ ਹਾਰਡ ਹੈ, ਸੋ ਅਜਿਹੇ ਦੋ ਇੱਕ ਪ੍ਰਕਾਰ ਦਾ ਸੁਮੇਲ ਜਿਹੜਾ ਹੈ ਮੋਦੀ ਸਾਹਿਬ ਦੇ ਸਾਹਮਣੇ ਬੈਠਾ ਹੋਏਗਾ ਟੇਬਲ ਦੇ ਸਾਹਮਣੇ ਤੇ ਉਹਨਾਂ ਨਾਲ ਗੱਲਬਾਤ ਹੋਏਗੀ। ਹੁਣ ਉਸ ਤੋਂ ਬਾਅਦ ਡਿਸੀਜਨ ਕੀ ਹੁੰਦਾ ਇਹ ਵੇਖਣ ਵਾਲੀ ਗੱਲ ਰਹੇਗੀ, ਪਰ ਸਵਾਲ ਇਹ ਖੜਾ ਹੁੰਦਾ ਕਿ ਜਿਹੜੀ ਬਾਕੀ ਬਾਡੀ ਹੈ, ਪ੍ਰਧਾਨ ਹੈ, ਜਨਰਲ ਸਕੱਤਰ ਹੈ, ਹੋਰ ਅਹੁਦੇਦਾਰ ਨੇ, ਉਹਨਾਂ ਨਾਲ ਸਾਰੀ ਇੱਕ ਮੀਟਿੰਗ ਹੋਣੀ ਚਾਹੀਦੀ ਸੀ, ਉਹ ਕਿਉਂ ਨਹੀਂ ਹੋਈ? ਬਿਲਕੁਲ ਤੁਸੀਂ ਹਰਜੀਤ ਗਰੇਵਾਲ ਦੀ ਗੱਲ ਕੀਤੀ ਹੈ, ਸੋ ਉਹਨਾਂ ਦੇ ਨਾਲ ਅੱਗੇ ਚੱਲ ਕੇ ਗੱਲਬਾਤ ਕਰਦੇ ਹਾਂ। ਉਸ ਤੋਂ ਪਹਿਲਾਂ ਅਵਤਾਰ ਰਿਹਲ ਸਾਡੇ ਨਾਲ ਲਾਈਨ ਦੇ ਉੱਤੇ ਨੇ। ਜੀ ਅਵਤਾਰ ਜੀ, ਸਵਾਗਤ ਹੈ ਤੁਹਾਡਾ, ਸਤਿ ਸ਼੍ਰੀ ਅਕਾਲ। ਕਮਲ ਜੀ, ਗੌਰਵ ਜੀ ਤੇ ਸਾਰੇ ਹੀ ਸਫ਼ਰ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਬਿਲਕੁਲ ਕਮਲ ਜੀ, ਜਿਵੇਂ ਹੁਣੇ ਜਿਹੜੀ ਗੱਲ ਚੱਲ ਰਹੀ ਸੀ ਬੀਜੇਪੀ ਦੀ ਪੰਜਾਬ ਦੇ ਵਿੱਚ, ਜੋ ਵੀ ਬੀਜੇਪੀ ਦੀ ਕਾਰਗੁਜ਼ਾਰੀ ਇਹਨਾਂ ਦਿਨਾਂ ਦੇ ਵਿੱਚ ਚੱਲ ਰਹੀ ਹੈ ਤੇ ਉਹ ਮੌਜੂਦਾ ਹਾਲਾਤਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲ ਰਹੇ ਨੇ, ਮੈਨੂੰ ਤਾਂ ਇਹ ਸ਼ੱਕ ਪੈਂਦਾ ਜੀ ਜਿਵੇਂ ਬੀਜੇਪੀ ਵਾਲਿਆਂ ਨੇ ਪਿਛਲੇ ਕਈ ਦਿਨਾਂ ਤੋਂ ਇੱਕ ਰਾਗ ਲਾਪਿਆ ਵੀ ਪੰਜਾਬ ਦੇ ਵਿੱਚ ਜਿਹੜੀ ਕਾਨੂੰਨ ਵਿਵਸਥਾ ਉਹ ਚਰਮਰਾ ਗਈ ਹੈ। ਇਹ ਕਿਤੇ ਕੋਸ਼ਿਸ਼ ਤਾਂ ਨਹੀਂ ਕਰਨਗੇ ਵੀ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਵੱਧ ਤੋਂ ਬੱਤਰ ਦਿਖਾਏ ਜਾਣ ਅਤੇ ਪ੍ਰਧਾਨ ਮੰਤਰੀ ਕੋਲ ਜਿਵੇਂ ਬੰਦਾ ਸ਼ਿਕਾਇਤ ਲਾਉਂਦਾ ਹੁੰਦਾ ਅਜਿਹੇ ਹਾਲਾਤ ਪੈਦਾ ਕੀਤੇ ਜਾਣ ਤੇ ਇਹ ਗਰਾਊਂਡ ਬਣਾਇਆ ਜਾਵੇ ਵੀ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਜਿਹੜਾ ਲੱਗਣਾ ਚਾਹੀਦਾ। ਇੱਕ ਤਾਂ ਇਹ ਹੋ ਸਕਦਾ ਹੈ ਜੀ, ਕਿਉਂਕਿ ਬੀਜੇਪੀ ਦਾ ਜਿਹੜਾ ਰੁਝਾਨ ਸ਼ੁਰੂ ਤੋਂ ਰਿਹਾ ਇਹ ਕਿਸੇ ਵੀ ਸੂਬੇ ਦੀ ਸਰਕਾਰ ਨੂੰ ਕਦੇ ਵੀ ਬਦਲਣ ਦੇ ਵਿੱਚ ਇਹ ਸક્ષਮ ਨੇ, ਕਿਉਂਕਿ ਇਹਨਾਂ ਦੇ ਕੋਲ ਪੈਸਾ ਹੈ। ਉਹ ਪੈਸਾ ਜਿਹੜਾ ਹੈਗਾ ਇਹ ਕਾਰਪੋਰੇਟ ਘਰਾਣਿਆਂ ਦਾ ਤੇ ਪੈਸਾ ਦੇ ਕੇ ਇਹ MLAs ਨੂੰ ਖਰੀਦ ਲੈਂਦੇ ਨੇ। ਇੱਕ ਇਹ ਪੁਆਇੰਟ ਹੈ ਜੀ, ਜ਼ਰੂਰ ਮੈਂ ਗੌਰਵ ਉਹਨਾਂ ਦੇ ਵਿਚਾਰ ਜਾਣਨੇ ਚਾਹਾਂਗਾ ਇਸ ਬਾਬਤ। ਤੇ ਦੂਜਾ ਜਿਹੜਾ ਬੋਰਿਸ ਜੌਨਸਨ, ਉਹਨਾਂ ਨੇ ਜਵਾਬ ਦੇ ਦਿੱਤਾ 26 ਤਰੀਕ ਨੂੰ ਆਉਣ ਨੂੰ, ਭਾਵੇਂ ਉਹਨਾਂ ਨੇ ਕੋਵਿਡ ਦੇ ਹਵਾਲੇ ਨਾਲ ਕਿਹਾ, ਪਰ ਜਦੋਂ ਕਿਸਾਨਾਂ ਨੂੰ ਪਤਾ ਲੱਗਿਆ ਸੀ ਵੀ ਉਹਨਾਂ ਨੇ ਆਉਣਾ ਭਾਰਤ ਦੇ ਵਿੱਚ 26 ਜਨਵਰੀ ਨੂੰ ਮੁੱਖ ਮਹਿਮਾਨ ਦੇ ਤੌਰ ਤੇ, ਤਾਂ ਮੈਨੂੰ ਲੱਗਦਾ ਵੀ ਕਿਸਾਨਾਂ ਨੇ ਵੀ ਬਹੁਤ ਅਪੀਲਾਂ ਕੀਤੀਆਂ ਤੇ ਉਹ ਗੱਲਬਾਤ ਉਹਨਾਂ ਦੇ ਕੰਨਾਂ ਦੇ ਵਿੱਚ ਪੈ ਗਈ ਹੋਣੀ ਆ। ਤੇ ਇਸ ਬਾਰੇ ਹੁਣ ਨਰਿੰਦਰ ਮੋਦੀ ਹੋਣੀ ਕਿਵੇਂ ਜਿਹੜਾ ਰਿਐਕਟ ਕਰਨਗੇ ਜਾਂ ਉਹਨਾਂ ਦੇ ਕੀ ਵਿਚਾਰ ਹੋਣਗੇ ਵੀ ਕਿਉਂ ਨਹੀਂ ਆ ਰਹੇ। ਉਹਨਾਂ ਨੇ ਦੇਖੋ ਗੱਲ ਤਾਂ ਇਹੀ ਕਹਿਣੀ ਆ ਵੀ ਕੋਵਿਡ ਕਰਕੇ ਨਹੀਂ ਆ ਸਕੇ, ਪਰ ਕਿਤੇ ਨਾ ਕਿਤੇ ਜਿਹੜਾ ਕਿਸਾਨਾਂ ਦਾ ਵੀ ਪ੍ਰੈਸ਼ਰ ਆ ਤੇ ਜਿਹੜੇ ਬਾਹਰਲੇ ਮੁਲਕਾਂ ਇਹ ਵੈਸਟਰਨ ਕੰਟਰੀਜ਼ ਦੀ ਗੱਲ ਕਰੀਏ ਜਾਂ ਯੂਰਪੀਅਨ ਕੰਟਰੀਜ਼ ਦੀ ਗੱਲ ਕਰੀਏ, ਇਹਨਾਂ ਦੇ ਜਿਹੜੇ ਨੁਮਾਇੰਦੇ ਆ, ਇਹਨਾਂ ਦੇ ਪ੍ਰਧਾਨ ਮੰਤਰੀਆਂ ਜਿਹੜੇ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਮੈਨੂੰ ਲੱਗਦਾ ਕਰ ਰਹੇ ਨੇ ਤੇ ਸ਼ਾਇਦ ਇਸੇ ਕੜੀ ਦੇ ਵਿੱਚ ਜਿਹੜਾ ਬੋਰਿਸ ਜੌਨਸਨ ਉਹਨਾਂ ਨੇ 26 ਜਨਵਰੀ ਨੂੰ ਜਾਣ ਤੋਂ ਜਿਹੜਾ ਮਨਾ ਕੀਤਾ। ਬਿਲਕੁਲ ਮੈਂ ਵਿਚਾਰ ਸੁਣਦਾ। ਬਹੁਤ ਥੈਂਕ ਯੂ ਜੀ। ਬਿਲਕੁਲ ਗੌਰਵ ਜੀ, ਇੱਕ ਤਾਂ ਤੁਸੀਂ ਦੋਨੇ ਕੁਐਸਚਨ ਧਿਆਨ ਚ ਆ ਗਏ ਜੀ, ਸੋ ਜ਼ਰੂਰ ਅਪਡੇਟ ਕਰਿਓ ਕਿਉਂਕਿ ਆਪਾਂ ਹਰਜੀਤ ਗਰੇਵਾਲ ਤੋਂ ਸ਼ੁਰੂ ਕਰਦੇ ਹਾਂ। ਪਹਿਲੀ ਗੱਲ ਤਾਂ ਹਰਜੀਤ ਗਰੇਵਾਲ ਉਹਨਾਂ ਦਾ ਅਹੁਦਾ ਕੀ ਹੈ ਜੀ ਇੱਥੇ ਪੰਜਾਬ ਦੇ ਵਿੱਚ?
ਅਹੁਦਾ ਉਹਨਾਂ ਦਾ ਇੱਕ ਸੀਨੀਅਰ ਲੀਡਰ ਦੇ ਤੌਰ ਤੇ ਹੀ ਜਿਹੜੇ ਹੈ ਉਹ ਉਹਨਾਂ ਦੀ ਫੰਕਸ਼ਨਿੰਗ ਰਹੀ ਹੈ। ਬੀਜੇਪੀ ਪੰਜਾਬ ਇਕਾਈ ਦੇ ਵਿੱਚ ਕੋਈ ਬਹੁਤ ਆਪਾਂ ਕਹੀਏ ਕਿ ਬਹੁਤ ਵੱਡੇ ਮੰਨੇ ਪ੍ਰਮੁੱਖ ਲੀਡਰ ਦੇ ਵਜੋਂ ਇਹਨਾਂ ਦਿਨਾਂ ਦੇ ਵਿੱਚ ਉਹ ਨਹੀਂ ਜਾਣੇ ਜਾਂਦੇ। ਆਪਣੀ ਹੀ ਉਹਨਾਂ ਦੀ ਚਾਲ ਹੈ, ਆਪਣੇ ਤਰੀਕੇ ਨਾਲ ਚੱਲਦੇ ਨੇ। ਅਕਸਰ ਟੀਵੀ ਡਿਬੇਟਾਂ 'ਚ ਅਸੀਂ ਉਹਨਾਂ ਨੂੰ ਵੇਖਦੇ ਆ। ਬੜੇ ਪਿਛਲੇ ਕਈ ਸਾਲਾਂ ਤੋਂ ਜਦੋਂ ਅਸੀਂ ਪੰਜਾਬ ਪੁਆਇੰਟ ਮੈਂ ਜਿਵੇਂ ਕੰਡਕਟ ਕਰਦਾ ਸੀ ਤਾਂ ਮੇਰੇ ਡਿਬੇਟਾਂ 'ਚ ਵੀ ਉਹ ਹਮੇਸ਼ਾ ਆਉਂਦੇ ਰਹਿੰਦੇ ਸੀਗੇ। ਬੁਲਾਰੇ ਚੰਗੇ ਨੇ, ਬੋਲਦੇ ਨੇ, ਪਰ ਅਜੇ ਤੱਕ ਜਦੋਂ ਵੀ ਉਹ ਬੋਲਦੇ ਸੀ ਉਦੋਂ ਅਕਾਲੀ ਦਲ ਦੇ ਨਾਲ ਉਹਨਾਂ ਦਾ ਗੱਠਜੋੜ ਸੀਗਾ ਤੇ ਉਹ ਉਹਨਾਂ ਦੀ ਹੀ ਉਦੋਂ ਬੋਲੀ ਜਾਂਦੀ ਸੀਗੀ। ਪਰ ਹੁਣ ਵੱਖਰੇ ਤੌਰ ਤੇ ਹੋ ਗਏ ਨੇ ਤਾਂ ਕਿਤੇ ਨਾ ਕਿਤੇ ਉਹ ਜਿਹੜਾ ਦਮਖਮ ਹੈ ਹੁਣ ਭਾਰਤੀ ਜਨਤਾ ਪਾਰਟੀ ਵਾਲਾ, ਹਿੰਦੂਤਵ ਵਾਲਾ, RSS ਵਾਲਾ, ਉਹ ਜਿਹੜਾ ਉਹਨਾਂ ਨੇ ਵਿਖਾਣਾ ਸ਼ੁਰੂ ਕਰਤਾ ਜੀ। ਔਰ ਜਿਸ ਤਰ੍ਹਾਂ ਅਵਤਾਰ ਉਹਨਾਂ ਨੇ ਪੁੱਛਿਆ ਕਿ ਕਿਤੇ ਨਾ ਕਿਤੇ ਜਾ ਕੇ ਇਹਨਾਂ ਦੀ ਜਿਵੇਂ ਆਪਾਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਹੈ ਤਾਂ ਸ਼ਿਕਾਇਤਾਂ ਵਾਲੀ ਨੇ, ਕਿਉਂਕਿ ਜਿਹੜਾ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਹੋ ਕੇ ਲੱਖਾਂ ਦੀ ਗਿਣਤੀ ਨੂੰ ਹਜ਼ਾਰਾਂ ਦੱਸਦਾ ਔਰ ਕੁਝ % ਦੱਸਦਾ ਕਿ ਉੱਥੇ ਬੈਠੇ ਆ, ਸੋ ਆਪਾਂ ਕੀ ਉਮੀਦ ਲਾ ਸਕਦੇ ਹਾਂ ਕਿ ਕਿਤੇ ਨਾ ਕਿਤੇ ਜਾ ਕੇ ਇਹਨਾਂ ਦੀ ਜਿਹੜੀ ਇਹ ਗੱਲਬਾਤ ਆ ਇਹ ਰਾਸ਼ਟਰਪਤੀ ਰਾਜ ਵੱਲ ਨੂੰ ਵਧਣ ਦੀ ਤਾਂ ਨਹੀਂ ਹੈਗੀ ਕਿ ਜਿਸ ਤਰ੍ਹਾਂ ਕੱਲ ਵੀ ਨਵਜੋਤ ਸਿੱਧੂ ਉਹਨਾਂ ਦਾ ਬਿਆਨ ਆ ਜਿਹੜਾ ਉਹ ਆਇਆ ਸੀਗਾ, ਕਿਤੇ ਨਾ ਕਿਤੇ ਜਾ ਕੇ ਇਸ ਟਾਈਪ ਦਾ ਜਿਹੜਾ ਤਾਣਾ ਬਾਣਾ ਉਹ ਬੁਣਿਆ ਜਾ ਸਕਦਾ ਕਿ ਜਿਹੜਾ ਰਾਸ਼ਟਰਪਤੀ ਰਾਜ ਆ ਉਹ ਪੰਜਾਬ ਦੇ ਵਿੱਚ ਲਾਗੂ ਹੋ ਜਾਵੇ। ਬਿਲਕੁਲ, ਰਾਸ਼ਟਰਪਤੀ ਰਾਜ, ਗਵਰਨਰ ਰਾਜ ਜਿਹੜਾ ਹੈਗਾ ਉਸ ਨੂੰ ਆਪਾਂ ਰੂਲ ਆਊਟ ਨਹੀਂ ਕਰ ਸਕਦੇ ਕਿ ਉਹ ਲਗਾਉਣ ਦੀ ਕੋਸ਼ਿਸ਼ ਹੋ ਸਕਦੀ ਹੈ, ਪਰ ਉਸ ਲਈ ਜਿਹੜਾ ਹੈਗਾ ਇੱਕ ਵੱਡਾ ਬੇਸ ਬਣਾਉਣਾ ਪਏਗਾ। ਤੁਸੀਂ ਦੇਖੋ ਹੁਣ ਬੇਸ ਕਿਵੇਂ ਬਣਦਾ। ਬੇਸ ਅਜਿਹਾ ਬਣਦਾ ਜਦੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਵੱਖ-ਵੱਖ ਥਾਵਾਂ ਤੇ ਪੰਜਾਬ 'ਚ ਵਿਚਰਨਗੇ, ਉਹਨਾਂ ਦਾ ਵਿਰੋਧ ਹੋਏਗਾ, ਕੋਈ ਬਲੱਡੀ ਕਲੈਸ਼ ਹੋ ਜਾਏਗਾ, ਜਿੱਥੇ ਕੋਈ ਵਾਇਲੈਂਟ ਹੋ ਜਾਏਗਾ, ਜਿਹੜਾ ਹੈ ਕਈ ਚੀਜ਼ਾਂ ਹੱਥੋਂ ਬਾਹਰ ਹੋ ਜਾਣਗੀਆਂ ਤੇ ਲੱਗਦਾ ਕਿ ਬਹੁਤ ਜ਼ਿਆਦਾ ਉੱਥੇ ਸੱਟਾਂ ਲੱਗ ਜਾਂਦੀਆਂ ਨੇ, ਜ਼ਖਮੀ ਹੋ ਜਾਂਦੇ ਨੇ। ਤਾਂ ਅਜਿਹੀਆਂ ਕੁਝ ਇਨਸੀਡੈਂਟਸ ਹੋਣਗੇ ਤੇ ਫਿਰ ਉਦੋਂ ਬਾਅਦ ਜਿਹੜਾ ਹੈ ਸਵਾਲ ਖੜੇ ਹੋਣਗੇ ਤੇ ਗਵਰਨਰ ਰਿਪੋਰਟ ਭੇਜਣਗੇ ਕਿ ਇੱਥੇ ਦੀ ਜਿਹੜੀ ਪੁਲਿਸ ਹੈਗੀ ਹੈ ਉਹ ਜਿਹੜੀ ਹੈ ਸਰਕਾਰ ਦੇ ਹੇਠਾਂ ਕੰਮ ਕਰ ਰਹੀ ਹੈ, ਬਾਇਸਡ ਹੈਗੀ ਹੈ, ਲਿਹਾਜ਼ਾ ਜਿਹੜਾ ਹੈ ਹੁਣ ਇੱਥੇ ਜਿਹੜਾ ਹੈਗਾ ਗਵਰਨਰ ਰਾਜ ਲਾਣਾ ਚਾਹੀਦਾ। ਜਦੋਂ ਰਿਕਮੈਂਡ ਕਰ ਦੇਣਗੇ ਸਾਰੀ ਪਾਵਨਾ ਕੇਂਦਰ ਜਿਹੜਾ ਹੈ ਉਦੋਂ ਆਪਣੇ ਹੱਥ 'ਚ ਲੈ ਸਕਦਾ ਤੇ ਗਵਰਨਰ VP ਸਿੰਘ ਬਦਨੌਰ ਜਿਹੜੇ ਆ ਫਿਰ ਉਸ ਟਾਈਮ ਜਿਹੜਾ ਹੈ ਐਡਮਿਨਿਸਟ੍ਰੇਟਰ ਬਣ ਜਾਣਗੇ। ਪਰ ਇਹ ਵੀ ਹੋ ਸਕਦਾ, ਪਰ ਉਸ ਲਈ ਬੇਸ ਬਣਾਉਣਾ ਪਏਗਾ। ਬੇਸ ਅਜੇ ਬਣਿਆ ਨਹੀਂ ਹੈਗਾ ਕਿਉਂਕਿ ਬੇਸ ਤਾਂ ਅਜੇ ਤੱਕ ਇਹ ਜਿਹੜਾ ਹੈ ਵੈਸਟ ਬੰਗਾਲ 'ਚ ਨਹੀਂ ਬਣਾ ਸਕੇ। ਤੁਸੀਂ ਵੇਖੋ ਜਿੱਥੇ ਇਹਨਾਂ ਦੇ ਕਿੰਨਾ ਕੁਝ ਹੋਇਆ, ਚੋਣਾਂ ਤੋਂ ਪਹਿਲਾਂ ਲਗਾਤਾਰ ਕੋਸ਼ਿਸ਼ਾਂ ਹੋਈਆਂ ਕਿ ਉੱਥੇ ਵੀ ਗਵਰਨਰ ਰਾਜ ਲੱਗ ਜਾਏ, ਪਰ ਉੱਥੇ ਵੀ ਇਹ ਕਾਮਯਾਬ ਜਿਹੜਾ ਹੈ ਨਹੀਂ ਹੋ ਸਕੇ। ਸੋ ਪੰਜਾਬ ਅਜੇ ਬਹੁਤ ਦੂਰ ਦੀ ਕੜੀ ਹੈਗੀ ਹੈ। ਇਹ ਪੋਸੀਬਿਲਿਟੀ ਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ, ਪਰ ਇਸ ਟਾਈਮ ਅਜਿਹੀ ਸਥਿਤੀ ਜਿਹੜੀ ਹੈ ਇੱਕਦਮ ਜਿਹੜਾ ਨੇੜੇ ਉਹ ਨਹੀਂ ਹੈਗੀ ਹੈ। ਸੋ ਜਿਹੜੇ ਇਹ ਦੋ ਜਣੇ ਸੁਰਜੀਤ ਜੈਣੀ ਔਰ ਹਰਜੀਤ ਕਰੇਵਾਲ ਗਏ ਨੇ, ਸੋ ਇਹਨਾਂ ਦੀ ਜਿਹੜੀ ਨਰੋਲ ਮੀਟਿੰਗ ਆ ਉਹ ਕਿਸਾਨੀ ਨੂੰ ਲੈ ਕੇ ਹੀ ਹੋਊਗੀ ਤੇ ਹੋਰ ਨਹੀਂ ਲੱਗਦਾ ਕਿ ਕੋਈ ਇਸ ਟਾਈਪ ਦੀ ਵੀ ਕੋਈ ਗੱਲਬਾਤ ਆ ਜਿਹੜੀ ਇਹ ਕਰਨਗੇ, ਰਿਪੋਰਟ ਕਰਨਗੇ ਕਿ ਇਸ ਟਾਈਪ ਦੀ ਹੈਗੀ। ਬਿਲਕੁਲ, ਤੁਸੀਂ ਦੇਖੋ ਇਹ ਮਤਲਬ ਕਿ ਕੋਈ ਸੋਚ ਵੀ ਨਹੀਂ ਸਕਦਾ। ਪੰਜਾਬ BJP ਵਾਲੇ ਵੀ ਆਪਣੇ ਤੌਰ ਤੇ ਵੀ ਹੈਰਾਨ ਹੋਣਗੇ, ਸਪੋਜ਼ ਕਿ ਇਹਨਾਂ ਦੀ ਮੀਟਿੰਗ ਹੋ ਰਹੀ ਹੈ ਤੇ ਕੀ ਸੋਚ ਕੇ ਹੋ ਰਹੀ ਹੈ, ਬੈਠੇ ਸੀ ਸਾਨੂੰ ਕਾਹਦੇ ਵਾਸਤੇ ਲਾਇਆ ਹੋਇਆ ਸੀਗਾ। ਚਾਹੀਦੀ ਸੀ ਜਿੰਨੀ ਇਲੈਕਟਿਡ ਬੋਡੀ ਆ ਉਹ ਸਾਰੀ ਭਾਵੇਂ ਵਰਚੁਅਲ ਜਿਹੜੀ ਇਹਨਾਂ ਦੀ ਬੈਠਕ ਹੋ ਜਾਂਦੀ ਪ੍ਰਧਾਨ ਮੰਤਰੀ ਨਾਲ, ਉਹ ਵੀ ਪੋਸੀਬਲ ਸੀਗਾ। ਮਤਲਬ ਕਿ ਅਗਰ ਇਹ ਦੋ ਜਾ ਰਹੇ ਨੇ ਕਿਸ ਲਈ ਜਾ ਰਹੇ ਤਾਂ ਫਿਰ ਬਾਕੀਆਂ ਦਾ ਕੀ ਰੋਲ ਰਹਿ ਜਾਂਦਾ ਕਿ ਇਹ ਜ਼ਿਆਦਾ ਵੱਡੇ ਹੋ ਗਏ। ਸੋ ਆਪਣੇ ਉਹਨਾਂ ਦੇ ਅੰਦਰ ਵੀ ਇਹ ਗੱਲਾਂ ਬਾਤਾਂ ਜਿਹੜੀਆਂ ਚੱਲ ਰਹੀਆਂ ਹੈਗੀਆਂ ਇਹੀ ਜਿਹੜੇ ਅੱਗੇ ਕਿਵੇਂ ਆ ਗਏ, ਕਿਉਂਕਿ ਸਿਆਸਤ ਹੈ, ਸਿਆਸਤ 'ਚ ਸਭ ਕੁਝ ਮੁਮਕਿਨ ਹੁੰਦਾ, ਸਭ ਕੁਝ ਜਾਇਜ਼ ਹੁੰਦਾ ਤੇ ਸਾਰੇ ਕਰਦੇ ਵੀ ਹੈ। ਪਰ ਬੋਰਿਸ ਜੌਨਸਨ ਦੀ ਜਿਵੇਂ ਅਵਤਾਰ ਜੀ ਨੇ ਗੱਲ ਕੀਤੀ ਤਾਂ ਬੋਰਿਸ ਜੌਨਸਨ ਦੀ ਜਿਹੜੀ ਇਹ ਜਿਹੜਾ ਉਹਨਾਂ ਦਾ ਡਿਸੀਜਨ ਹੈ ਉਸ ਨੂੰ ਆਪਾਂ ਇਸ ਤਰੀਕੇ ਨਾਲ ਸਮਝ ਸਕਦੇ ਹਾਂ ਕਿ ਪਰਮਾਤਮਾ ਨੇ ਕਿਸਾਨਾਂ ਦੀ ਸੁਣ ਲਈ, ਬਹਾਨਾ ਕਰੋਨਾ ਦਾ ਬਣਿਆ ਤੇ ਕਿਤੇ ਨਾ ਕਿਤੇ ਕਰੋਨਾ ਦੇ ਕਰਕੇ ਭਾਰਤ ਸਰਕਾਰ ਦੀ ਵੀ ਇੱਜ਼ਤ ਬਚ ਗਈ। ਤੁਸੀਂ ਇਹ ਵੀ ਦੇਖੋ, ਅਗਰ ਬੋਰਿਸ ਜੌਨਸਨ ਸਿੱਧੇ ਤੌਰ ਤੇ ਮਨਾ ਕਰ ਦਿੰਦੇ ਅੰਡਰ ਦਾ ਪ੍ਰੈਸ਼ਰ ਆਫ ਫਾਰਮਰਸ ਹੇਅਰ, ਅਜੇ ਉੱਥੇ ਜਿਹੜੇ MPs ਨੇ ਉਹਨਾਂ ਦੇ ਕਹਤੇ ਫਿਰ ਤਾਂ ਭਾਰਤ ਸਰਕਾਰ ਦੀ ਸਿੱਧੇ ਤੌਰ ਤੇ ਨਮੋਸ਼ੀ ਹੁੰਦੀ। ਹੁਣ ਕਰੋਨਾ ਦਾ ਬਹਾਨਾ ਬਣਿਆ, ਇਸ ਦੇ ਨਾਲ ਬੋਰਿਸ ਜੌਨਸਨ, UK ਅਤੇ ਭਾਰਤ ਸਰਕਾਰ ਸਾਰਿਆਂ ਨੇ ਆਪਣੀ ਆਪਣੀ ਇੱਜ਼ਤ ਬਚਾ ਲਈ ਅਤੇ ਇਹ ਕਿਹਾ ਜਾ ਸਕਦਾ ਹੈ ਕਿ ਕਿਸਾਨਾਂ ਦੀ ਵੀ ਇਹਦੇ ਵਿੱਚ ਰਹਿ ਗਈ। ਸਾਰਿਆਂ ਦੀ ਗੱਲਾਂ ਸੁਣੀਆਂ ਵੀ ਗਈਆਂ ਤੇ ਜਿਹੜਾ ਹੈ ਭਾਂਡਾ ਜਿਹੜਾ ਭੰਨਿਆ ਗਿਆ ਉਹ ਕਰੋਨਾ ਦੇ ਉੱਪਰ ਕਰ ਦਿੱਤਾ, ਕਰੋਨਾ ਦੇ ਉੱਪਰ ਭੰਨਿਆ ਗਿਆ। ਔਰ ਕੋਈ ਬਿਆਨ ਹਜੇ ਤੱਕ ਤਾਂ ਕਿਉਂਕਿ ਲੇਟੈਸਟ ਨਿਊਜ਼ ਹੀ ਹੈ, ਮੈਨੂੰ ਲੱਗਦਾ ਹਜੇ ਤੱਕ ਕੋਈ ਪ੍ਰਧਾਨ ਮੰਤਰੀ ਵੱਲੋਂ ਤਾਂ ਇਸ ਦੇ ਉੱਪਰ ਕੋਈ ਬਿਆਨ ਨਹੀਂ ਆਇਆ ਹੋਣਾ ਕਿ ਕਿਉਂਕਿ ਕਹਿਣਾ ਤਾਂ ਨੈਚੁਰਲੀ ਗੱਲ ਹੈ ਕਿ ਕਰੋਨਾ ਦੇ ਕਾਰਨ ਹੀ ਹੈ, ਕਿਉਂਕਿ ਲੋਕਡਾਊਨ ਆ ਜਿਹੜਾ UK ਦੇ ਵਿੱਚ ਲੱਗ ਚੁੱਕਿਆ ਸੋ ਮਿਡ ਆਫ ਫੈਬਰਵਰੀ ਤੱਕ। ਸੋ ਦੈਟਸ ਵਾਈ ਜਿਹੜਾ ਹੈਗਾ ਉਹਨਾਂ ਨੇ ਆਪਣਾ ਇਹ ਦੌਰਾ ਹੈਗਾ ਉਹ ਰੱਦ ਕਰਤਾ। ਸੋ ਬਹਾਨਾ ਤੁਹਾਡੇ ਕਹਿਣ ਦੇ ਨਾਲ ਕਰੋਨਾ ਦਾ ਹੀ ਹੈ, ਪਰ ਕਿਤੇ ਨਾ ਕਿਤੇ ਜਾ ਕੇ ਜੇ ਦੇਖਿਆ ਜਾਵੇ ਕਿਉਂਕਿ ਉਹ ਪ੍ਰੈਸ਼ਰਾਈਜ਼ਡ ਤਾਂ ਸੀਗੇ, ਕਿਉਂਕਿ ਉਹਨਾਂ ਦੇ ਜਿਹੜੇ ਉੱਥੇ ਦੇ ਮੰਤਰੀ ਨੇ ਜਾਂ ਉੱਥੇ ਦੇ MPs ਨੇ ਉਹਨਾਂ ਵੱਲੋਂ ਵੀ ਉਹਨਾਂ ਨੂੰ ਕਾਫੀ ਜਿਹੜੀਆਂ ਚਿੱਠੀਆਂ ਨੇ ਉਹ ਵੀ ਦੱਸੀਆਂ ਗਈਆਂ। ਉੱਥੇ ਜਾ ਕੇ ਜਿਹੜੇ ਪ੍ਰੋਟੈਸਟ ਨੇ ਉਹ ਵੀ ਹੋ ਰਹੇ ਨੇ। ਦੇਖੋ ਨਜ਼ਰ ਤਾਂ ਸਾਰੀਆਂ ਕੰਟਰੀਆਂ ਦੇ ਅਹੁਦੇਦਾਰਾਂ ਨੂੰ ਕਿਤੇ ਨਾ ਕਿਤੇ ਨਜ਼ਰ ਆ ਹੀ ਰਿਹਾ, ਪਰ ਡੈਫੀਨੇਟਲੀ ਉਹਨਾਂ ਨੂੰ ਕਿਤੇ ਨਾ ਕਿਤੇ ਜਾ ਕੇ ਪ੍ਰੈਸ਼ਰ ਆ ਜਿਹੜਾ ਗਵਰਨਮੈਂਟ ਦੇ ਉੱਤੇ, ਇੰਡੀਅਨ ਗਵਰਨਮੈਂਟ ਦੇ ਉੱਤੇ ਬਣਾਉਣਾ ਚਾਹੀਦਾ
ਤਾਂ ਕਿ ਜਿਹੜਾ ਇਹ ਮਸਲਾ ਛੇਤੀ ਤੋਂ ਛੇਤੀ ਜਿਹੜਾ ਹੱਲ ਆ ਉਹ ਕਿਤੇ ਨਾ ਕਿਤੇ ਜਾ ਕੇ ਹੋ ਸਕੇ। ਸੋ ਔਰ ਨਾਲ ਜਿਹੜੀ ਆਪਾਂ ਗੱਲ ਆ ਜੀ ਮੋਰਚੇ ਨੂੰ ਬਦਨਾਮ ਕਰਨ ਦੀਆਂ ਗੱਲਾਂ ਬਾਤਾਂ ਨੇ ਜੀ, ਉਹ ਵੀ ਪਹਿਲੇ ਦਿਨ ਤੋਂ ਹੀ ਸ਼ੁਰੂ ਨੇ, ਅੱਜ ਤੋਂ ਨਹੀਂ, ਪਹਿਲੇ ਦਿਨ ਤੋਂ ਹੀ ਸਟਾਰਟ ਨੇ। ਕੁਛ ਨਾ ਕੁਛ ਕਦੇ ਪਿੱਛੇ ਜਿਹੜਾ ਹੈਗਾ ਫੜੇ ਗਏ ਸੀਗੇ ਕੁਛ ਲੋਕ ਜਿਹੜੇ ਵੀਡੀਓਜ਼ ਬਣਾਉਂਦੇ ਸੀਗੇ ਲੇਡੀਜ਼ ਦੀਆਂ, ਜਦੋਂ ਉਹਨਾਂ ਨੂੰ ਫੜਿਆ ਉਹਨਾਂ ਦੀਆਂ ਵੀਡੀਓਜ਼ ਬਣਾਈਆਂ, ਉਹਨਾਂ ਨਾਲ ਗੱਲਬਾਤ ਕਰੀ ਤਾਂ ਉੱਥੇ ਵਿਦਨ 10 ਮਿੰਟਸ 15 ਮਿੰਟਸ ਜਿਹੜੇ ਉੱਥੇ ਦੇ ਥਾਣੇ ਦੇ ਅਹੁਦੇਦਾਰ ਸੀਗੇ ਉਹ ਵੀ ਪਹੁੰਚ ਗਏ, ਉਹਨਾਂ ਨੂੰ ਥਾਣੇ ਦੇ ਵਿੱਚ ਲੈ ਗਏ। ਪਰ ਜਦੋਂ ਲੋਕਾਂ ਨੇ ਉਹਨਾਂ ਤੋਂ ਪੁੱਛਿਆ ਕਿ ਤੁਸੀਂ ਕਿੱਥੋਂ ਆਏ ਹੋ ਤਾਂ ਉਹ ਕਹਿੰਦੇ ਜੀ ਸਾਨੂੰ DC ਦਫ਼ਤਰ ਵਾਲਿਆਂ ਨੇ ਅਪੁਆਇੰਟ ਕੀਤਾ ਹੋਇਆ ਤੇ ਸਾਡਾ ਸਮਾਨ ਵੀ ਉੱਥੇ ਪਿਆ। ਸੋ ਕਿੰਨੇ ਤਰ੍ਹਾਂ ਦੇ ਲੋਕ ਨੇ ਜਿਹੜੇ ਇਸ ਮੂਵਮੈਂਟ ਦੇ ਵਿੱਚ ਤੁਰੇ ਫਿਰਦੇ ਨੇ। ਸੋ ਹੁਣ ਕੀ ਲੇਟੈਸਟ ਅਪਡੇਟ ਆ ਜਿਹੜੀ ਇਹ ਮੂਵਮੈਂਟ ਆ ਇਸ ਨੂੰ ਬਦਨਾਮ ਕਰਨ ਦੀ ਕਿਤੇ ਨਾ ਕਿਤੇ ਜਾ ਕੇ ਕੋਸ਼ਿਸ਼ ਜਿਹੜੀ ਹੋ ਰਹੀ ਹੈ। ਕਮਲ ਜੀ ਇਹ ਵੀ ਆਪਾਂ ਇਸ ਤਰੀਕੇ ਨਾਲ ਇਸ ਨੂੰ ਸਮਝ ਸਕਦੇ ਹਾਂ ਕਿ ਦੇਖੋ 41-42 ਦਿਨ ਹੋ ਗਏ ਹੈ ਇਸ ਮੋਰਚੇ ਨੂੰ ਲੱਗੇ ਦਿੱਲੀ ਦੇ ਬਾਰਡਰ ਦੇ ਉੱਪਰ। ਇਹ ਵੀ ਇਤਿਹਾਸਕ ਮੋਰਚਾ ਬਣ ਗਿਆ, ਦੇਖੋ ਕਿਸ ਤਰੀਕੇ ਦੇ ਨਾਲ ਅਜੇ ਤੱਕ ਪੀਸਫੁਲੀ ਚੱਲ ਰਿਹਾ। ਪਰ ਸਰਕਾਰਾਂ ਜਿਹੜੀਆਂ ਹੁੰਦੀਆਂ ਤੁਹਾਨੂੰ ਪਤਾ ਹੈ ਕਿ ਸਾਮ ਦਾਮ ਦੰਡ ਭੇਦ ਹਰ ਚੀਜ਼ ਜਿਹੜਾ ਉਸ ਦੀ ਵਰਤੋਂ ਕਰਦੀਆਂ, ਹਰ ਹਿੱਲਾ ਵਰਤਦੀਆਂ। ਤੇ ਇਸ ਤਰੀਕੇ ਦੇ ਨਾਲ ਕਿਸ ਤਰੀਕੇ ਨਾਲ ਮੋਰਚਾ ਜਿਹੜਾ ਹੈਗਾ ਉਹ ਖਤਮ ਹੋਵੇ, ਉਸ ਨੂੰ ਢਾਲ ਲੱਗੇ, ਤਾਰਪੀੜੋ ਕਰਨਾ ਹੈਗਾ, ਬਦਨਾਮ ਕਰਨਾ ਹੈਗਾ, ਕੋਈ ਨਾ ਕੋਈ ਕੜੀ ਤਾਂ ਲੱਭਣੀ ਹੁੰਦੀ ਹੈ। ਤੇ ਅੱਜ ਜਿਹੜਾ ਇੰਸੀਡੈਂਟ ਸਾਹਮਣੇ ਆਇਆ ਮਤਲਬ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜੇ ਵਿਜੀਲੈਂਟ ਜਿਹੜੇ ਕਿਸਾਨ ਆ ਉਹਨਾਂ ਦਾ ਵੀ ਗਰੁੱਪ ਬਣਾਇਆ ਹੋਇਆ ਜਿਹੜਾ ਕਿ ਨਜ਼ਰ ਰੱਖਦੇ ਨੇ ਸਾਰੇ ਥਾਂ ਦੇ ਉੱਪਰ ਕਿ ਜਿਹੜੇ ਉੱਥੇ ਕਿਸਾਨ ਨੇ ਓਰੀਜਨਲੀ ਪੰਜਾਬ ਹਰਿਆਣਾ ਦੇ ਹੈਗੇ ਵੀ ਹੈ ਜਾਂ ਕਿਸਾਨੀ ਭੇਸ ਦੇ ਵਿੱਚ ਆ ਕੇ ਉੱਥੇ ਜਿਹੜਾ ਹੈ ਗਲਤ ਕੰਮ ਕਰ ਰਿਹਾ ਹੈ ਜਾਂ ਉਹਨਾਂ ਦੀ ਸੂਹ ਲੈ ਰਿਹਾ ਹੈ ਜਾਂ ਕੁਝ ਪਲਾਨ ਕਰ ਰਿਹਾ ਹੈ, ਉਹਨਾਂ ਪਰ ਨਜ਼ਰ ਰੱਖ ਰਿਹਾ, ਇਹ ਵੀ ਚੀਜ਼ਾਂ ਚੱਲਦੀਆਂ। ਤੇ ਇਸੇ ਦੌਰਾਨ ਜਿਹੜਾ ਹੈਗਾ 2-4 ਸ਼ਖਸ ਅਜਿਹੇ ਜਿਹੜੇ ਹੈ ਉਹਨਾਂ ਨੇ ਜਿਹੜੇ ਕਾਬੂ ਕੀਤੇ ਜਿਨ੍ਹਾਂ ਨੇ ਸਿੱਖੀ ਸਰੂਪ ਦੇ ਵਿੱਚ ਜਿਹੜਾ ਹੈਗਾ ਉਸ ਦੇ ਪ੍ਰੋਪਰ ਉਸੇ ਬਾਣੇ ਦੇ ਵਿੱਚ ਉੱਥੇ ਪਹੁੰਚੇ ਹੋਏ ਸੀਗੇ। ਉਹਨਾਂ ਦੇ ਕੋਲੋਂ ਜਿਹੜਾ ਹੈ ਸ਼ਰਾਬ ਦੀਆਂ ਬੋਤਲਾਂ ਵੀ ਸੀਗੀਆਂ, ਨਕਲੀ ਨੋਟ ਜਿਹੜੇ ਸੀਗੇ ਜਿਹੜੇ ਪੁਰਾਣੇ ਨੋਟ ਹੁਣ ਬੰਦ ਹੋ ਗਏ ਆ ਉਹ ਵੀ ਉਹਨਾਂ ਦੇ ਕੋਲ ਸੀਗੇ, ਤੇ ਜਿਹੜਾ ਹੈ ਕੁਝ ਸਮੋਕਿੰਗ ਵਾਲਾ ਜਿਹੜਾ ਸਮਾਨ ਸੀਗਾ ਉਹ ਵੀ ਉਹਨਾਂ ਦੇ ਕੋਲ ਸੀਗਾ। ਤੇ ਉਹ ਜਿਹੜੇ ਹੈ ਮੋਰਚੇ ਦੇ ਲਾਗੇ ਜਿਹੜੇ ਘੁੰਮਦੇ ਦਿਖਾਈ ਦਿੱਤੇ। ਹੁਣ ਤੁਸੀਂ ਸੋਚੋ ਕਿ ਜਿਹੜੇ ਮਤਲਬ ਕਿ ਸਿੱਖ ਹੈ ਹੀ ਨਹੀਂ ਤੇ ਤੁਸੀਂ ਪਗੜੀ ਬਣ ਕੇ ਘੁੰਮ ਰਹੇ ਹੋ, ਤੁਸੀਂ ਜਿਹੜੀ ਹੈ ਦਸਤਾਰ ਸਜਾਈ ਹੋਈ ਹੈ ਤੇ ਤੁਸੀਂ ਪੂਰੇ ਸਿੱਖੀ ਬਾਣੇ 'ਚ ਘੁੰਮ ਰਹੇ ਹੋ, ਜਦ ਕਿ ਤੁਸੀਂ ਹੈਗੇ ਕਿਸੇ ਹੋਰ ਰਿਲੀਜਨ ਦੇ ਹੋ ਤੇ ਜਾਣ ਬੁੱਝ ਕੇ ਉਸਦੇ ਨੇੜੇ ਘੁੰਮਣ ਦਾ ਕੀ ਮਕਸਦ ਹੈਗਾ? ਤੁਹਾਡੇ ਕੋਲ ਸ਼ਰਾਬ ਵੀ ਹੈਗੀ ਹੈ, ਤੁਹਾਡੇ ਕੋਲ ਪੁਰਾਣੇ ਨੋਟ ਜਿਹੜੇ ਬੰਦ ਹੋ ਚੁੱਕੇ ਆ ਤੁਹਾਡੇ ਕੋਲ ਉਹ ਵੀ ਹੈਗੇ ਆ, ਫਿਰ ਤੁਹਾਡੇ ਕੋਲ ਬੀੜੀ ਜਰਦਾ ਸਿਗਰਟ ਤੱਕ ਆਹ ਚੀਜ਼ਾਂ ਵੀ ਹੈਗੀਆਂ, ਫਿਰ ਤੁਸੀਂ ਕਰ ਕੀ ਰਹੇ ਹੋ? ਇੱਥੋਂ ਮਤਲਬ ਕਿ ਸਵਾਲ ਫਿਰ ਇਹ ਖੜਾ ਹੁੰਦਾ ਫਿਰ ਤੁਸੀਂ ਕੀ ਕਰ ਰਹੇ ਹੋ? ਕਿਤੇ ਨਾ ਕਿਤੇ ਸ਼ੱਕ ਤਾਂ ਫਿਰ ਜਾਂਦਾ ਹੀ ਹੈ। ਡੈਫੀਨਿਟਲੀ ਜੀ। ਤੇ ਫਿਰ ਇਹ ਲੋਕਾਂ ਨੇ ਫੜੇ ਨੇ ਜੀ ਉੱਤੇ ਤੇ ਫੜ ਕੇ, ਤੇ ਮੈਨੂੰ ਲੱਗਦਾ ਨਾਲ ਕਟਾਪਾ ਵੀ ਹੋਇਆ ਹੋਣਾ ਜ਼ਰੂਰ। ਬਿਲਕੁਲ, ਮਤਲਬ ਕਿ ਉਹ ਜਿਹੜੀ ਉਹਨਾਂ ਦਾ ਜਿਹੜਾ ਮਾਨ ਸਨਮਾਨ ਜਿਹੜਾ ਬਣਦਾ ਸੀ ਜਿਹੜਾ ਉਹ ਕਰ ਦਿੱਤਾ ਗਿਆ, ਪਰ ਨਾਲ ਹੀ ਨਾਲ ਜਿਹੜਾ ਹੈ ਅਥਾਰਟੀਜ਼ ਨੂੰ ਵੀ ਰਿਪੋਰਟ ਕਰ ਦਿੱਤਾ ਗਿਆ ਕਿ ਇਹ ਗਲਤ ਹੈਗਾ। ਇਹ ਜਿਹੜੇ ਸ਼ਰਾਰਤੀ ਅਨਸਰ ਹੈਗੇ ਆ ਮਤਲਬ ਕਿ ਇਹ ਸਾਡੇ ਲੋਕਾਂ 'ਚ ਆ ਕੇ ਜਿਹੜਾ ਹੈ ਗਲਤ ਕੰਮ ਕਰਨ ਦੀ ਕੋਸ਼ਿਸ਼ਾਂ ਕਰਦੇ ਨੇ, ਸੋ ਲਿਹਾਜ਼ਾ ਇਹਨਾਂ ਦੇ ਉੱਪਰ ਨੱਥ ਪਾਈ ਜਾਵੇ। ਬਿਲਕੁਲ, ਉਹਦੇ ਬਾਰੇ ਅਲਰਟ ਰਹਿਣ ਦੀ ਜ਼ਰੂਰਤ ਆ। ਜਿੰਨੇ ਵੀ ਉੱਥੇ ਸਾਡੇ ਦੋਸਤ ਬੈਠੇ ਨੇ ਜੀ ਉਹਨਾਂ ਨੂੰ ਅਲਰਟ ਜ਼ਿਆਦਾ ਰਹਿਣ ਦੀ ਜ਼ਰੂਰਤ ਆ, ਕਿਉਂਕਿ ਇਹ ਜਿਹੜੀਆਂ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਨੇ ਨਾ ਇਹ ਤਾਂ ਹੋਣੀਆਂ ਹੀ ਹੋਣੀਆਂ ਨੇ। ਇਹ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਅੱਜ ਨਹੀਂ, ਇਹ ਪਹਿਲੇ ਦਿਨ ਤੋਂ ਸਟਾਰਟ ਆ। ਸੋ ਇਹਦੇ ਵਿੱਚ ਬੜੇ ਇਸ ਤਰ੍ਹਾਂ ਦੇ ਭੈੜੇ ਅਨਸਰ ਨੇ ਜਿਹੜੇ ਉਹ ਵੜਦੇ ਨੇ, ਇਹਨੂੰ ਦਫਾੜ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਣੀ ਆ। ਜਿਸ ਤਰ੍ਹਾਂ ਅਸੀਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਲੱਖੇ ਸਿਧਾਣੇ ਯਾਰ ਦੀਪ ਸਿੱਧੂ ਦੀ ਗੱਲ ਕੀਤੀ ਸੀ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪਏਗਾ। ਅਗਰ ਲੀਡਰਾਂ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਆ, ਪਰ ਅਗਰ ਇਸ ਤਰ੍ਹਾਂ ਦੇ ਕੋਈ ਅਨਸਰ ਵੜਦੇ ਆ ਵਿੱਚ ਤਾਂ ਉਹਨਾਂ ਦੇ ਉੱਤੇ ਨਜ਼ਰ ਰੱਖਣੀ ਪਊਗੀ ਔਰ ਉਹਨਾਂ ਦਾ ਬਣਦਾ ਜਿਹੜਾ ਮਾਣ ਸਤਿਕਾਰ ਆ ਉਹ ਵੀ ਕਰਨਾ ਪਊਗਾ, ਤਾਂ ਕਿ ਜਿਹੜੇ ਬਾਕੀ ਲੋਕ ਨੇ ਉਹ ਚੀਜ਼ ਤੋਂ ਅਲਰਟ ਹੋ ਜਾਣ ਕਿ ਅਗਰ ਅਸੀਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਾਂਗੇ ਤਾਂ ਸਾਡਾ ਵੀ ਜਿਹੜਾ ਹਸ਼ਰ ਆ ਉਹ ਇਹੀ ਹੋਣਾ ਆ। ਸੋ ਬੀਬੀਆਂ ਸਾਡੀਆਂ ਇਸ ਜਿਹੜਾ ਮੂਵਮੈਂਟ ਆ ਇਸ ਐਜੀਟੇਸ਼ਨ ਦੇ ਵਿੱਚ ਪਹਿਲੇ ਦਿਨ ਤੋਂ ਜੁੜੀਆਂ ਹੋਈਆਂ ਨੇ ਜੀ, ਔਰ ਬਹੁਤ ਉੱਥੇ ਪਹੁੰਚੀਆਂ ਵੀ ਹੋਏ ਨੇ ਵੱਡੇ ਤਾਦਾਦ ਦੇ ਵਿੱਚ। ਸੋ ਜਿਸ ਤਰ੍ਹਾਂ ਦੇ ਨਾਲ 41-42 ਦਿਨ ਦਿੱਲੀ ਦੇ ਵਿੱਚ ਹੋ ਗਏ ਨੇ, ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜਾ ਧਰਨਾ ਲੱਗਿਆ ਰਿਹਾ, ਰਿਜ਼ਲਟ ਕੋਈ ਨਹੀਂ ਨਿਕਲਿਆ। ਸੋ ਵੱਖੋ ਵੱਖਰੇ ਜਿਹੜੇ ਨਾਮ ਨੇ ਮੋਦੀ ਸਾਹਿਬ ਨੂੰ ਲੋਕ ਕਹਿ ਰਹੇ ਨੇ, ਕਿਉਂਕਿ ਉਹ ਟਸ ਤੋਂ ਮਸ ਨਹੀਂ ਹੋ ਰਹੇ। ਕੋਈ ਉਹਨਾਂ ਨਾਲ ਹਿਟਲਰ ਦੀ ਜਿਹੜੀ ਉਹਨਾਂ ਨੂੰ ਕੰਪੈਰੀਜ਼ਨ ਕਰਦਾ ਆ, ਕੋਈ ਕਿਸੇ ਹੋਰ ਜਿਹੜੇ ਹੁਣ ਤੱਕ ਧਾੜਵੀ ਰਹੇ ਨੇ ਉਹਨਾਂ ਦੇ ਨਾਲ ਜਿਹੜਾ ਕੰਪੇਅਰ ਕੀਤਾ। ਸੋ ਬੀਬੀ ਨੇ ਜੀ ਜਿਨ੍ਹਾਂ ਨੇ 47 ਆਪਣੇ ਅੱਖੀਂ ਦੇਖੀ, ਸੋ ਉਹਨਾਂ ਨੇ ਜਿਹੜਾ ਕੰਪੈਰੀਜ਼ਨ ਕੀਤਾ ਜੀ ਉਹ ਕੀਤਾ ਬਾਬਰ ਦੇ ਨਾਲ। ਸੋ ਕੀ ਪੂਰੀ ਖਬਰ ਆ ਜੀ? ਤੁਸੀਂ ਦੇਖ ਲਓ 87 ਵਰਿਆਂ ਦੇ ਬੀਬੀ ਜੀ ਨੇ ਲਖਵਿੰਦਰ ਕੌਰ, ਤੇ ਖਾਸ ਤੌਰ ਦੇ ਉੱਪਰ ਇਹ ਸਾਰਿਆਂ ਨੂੰ ਉੱਥੇ ਨੌਜਵਾਨਾਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ ਹੋਏ ਸੀਗੇ ਤੇ ਅਜੇ ਤੱਕ ਉੱਥੇ ਡਟੇ ਹੋਏ ਨੇ। ਤੇ ਉਹਨਾਂ ਨੇ ਦੇਖੋ 47 ਦੀ ਵੰਡ ਵੀ ਦੇਖੀ ਆ, 84 ਦਾ ਜਿਹੜਾ ਦੁਖਾਂਤ ਹੈ ਉਹ ਵੀ ਆਪਣੇ ਅੱਖੀ ਵੇਖਿਆ,
ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਆਪ ਵੇਖੀਆਂ ਤੇ ਅੱਜ ਵਾਲਾ ਜਿਹੜਾ ਉੱਥੇ ਪ੍ਰੋਟੈਸਟ ਹੋ ਰਿਹਾ, ਇੰਨੀ ਵੱਡੀ ਮੂਵਮੈਂਟ ਜਿਹੜੀ ਹੈ ਉਸ ਨੂੰ ਵੀ ਉਹਨਾਂ ਨੇ ਵੇਖਿਆ ਤੇ ਉਹਨਾਂ ਨੇ ਜਿਸ ਤਰੀਕੇ ਨਾਲ ਵੇਖਿਆ, ਅੱਖਾਂ ਦੇ ਵਿੱਚ ਹੰਝੂ ਉਹਨਾਂ ਦੇ ਸੀਗੇ ਕਿ ਕਿਸ ਤਰੀਕੇ ਨਾਲ 47 ਵੀ ਯਾਦ ਆ ਗਈ, 84 ਵੀ ਯਾਦ ਆ ਗਈ ਕਿ ਉਹੀ ਸਮਾਜ ਮੁੜ ਤੋਂ ਦਿਖਾਈ ਦੇ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਆਪਣੇ ਹੀ ਕਿਸਾਨ ਆਪਣੇ ਮੁਲਕ ਦੇ ਵਿੱਚ ਸੜਕਾਂ ਤੇ ਰੁਲਣ ਨੂੰ ਮਜਬੂਰ ਹੋ ਰਹੇ ਆ ਤੇ ਆਪਣੀ ਹੀ ਸਰਕਾਰ ਦੇ ਮੂਹਰੇ ਉਹ ਅਪੀਲਾਂ ਕਰਦੇ ਜਿਹੜੇ ਹੈ ਥੱਕ ਨਹੀਂ ਰਹੇ, ਪਰ ਸਰਕਾਰ ਸੁਣਨ ਤੋਂ ਜਿਹੜਾ ਹੈ ਕਿਨਾਰਾ ਕਰ ਰਹੀ ਹੈ ਕਿ ਇਹ ਜਿਹੜੀ ਗੱਲ ਹੈ ਇਹਨਾਂ ਦੀ ਪੂਰੀ ਨਹੀਂ ਹੋ ਸਕਦੀ। 42 ਦਿਨ ਦੇਖੋ, ਇਹ ਤਾਂ ਇਮਤਿਹਾਨ ਲੈਣ ਵਾਲੀ ਗੱਲ ਹੋਗੀ ਨਾ। ਬਿਲਕੁਲ ਦੇਖੋ ਤੁਸੀਂ 100 ਦਿਨ ਵੀ ਟਿਕੋਗੇ, 50 ਦਿਨ ਟਿਕੋਗੇ, ਦੇਖਦੇ ਕਿੰਨੇ ਦਿਨ ਟਿਕਦੇ ਹੋ, ਤੇ ਉਹੀ ਗੱਲ ਹੋਗੀ। ਸੋ ਮਾਤਾ ਜੀ ਨੇ ਇਹੀ ਕਿਹਾ ਕਿਤੇ ਨਾ ਕਿਤੇ, ਉਸ ਬੀਬੀ ਜੀ ਨੇ, ਲਖਵਿੰਦਰ ਕੌਰ ਹਰਾਂ ਨੇ, ਕਿ ਇਹ ਜਿਹੜਾ ਅੱਜ ਦਾ ਸਮਾਂ ਹੈਗਾ ਇਹ ਤਾਂ ਪੁਰਾਣੇ ਦਿਨ ਜਿਹੜੇ ਸੀਗੇ ਜਦੋਂ ਮੁਗਲ ਆਉਂਦੇ ਹੁੰਦੇ ਸੀਗੇ, ਜਦੋਂ ਬਾਬਰ ਜਾਬਰ ਜਿਹੜੇ ਉਹ ਆਉਂਦੇ ਸੀਗੇ, ਔਰੰਗਜ਼ੇਬ ਸੀਗਾ, ਜਿਨ੍ਹਾਂ ਨੇ ਜਿਹੜਾ ਤਸ਼ੱਦਦਾਂ ਕੀਤੀਆਂ, ਜਿਹੜਾ ਉਹਨਾਂ ਦੇ ਉੱਪਰ ਜਿਹੜਾ ਹੈ ਕਹਿਰ ਹਟਾਇਆ, ਅੱਜ ਉਹੀ ਚੀਜ਼ਾਂ ਜਿਹੜੀਆਂ ਮੁੜ ਤੋਂ ਅੱਖਾਂ ਦੇ ਮੂਹਰੇ ਆ ਗਈਆਂ। ਬਿਲਕੁਲ। ਔਰ ਗੌਰਵ ਜੀ ਦੇਖੋ, ਇੱਕ ਚੀਜ਼ ਕਿੰਨੀ ਸਮਝਣ ਦੀ ਜ਼ਰੂਰਤ ਆ ਕਿ ਪਹਿਲਾਂ ਚਾਹੇ ਆਪਾਂ ਇਹਨਾਂ ਧਾੜਵੀਆਂ ਦੀ ਗੱਲ ਕਰ ਲਈਏ, ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਆਪਣਾ ਜਦੋਂ ਦੇਸ਼ ਆਜ਼ਾਦ ਹੋਇਆ ਉਸ ਤੋਂ ਪਹਿਲਾਂ ਲੋਕ ਗੱਲਾਂ ਕਰਦੇ ਰਹੇ ਨੇ ਕਿ ਜੀ ਅਸੀਂ ਆਜ਼ਾਦ ਹੋ ਗਏ ਕੀ, ਪਰ ਅਸੀਂ ਐਕਚੁਅਲ ਦੇ ਵਿੱਚ ਰਿਐਲਿਟੀ ਦੇ ਵਿੱਚ ਕੀ ਅਸੀਂ ਆਜ਼ਾਦ ਹੈਗੇ ਆ? ਸਾਨੂੰ ਤਾਂ ਆਜ਼ਾਦ ਆਪਣਿਆਂ ਨੇ ਨਹੀਂ ਹੁਣ ਤੱਕ ਹੋਣ ਦਿੱਤਾ। ਇੱਕ ਵੱਡਾ ਸੋਚਣ ਦੀ ਹੈ, ਠੀਕ ਹੈ, ਮਨਾ ਰਹੇ ਨੇ, ਗਣਤੰਤਰ ਦਿਵਸ ਮਨਾ ਲਓ, ਸਾਰਾ ਕੁਝ ਮਨਾ ਲਓ, ਪਰ ਰਿਐਲਿਟੀ ਤਾਂ ਇਹ ਆ ਕਿ ਰਿਐਲਿਟੀ ਦੇ ਵਿੱਚ ਲੋਕ ਉੱਥੇ ਦੇ ਆਜ਼ਾਦ ਹਜੇ ਤੱਕ ਨਹੀਂ ਹੈਗੇ। ਅਗਰ ਆਜ਼ਾਦ ਹੁੰਦੇ ਤਾਂ ਆਹ ਨੌਬਤ ਜਿਹੜੀ ਅੱਜ ਪਹੁੰਚੀ ਹੋਈ ਆ, ਇਹ ਨੌਬਤ ਆਉਣੀ ਨਹੀਂ ਸੀ ਚਾਹੀਦੀ। ਸੋ ਕੰਪੇਅਰ ਆਪਾਂ ਕਰ ਸਕਦੇ ਹਾਂ ਪੁਰਾਣੇ ਧਾੜਵੀਆਂ ਦੇ ਨਾਲ, ਕਰ ਸਕਦੇ ਹਾਂ ਗੋਰਿਆਂ ਦੀ ਹਕੂਮਤ ਦੇ ਨਾਲ, ਕਰ ਸਕਦੇ ਹਾਂ ਕਿ ਕਿਤੇ ਨਾ ਕਿਤੇ ਜਾ ਕੇ ਅਸੀਂ ਦਿਨ ਸਾਰੇ ਮਨਾਉਂਦੇ ਹਾਂ ਕਿ ਜੀ ਅਸੀਂ ਆਪਣੇ ਆਪ ਨੂੰ ਆਜ਼ਾਦ ਕਰ ਲਿਆ, ਪਰ ਰਿਐਲਿਟੀ ਦੇ ਵਿੱਚ ਆਜ਼ਾਦ ਲੋਕ ਆਮ ਭਾਰਤ ਦੇ ਹਜੇ ਵੀ ਇਹਨਾਂ ਲੋਕਾਂ ਦੇ ਚੁੰਗਲ ਦੇ ਵਿੱਚੋਂ ਨਹੀਂ ਹੋਏ, ਉੱਥੋਂ ਨਿਕਲੇ ਸੀ ਤੇ ਦੂਜੇ ਚੁੰਗਲ ਦੇ ਵਿੱਚ ਫਸ ਗਏ। ਔਰ ਹਜੇ ਤੱਕ ਸੇਮ ਉਹੀ ਗੱਲਾਂ ਬਾਤਾਂ ਨੇ ਜਿਹੜੀਆਂ ਗੁਲਾਮੀ ਵਾਲੀਆਂ ਕਹਿ ਸਕਦੇ ਹਾਂ, ਜਾਂ ਕਿਸੇ ਦੇ ਅੰਡਰ ਰਹਿਣੇ ਵਾਲੀਆਂ ਜਿਹੜੀਆਂ ਗੱਲਾਂ ਬਾਤਾਂ ਨੇ, ਲੋਕਾਂ ਨੂੰ ਦਬਾਉਣ ਦਾ ਜੋ ਪਹਿਲਾ ਸਿਲਸਿਲਾ ਚੱਲਦਾ ਸੀਗਾ, ਉਹ ਸੇਮ ਅੱਜ ਵੀ ਉਸੇ ਤਰ੍ਹਾਂ ਦੇ ਨਾਲ ਜਾਰੀ ਹੈ। ਉਹੀ ਚੱਲ ਰਿਹਾ, ਐਗਜ਼ੈਕਟਲੀ ਉਹੀ ਚੱਲ ਰਿਹਾ। ਦੇਖੋ ਕਿ ਸਾਡੇ ਬਜ਼ੁਰਗ ਜਿਹੜੇ ਉੱਥੇ ਬੈਠੇ ਨੇ, ਮਤਲਬ ਕਿ ਉਹਨਾਂ ਨੇ ਪਹਿਲੇ ਇੰਨਾ ਕੁਝ ਚੱਲਿਆ ਕਿ ਅਜੇ ਕੁਝ ਰਹਿੰਦਾ ਸੀਗਾ, ਕੋਈ ਕਸਰ ਰਹਿੰਦੀ ਸੀ। ਜਦੋਂ ਅੰਗਰੇਜ਼ਾਂ ਨੂੰ ਆਪਣੇ ਮੁਲਕ ਤੋਂ ਨਠਾਇਆ ਗਿਆ ਤੇ ਮੁਲਕ ਨੇ, ਸਾਡੇ ਉਹਨਾਂ ਬਜ਼ੁਰਗਾਂ ਨੇ ਸਾਹ ਲਿਆ ਕਿ ਹੁਣ ਅਸੀਂ ਕੁਝ ਕਰਾਂਗੇ, ਆਪਣੇ ਮੁਲਕ ਦੇ ਵਿੱਚ ਹੈਗੇ ਆਜ਼ਾਦ ਜਿਹੜਾ ਹਿੰਦ ਜਿਸ ਗੱਲ ਕਰਦੇ ਸੀ, ਹੁਣ ਸਾਡੀ ਹਵਾ ਆਪਣੀ ਹੈਗੀ ਹੈ, ਧਰਤੀ ਆਪਣੀ, ਆਸਮਾਨ ਆਪਣਾ, ਤੇ ਹੁਣ ਅਸੀਂ ਆਪਣੇ ਮੁਲਕ ਦੇ ਵਿੱਚ ਸਕੂਨ ਦੇ ਨਾਲ ਰਵਾਂਗੇ। ਪਰ ਕਿਸੇ ਨੂੰ ਕੀ ਪਤਾ ਸੀਗਾ ਕਿ 47 ਚ ਜਦੋਂ ਅੰਗਰੇਜ਼ ਗਏ ਸੀ, ਉਸ ਤੋਂ ਬਾਅਦ ਅਜਿਹੇ ਦਿਨ ਵੀ ਆਣਗੇ। ਆਪਣੀ ਹੀ ਸਰਕਾਰਾਂ ਦੇ ਮੋਹਰੇ ਜਿਹੜਾ ਉਹਨਾਂ ਨੂੰ ਅਪੀਲਾਂ ਕਰਨੀਆਂ ਪੈਣਗੀਆਂ, ਸੜਕਾਂ ਤੇ ਰੁਲਣਾ ਪਏਗਾ, ਬਾਰਿਸ਼ਾਂ ਦੇ ਦਿਨਾਂ ਦੇ ਵਿੱਚ ਪਾਣੀ ਹੋਣਾ ਪਏਗਾ, ਤੇ ਉਸੇ ਦੇ ਕਰਕੇ ਉਹਨਾਂ ਦੀਆਂ ਜਾਨਾਂ ਜਾਣਗੀਆਂ। ਮਤਲਬ ਕਿ ਇਹ ਇਮਤਿਹਾਨ ਕਿਉਂ? ਫਿਰ ਅਸੀਂ ਕਹਿੰਦੇ ਸਾਡਾ ਲੋਕਤੰਤਰ ਬਹੁਤ ਵਧੀਆ, ਸਾਡਾ ਜਿਹੜਾ ਡੈਮੋਕ੍ਰੈਟਿਕ ਸਿਸਟਮ ਬਹੁਤ ਵਧੀਆ, ਸਾਡੀ ਮੈਨੇਜਮੈਂਟ ਬਹੁਤ ਵਧੀਆ। ਇਹ ਤਾਂ ਤੁਸੀਂ ਟੈਸਟ ਲੈ ਰਹੇ ਹੋ ਕਿ ਤੁਸੀਂ ਤਖਤ ਦੇ ਉੱਪਰ ਬੈਠ ਗਏ ਹੋ ਤੇ ਲੋਕ ਜਿਹੜੇ ਆ ਉਹ ਥੱਲੇ ਹੈਗੇ ਆ, ਤੇ ਤੁਸੀਂ ਜੋ ਬੋਲੋਗੇ ਅਸੀਂ ਆਪਣੀ ਮਰਜ਼ੀ ਨਾਲ ਸੁਣਾਂਗੇ, ਮਰਜ਼ੀ ਨਾਲ ਹੀ ਕਰਾਂਗੇ। ਇਹ ਉਸ ਤਰੀਕੇ ਦਾ ਜਿਹੜਾ ਰਵੱਈਆ ਹੈ, ਇਹ ਅੱਜ ਜਿਹੜੇ ਲੋਕ ਹੈ ਉਹ ਜਾਣਨਾ ਚਾਹੁੰਦੇ ਆ ਜਿਹਾ ਕਿਉਂ ਹੈਗਾ। ਪਰ ਅਜੇ ਤੱਕ ਇਹ ਸਾਰੀ ਚੀਜ਼ ਜਿਹੜੀ ਕਮਲ ਜੀ ਹੈਗੀ ਹੈ, ਅਜੇ ਤੱਕ ਕੇਂਦਰ ਸਰਕਾਰ ਨੂੰ ਇਹੀ ਲੱਗ ਰਿਹਾ ਹੈ ਕਿ ਜਿਹੜੀ ਇਹ 40 ਜਥੇਬੰਦੀਆਂ ਹੈਗੀਆਂ, ਪੰਜਾਬ, ਹਰਿਆਣਾ, ਕੁਝ ਯੂਪੀ ਦੀਆਂ, ਤੇ ਇਹੀ ਜਿਹੜੀ ਮੂਵਮੈਂਟ ਨੂੰ ਲੀਡ ਕਰ ਰਹੀਆਂ। ਮੁਲਕ ਦੀਆਂ ਜਿਹੜੀਆਂ ਹੋਰ ਜਥੇਬੰਦੀਆਂ ਉਹਨਾਂ ਦਾ ਕਹਿਣਾ ਕਿ ਉਹ ਤਾਂ ਸਾਰੀ ਪੋਜ਼ਿਟਿਵ ਰਿਪੋਰਟ ਦੇ ਰਹੀਆਂ, ਉਹ ਤਾਂ ਕਾਨੂੰਨ ਤੋਂ ਖੁਸ਼ ਹੈਗੀਆਂ। ਬਿਲਕੁਲ ਬਿਲਕੁਲ ਇਹੀ ਹੈ ਨਾ ਜੀ, ਡੈਮੋਕ੍ਰੇਸੀ ਦਾ ਨਾਮ ਲਿਆ ਜਾਂਦਾ, ਪਰ ਡੈਮੋਕ੍ਰੇਸੀ ਹੈ ਕਿੱਥੇ ਆ? ਕਿਤੇ ਵੀ ਨਹੀਂ, ਕਿਤੇ ਨਜ਼ਰ ਨਹੀਂ ਆ ਰਹੀ। ਸਾਡੇ ਸਾਹਮਣੇ ਹੀ ਆ ਕਿ ਡੈਮੋਕ੍ਰੇਸੀ ਨਹੀਂ, ਇਹਨੂੰ ਕਹਿ ਸਕਦੇ, ਇਹਨੂੰ ਆਪਾਂ ਡਿਕਟੇਟਰਸ਼ਿਪ ਆ ਜਿਹੜੀ ਉਹ ਕਹਿ ਸਕਦੇ ਆ ਕਿ ਡਿਕਟੇਟਰ ਬਣੇ ਹੋਏ ਆ, ਔਰ ਡਿਕਟੇਟਰਸ਼ਿਪ ਦੇ ਹਿਸਾਬ ਦੇ ਨਾਲ ਜਿਹੜਾ ਸਾਰਾ ਕੁਝ ਆ ਉਹ ਚੱਲ ਰਿਹਾ। ਔਰ ਨਾਲ ਜਿਹੜੀ ਹੈਗੀ ਹੈ ਜੀ, ਆਪਾਂ ਨੇ ਗੱਲ ਕਰੀਏ ਆਪਣੇ ਮਾਤਾ ਜੀ ਜਿਹੜੇ ਅੰਤਰਰਾਸ਼ਟਰੀ ਖਿਡਾਰੀ ਨੇ, ਉਹਨਾਂ ਦੇ ਨੇ ਵੀ ਮਰਨ ਵਰਤ ਰੱਖਿਆ। ਉਸ ਤੋਂ ਪਹਿਲਾਂ ਕਾਲ ਆ ਜੀ ਆਪਣੇ ਨਾਲ, ਇੱਕ ਆਪਾਂ ਕਾਲ ਲੈ ਲਈਏ ਜੀ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਹਾਂਜੀ ਸਾਹਿਬ ਤੇ ਵਾਲੀਆ ਸਾਹਿਬ, ਸਤਿ ਸ਼੍ਰੀ ਅਕਾਲ ਦੋਨਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਵਧੀਆ ਪ੍ਰੋਗਰਾਮ ਕਰ ਰਹੇ ਹੋ, ਬਹੁਤ ਵਧੀਆ ਲੱਗ ਰਿਹਾ ਤੇ ਮੈਂ ਸਾਂਝੀ ਕਰ ਰਿਹਾ ਜੀ। ਥੋੜੀ ਜਿਹੀ ਆਵਾਜ਼ ਘੱਟ ਆ ਰਹੀ ਹੈ ਗੌਰਵ ਜੀ, ਤੁਹਾਨੂੰ ਸੁਣਦੀ ਹੈ ਆਵਾਜ਼ ਕਿ ਠੀਕ ਹੈ? ਆਵਾਜ਼ ਨਹੀਂ ਸੁਣ ਪਾ ਰਹੀ ਉਹਨਾਂ ਦੀ, ਨਹੀਂ ਸੁਣ ਪਾ ਰਹੀ, ਥੋੜੀ ਜਿਹੀ ਡਿਸਟਰਬੈਂਸ ਹੈ ਜੀ। ਹੈਲੋ ਹਾਂਜੀ, ਹੁਣ ਕਿਵੇਂ ਹੈ? ਹਾਂਜੀ ਹੁਣ ਠੀਕ ਹੈ ਜੀ, ਮੈਨੂੰ ਹਾਂਜੀ ਜੀ ਬੈਟਰ ਆ ਜੀ। ਹੈਲੋ ਹਾਂਜੀ ਕੰਟੀਨਿਊ ਕਰੋ ਜੀ, ਬੈਟਰ ਆਵਾਜ਼ ਹੁਣ ਅੱਗੇ ਨਾਲੋਂ ਬੈਟਰ। ਹੈਲੋ
ਨਹੀਂ ਜੀ, ਮੈਨੂੰ ਲੱਗਦਾ ਤੁਹਾਡੀ ਨਾ ਕਾਲ ਦੇ ਵਿੱਚ ਡਿਸਟਰਬੈਂਸ ਆ ਜੀ, ਤੁਸੀਂ ਪਲੀਜ਼ ਦੁਬਾਰਾ ਕਾਲ ਕਰ ਲਿਓ, ਆਈ ਥਿੰਕ ਕੋਈ ਪ੍ਰੋਬਲਮ ਆ ਜੀ। ਆਪਾਂ ਜਿਹੜੀ ਮਾਤਾ ਜੀ ਦੀ ਗੱਲ ਆਪਾਂ ਕਰਦੇ ਹਾਂ, ਗੌਰਵ ਜੀ ਕੰਟੀਨਿਊ। ਸੋ ਮਾਤਾ ਜਿਹੜੇ ਉਹ ਅੰਤਰਰਾਸ਼ਟਰੀ ਖਿਡਾਰੀ ਨੇ, ਉਹਨਾਂ ਨੇ ਵੀ ਮਰਨ ਵਰਤ ਰੱਖਿਆ। ਦੇਖੋ, ਦਿੱਲੀ ਕਿਸਾਨ ਮੋਰਚੇ ਤੇ ਇੱਕ ਅੰਤਰਰਾਜੀ ਖਿਡਾਰੀ ਨੇ, ਜ਼ੀਰਕਪੁਰ ਤੋਂ ਰਹਿਣ ਵਾਲਾ ਜਿਹੜਾ ਸ਼ਖਸ ਹੈਗਾ, ਨੌਜਵਾਨ ਉਹ ਲੜਕਾ ਹੈਗਾ, ਤੇ ਉਸਨੇ ਉੱਥੇ ਜਾ ਕੇ ਜਿਹੜਾ ਹੈਗਾ, ਕਿਉਂਕਿ ਜਿਹੜਾ ਭੁੱਖ ਹੜਤਾਲ ਕੀਤੀ ਹੋਈ ਹੈ, ਤੁਹਾਨੂੰ ਪਤਾ 11 ਮਤਲਬ ਕਿ ਜਿਹੜੀ ਜਥੇਬੰਦੀਆਂ ਦੇ ਆਗੂ ਰੋਜ਼ ਬੈਠਦੇ ਨੇ, ਉਹ ਆਪਣੇ ਬੱਚੇ ਨੂੰ ਬੈਠੇ ਦੇਖਿਆ। ਇੱਥੇ ਮਾਤਾ ਜੀ ਨੇ ਉਹਨਾਂ ਦੇ ਜਿਹੜੇ ਬੇਟਾ ਉਹਨਾਂ ਦਾ, ਉਸਨੂੰ ਵੇਖਦੇ ਹੋਏ ਮਾਤਾ ਜੀ ਨੇ ਆਪਣੇ ਘਰੇ ਵਰਤ ਰੱਖ ਲਿਆ, ਮਤਲਬ ਕਿ ਹੜਤਾਲ ਤੇ ਬੈਠ ਗਏ। ਤੇ ਹੁਣ ਉਹਨਾਂ ਦੀ ਤਬੀਅਤ ਇੰਨੀ ਜ਼ਿਆਦਾ ਵਿਗੜ ਗਈ ਕਿ ਹਸਪੀਟਲਾਈਜ਼ ਨੇ ਉਹ, ਮਤਲਬ ਕਿ ਉਹਨਾਂ ਦੀ ਹਾਲਤ ਖਰਾਬ ਹੋ ਗਈ ਹੈ, ਤੇ ਪੁੱਤਰ ਨੂੰ ਉਹਨਾਂ ਤੇ ਵਾਪਸ ਆਉਣਾ ਪਿਆ। ਹੁਣ ਇਸ ਚੀਜ਼ ਤੋਂ ਸਿਰਫ ਇਹ ਪਤਾ ਚੱਲਦਾ ਹੈ ਕਿ ਕਿਸ ਤਰੀਕੇ ਦੇ ਨਾਲ ਸਾਡੇ ਸਾਰੇ ਪੰਜਾਬੀ ਜਿਹੜੇ ਨੇ, ਸਾਡੇ ਕਿਸਾਨੀ ਦੇ ਨਾਲ ਜੁੜੇ ਜਿਹੜੇ ਪਰਿਵਾਰ ਨੇ, ਉਹ ਕਿਸ ਤਰ੍ਹਾਂ ਇਮੋਸ਼ਨਲੀ ਜਿਹੜੇ ਕਨੈਕਟ ਹੈ ਇੱਕ ਦੂਜੇ ਤੋਂ। ਮਾਂ ਜਿਹੜੀ ਘਰ 'ਚ ਬੈਠੇ ਉਡੀਕ ਕਰ ਰਹੀ ਹੈ ਕਿ ਮੇਰਾ ਪੁੱਤਰ ਉਸ ਬਾਰਡਰ ਦੇ ਉੱਪਰ ਗਿਆ। ਦੇਖੋ, ਅਗਰ ਤਾਂ ਬਾਰਡਰ ਪਾਕਿਸਤਾਨ ਵਾਲਾ ਹੁੰਦਾ ਤਾਂ ਕਿਸੇ ਮਾਂ ਨੂੰ ਦੁੱਖ ਨਹੀਂ ਹੋਣਾ ਸੀਗਾ, ਕਿਉਂਕਿ ਉਹ ਖੁਸ਼ੀ ਭੇਜ ਦਿੰਦੀ ਹੈ ਜੰਗ ਦੇ ਮੈਦਾਨ ਦੇ ਵਿੱਚ। ਜਦੋਂ ਬਾਰਡਰ, ਹੁਣ ਆਪਾਂ ਗੱਲ ਕਰਦੇ ਹਾਂ ਸਿੰਘੂ ਟਿੱਕਰੀ ਗਾਜ਼ੀਪੁਰ ਦਾ ਬਾਰਡਰ ਹੈਗਾ, ਤਾਂ ਦੁੱਖ ਇਹ ਹੁੰਦਾ ਕਿ ਸਰਕਾਰ ਤਾਂ ਸਾਡੀ ਸੀ, ਬਣਾਈ ਵੀ ਅਸੀਂ ਸੀ, ਅੱਜ ਉਹੀ ਸਾਡੇ ਨਾਲ ਅਜਿਹਾ ਕਰ ਰਹੀ ਹੈ, ਸਵਾਲ ਤਾਂ ਖੜਾ ਹੁੰਦਾ। ਬਿਲਕੁਲ ਬਿਲਕੁਲ ਸਹੀ ਹੈ ਜੀ, 100%। ਜੀ ਸੰਧੂ ਸਾਹਿਬ, ਤੁਸੀਂ ਲਾਈਨ ਤੇ ਹੋ? हाँ जी, चेक कर लो जो मेरी आवाज। नहीं, ठीक है जी, ठीक है जी, कंटिन्यू करो जी। हाँ जी, मैं पहला सत श्री अकाल ते नंबर 2 ਤੁਹਾਨੂੰ ਦੋਨਾਂ ਨੂੰ, ਵਾਰੀਆ ਸਾਹਿਬ ਨੂੰ ਤੇ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਵੀ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰ ਰਹੇ ਹੋ। ਥੈਂਕ ਯੂ, ਵੈਰੀ ਵੈਰੀ ਨਾਈਸ। ਥੈਂਕ ਯੂ ਜੀ। ਤੇ ਹੁਣ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਚਾਹੁੰਦਾ ਜੀ, ਜੇ ਇਜਾਜ਼ਤ ਦਿਓ। ਹਾਂਜੀ ਹਾਂਜੀ ਬਿਲਕੁਲ। ਹਾਂਜੀ ਜੀ, ਹਾਂਜੀ ਹਾਂਜੀ। ਜਿਹੜਾ ਇਹਨਾਂ ਨੇ ਹੁਣ ਕੀਤਾ ਨਾ ਵੀ ਆਪਣਾ ਮੋਦੀ ਸਾਹਿਬ ਤੇ ਅਮਿਤ ਸ਼ਾਹ ਕਮਾਨ ਸੰਭਾਲ ਰਹੇ ਨੇ ਨੈਗੋਸ਼ੀਏਸ਼ਨ ਦੀ, ਇਹਨਾਂ ਨੇ ਆਪ ਨੈਗੋਸ਼ੀਏਟ ਕਰਨਾ ਫਾਰਮਰਸ ਦੇ ਨਾਲ ਜੀ। ਤੇ ਇਹਦਾ ਇਹ ਹੈ, ਮੈਂ ਇਹਨੂੰ 2 ਤਰੀਕੇ ਨਾਲ ਦੇਖਦਾ ਜੀ। ਇੱਕ ਤਾਂ ਇਹ ਹੈ ਵੀ ਇਹ ਜਿਹੜਾ ਨੰਬਰ 1 ਹੈ ਵੀ ਜਿਹੜਾ ਕਿਸਾਨਾਂ ਨੂੰ ਪੈਸੀਫਾਈ ਕਰ ਲਿਆ ਜਾਵੇ, ਥੋੜਾ ਜਿਹਾ ਸ਼ਾਂਤ ਕਰ ਲਿਆ ਜਾਵੇ ਤੇ ਝੂਠੇ ਆਸ਼ਵਾਸਨ ਦੇ ਦਿੱਤੇ ਜਾਣ ਵੀ ਹਾਂ ਜੀ ਅਸੀਂ ਬਹੁਤ ਸੀਰੀਅਸ ਹਾਂ, ਮੋਦੀ ਸਾਹਿਬ ਆਪ ਇਨਵੋਲਵਡ ਨੇ ਤੇ ਹੁਣ ਤੁਸੀਂ ਆਪਣਾ ਧਰਨਾ ਥੋੜਾ ਜਿਹਾ ਇਹਨੂੰ ਰਿਲੈਕਸ ਕਰ ਲਓ, ਇਹਨੂੰ ਇੰਟੈਂਸੀਫਾਈ ਨਾ ਕਰੋ। ਬਿਲਕੁਲ, ਕਿਉਂਕਿ ਹੁਣ ਜਿਹੜਾ ਕਿਸਾਨ ਮਾਰਚ ਕੱਢਣਗੇ, ਟਰੈਕਟਰ ਮਾਰਚ ਕੱਢਣਗੇ, ਤਾਂ ਉਹਦੇ ਨਾਲ ਜਿਹੜਾ ਮੋਰਚਾ ਧਰਨਾ ਸੰਘਰਸ਼ ਹੈ ਉਹ ਇੰਟੈਂਸੀਫਾਈ ਹੋਊਗਾ। ਬਿਲਕੁਲ, ਤੇ ਉਹ ਇੰਟੈਂਸੀਫਾਈ ਨਹੀਂ ਹੋਣ ਦੇਣਾ ਚਾਹੁੰਦੇ, ਕਿਉਂਕਿ ਜਦੋਂ ਇਹ ਨੈਕਸਟ ਲੈਵਲ ਤੇ ਜਾਊਗਾ, ਹੁਣ ਤੱਕ ਇੰਟਰਨੈਸ਼ਨਲ ਮੀਡੀਆ ਸਿਰਫ ਵਾਚ ਐਂਡ ਸੀ ਦੀ ਪਾਲਿਸੀ ਤੇ ਹੈ। ਬਿਲਕੁਲ, ਕੋਈ ਨੂੰ ਇੰਨਾ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈ ਰਿਹਾ। ਜੇ 1 ਲੱਖ ਟਰੈਕਟਰ ਤੁਹਾਡਾ ਹਾਈਵੇਜ਼ ਦੇ ਉੱਪਰ ਘੁੰਮਣ ਲੱਗ ਗਿਆ, ਬਿਲਕੁਲ, ਤਾਂ 1 ਲੱਖ ਟਰੈਕਟਰ ਮੀਨਸ ਕਿ ਵੀ ਇਟ ਇਜ਼ ਐਨ ਇੰਟਰਨੈਸ਼ਨਲ ਨਿਊਜ਼। ਬਿਲਕੁਲ ਬਿਲਕੁਲ, ਐਂਡ ਦੇ ਵੁੱਡ ਟਰਾਈ ਟੂ ਅਵੋਇਡ ਇਟ। ਜੀ ਜੀ ਜੀ, ਬਿਲਕੁਲ। ਇੱਕ ਤਾਂ ਮੇਰਾ ਜਿਹੜਾ ਨਜ਼ਰੀਆ ਕਹਿੰਦਾ ਵੀ ਦੇ ਜਸਟ ਵਾਂਟ ਟੂ ਪੈਸੀਫਾਈ them, ਬਿਲਕੁਲ, stop them from their next move। ਠੀਕ ਹੈ ਜੀ। ਜਿਹੜਾ ਦੂਜਾ ਨਜ਼ਰੀਆ ਮੇਰਾ ਕਹਿੰਦਾ ਵੀ ਜਿਹਨੂੰ ਮੈਂ ਇਹਨੂੰ ਦੇਖ ਰਿਹਾ, ਉਹ ਇਹ ਵੀ ਹੋ ਸਕਦਾ ਹੈ ਵੀ ਮੋਦੀ ਸਾਹਿਬ ਤੇ ਅਮਿਤ ਸ਼ਾਹ ਇਹ ਕ੍ਰੈਡਿਟ ਆਪਦੇ ਦੂਜੇ ਮੰਤਰੀਆਂ ਨੂੰ ਨਹੀਂ ਦੇਣਾ ਚਾਹੁੰਦੇ, ਉਹ ਆਪ ਲੈਣਾ ਚਾਹੁੰਦੇ ਆ। ਹੋ ਸਕਦਾ ਵੀ ਉਹ ਇਹਨਾਂ ਦੇ ਮਾਈਂਡ 'ਚ ਹੋਵੇ ਬਈ ਸਮਝੌਤਾ ਤਾਂ ਕਰਨਾ ਹੀ ਪੈਣਾ ਹੈ। ਜੇ ਸਮਝੌਤਾ ਕਰਨਾ ਹੀ ਪੈਣਾ ਹੈ ਤਾਂ ਅਸੀਂ ਇਹ ਤੋਮਰ ਨੂੰ ਜਾਂ ਜਿਹੜਾ ਪਿਊਸ਼ ਗੋਇਲ ਹੈ ਜਾਂ ਕਿਹੜਾ ਸੋਮਨਾਥ ਜੀ, ਰਾਜਨਾਥ, ਉਹਨਾਂ ਨੂੰ ਹਾਂ ਵੀ ਉਹਨਾਂ ਨੂੰ ਕ੍ਰੈਡਿਟ ਦੇ, ਉਹਨਾਂ ਨੂੰ ਕ੍ਰੈਡਿਟ ਨਾ ਦੇਵੇ, ਕ੍ਰੈਡਿਟ ਸਾਡੇ ਕੋਲੇ ਆ ਜਾਵੇ ਸਾਰਾ। ਬਿਲਕੁਲ ਠੀਕ ਹੈ, ਗੌਰਵ ਉਹਨਾਂ ਨੂੰ ਪੁੱਛਦੇ ਹਾਂ ਜੀ। ਪਲੱਸ ਉਹਨਾਂ ਨੂੰ ਇੱਕ ਫੇਸ ਸੇਵ ਕਰਨ ਦਾ ਮੌਕਾ ਮਿਲ ਜੂਗਾ, ਕਹਿਣਗੇ ਬਈ ਸਾਨੂੰ ਤਾਂ ਰੀਅਲ ਸਟੋਰੀ ਕਿਸੇ ਨੇ ਦੱਸੀ ਨਹੀਂ, ਸਾਨੂੰ ਤਾਂ ਹੁਣ ਪਤਾ ਲੱਗਿਆ ਕਿਸਾਨਾਂ ਨਾਲ ਗੱਲ ਕਰਕੇ ਵੀ ਜੇ ਇੰਨੀ ਗੱਲ ਅਸੀਂ ਲਾਓ ਸੀ ਤਾਂ ਪਹਿਲਾਂ ਹੀ ਮੰਨ ਜਾਣਾ ਸੀਗਾ। ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ। ਬਿਲਕੁਲ ਸਹੀ ਹੈ ਜੀ। ਦੂਜੀ ਗੱਲ ਕਰ ਰਹੇ ਸੀ ਆਪਾਂ, ਤੁਸੀਂ ਕਰ ਰਹੇ ਸੀਗੇ ਜਦੋਂ ਮੈਂ ਤੁਹਾਨੂੰ ਫੋਨ ਕੀਤਾ ਬਈ ਆਪਾਂ ਕੰਪੈਰੀਜ਼ਨ ਕਰ ਰਹੇ ਸੀ ਅੰਗਰੇਜ਼ ਹਕੂਮਤ ਦੇ ਨਾਲ ਜੀ। ਆਪਾਂ ਇਹਨਾਂ ਨੂੰ ਅੰਗਰੇਜ਼ ਹਕੂਮਤ ਦੇ ਨਾਲ ਬਿਲਕੁਲ ਕੰਪੈਰੀਜ਼ਨ ਨਹੀਂ ਕਰ ਸਕਦੇ ਇਹਨਾਂ ਦਾ। ਹੁਣ ਮੈਂ ਤੁਹਾਨੂੰ ਰੀਜ਼ਨ ਦਿੰਦਾ ਕਿਉਂ ਵੀ ਬੈਟਰ ਹੈ ਆਪਣਾ ਜੀ। ਹਾਂਜੀ, ਵਧੀਆ ਰੀਜ਼ਨ ਦੇਵਾਂਗਾ ਜੀ। ਜਦੋਂ ਅੰਗਰੇਜ਼ ਹਿੰਦੁਸਤਾਨ ਚ ਆਇਆ ਉਦੋਂ ਤਕਰੀਬਨ 632 ਰਿਆਸਤਾਂ ਸੀ ਹਿੰਦੁਸਤਾਨ ਦੀਆਂ ਜੀ, ਜਿਨ੍ਹਾਂ ਦੇ ਉੱਪਰ ਛੋਟੇ ਛੋਟੇ ਰਾਜੇ ਮਹਾਰਾਜੇ ਨਵਾਬ ਰਾਜ ਕਰਦੇ ਸੀ। ਤੇ ਉਹ ਰਿਆਸਤਾਂ ਕੁਝ ਤਾਂ ਇੰਨੀਆਂ ਛੋਟੀਆਂ ਸੀ ਕਿ ਉਹਨਾਂ ਦਾ ਸਾਈਜ਼ ਅੱਜ ਦੀ ਕਿਸੇ ਤਹਿਸੀਲ ਤੋਂ ਵੀ ਵੱਡਾ ਨਹੀਂ ਸੀ ਜੀ, ਜਿਵੇਂ ਕਿ ਮਲੇਰਕੋਟਲਾ ਜੀ। ਜੀ ਬਿਲਕੁਲ। ਤੇ ਜੇ ਤੁਸੀਂ ਉਹਨਾਂ ਦੀ ਸ਼ਾਨੋ ਸ਼ੌਕਤ ਦੇਖੋ, ਉਹਨਾਂ ਦੇ ਮਹਿਲ ਦੇਖੋ, ਉਹਨਾਂ ਦੇ
ਉਹਨਾਂ ਦੇ ਖਜ਼ਾਨੇ ਦੇਖੋ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਵੀ ਇਹਨਾਂ ਕੋਲੇ ਇੰਨਾ ਖਜ਼ਾਨਾ, ਇੰਨੀ ਦੌਲਤ ਕਿੱਥੋਂ ਆਉਂਦੀ ਸੀ। ਉਹ ਲੋਕਾਂ ਨੂੰ ਲੁੱਟਦੇ ਸੀ। ਬਿਲਕੁਲ। ਉਹਦੇ ਇਵਜ਼ ਦੇ ਵਿੱਚ ਦਿੰਦੇ ਕੀ ਸੀ? ਕੀ ਅੰਗਰੇਜ਼ ਦੇ ਆਉਣ ਤੋਂ ਪਹਿਲਾਂ ਸਾਡੇ ਹਿੰਦੁਸਤਾਨ ਦੇ ਵਿੱਚ ਕੋਈ ਸਕੂਲ ਸੀ? ਜੀ, ਮਦਰਸੇ ਸੀ। ਬਿਲਕੁਲ। ਕੀ ਸਾਡੇ ਕੋਲੇ ਉਦੋਂ ਕੋਈ ਯੂਨੀਵਰਸਿਟੀ ਸੀ? ਨਹੀਂ, ਉਹਨਾਂ ਨੇ ਡਿਵੈਲਪਮੈਂਟ ਬੜੀ ਕਰੀ ਆ ਜੀ ਉਸ ਟਾਈਮ ਦੇ ਉੱਤੇ, ਰੇਲਵੇ ਲਾਈਨਾਂ ਤੱਕ ਆਈਆਂ, ਸਾਰਾ ਕੁਝ ਆਇਆ, ਔਰ ਕਿੰਨੀ ਡਿਵੈਲਪਮੈਂਟ ਕੀਤੀ ਉਹਨਾਂ ਨੇ ਆ ਕੇ। ਜੀ, ਉਹਨਾਂ ਨੇ ਸਾਨੂੰ ਲੁੱਟਿਆ ਜ਼ਰੂਰ ਜੀ, ਪਰ ਸਾਨੂੰ ਲੁੱਟਣ ਦੇ ਨਾਲ ਸਾਨੂੰ ਐਜੂਕੇਸ਼ਨ ਦਿੱਤੀ। ਬਿਲਕੁਲ। ਸਾਡੇ ਰਾਜਾ ਮਹਾਰਾਜਾ ਨੇ ਤਾਂ ਇੱਕ ਸੜਕ ਤੱਕ ਨਹੀਂ ਸੀ ਬਣਾਉਣੀ ਸਰ। ਬਿਲਕੁਲ। ਸਾਡੇ ਰਾਜਾ ਮਹਾਰਾਜ 632 ਰਾਜੇ ਰਲਦੇ ਤਾਂ ਕੋਈ ਕਿਤੇ ਸੜਕ ਬਣਾਉਂਦੇ, ਆਪਸ ਚ ਲੜਦੇ ਸੀ। ਅਸੀਂ ਬੜੇ ਵਾਰੀ ਮੋਦੀ ਨੂੰ ਮੈਂ ਕਹਿੰਦੇ ਸੁਣਿਆ ਵੀ ਹਿੰਦੁਸਤਾਨ ਇੱਕ ਐਸਾ ਕੰਟਰੀ ਹੈ ਜਿਸਨੇ ਕभी किसी पर ਅਟੈਕ ਨਹੀਂ ਕੀਤਾ। ਉਹ ਤਾਂ ਹਿੰਦੁਸਤਾਨ ਇੱਕ ਕੰਟਰੀ ਹੈ ਹੀ ਨਹੀਂ ਸੀ। ਉਹ ਆਪਸ ਵਿੱਚ ਲੜਦੇ ਸੀ। ਕੌਣ ਕਹਿੰਦਾ ਵੀ ਇੱਕ ਦੂਜੇ ਨੂੰ ਅਟੈਕ ਨਹੀਂ ਸੀ, ਇੱਕ ਦੂਜੇ ਨੂੰ ਲੜਦੇ ਫਿਰਦੇ ਸੀ। ਬਿਲਕੁਲ ਚੜਾਈ ਕੀਤੀ ਹੈ। ਜੀ ਬਿਲਕੁਲ। ਜੀ, ਕਿਉਂ ਨਹੀਂ ਸੀ ਕਰਦੇ? ਆਪਸ ਵਿੱਚ ਲੜਦੇ ਸੀ। ਸਹੀ ਹੈ। ਪਰ ਐਡੇ ਤਾਕਤਵਰ ਨਹੀਂ ਸੀ, ਇਹਨਾਂ ਦਾ ਸਾਈਜ਼ ਵੱਡਾ ਹੈ ਹੀ ਨਹੀਂ ਸੀ ਕਿ ਬਾਹਰ ਜਾ ਕੇ ਕਿਤੇ ਅਫਗਾਨਿਸਤਾਨ ਤੇ ਚੜਾਈ ਕਰ ਸਕਦੇ, ਜਾਂ ਇਰਾਨ ਤੇ ਚੜਾਈ ਕਰ ਦਿੰਦੇ, ਜਾਂ ਤੁਰਕੀ ਤੇ ਚੜਾਈ ਕਰ ਦਿੰਦੇ। ਜੀ ਥੈਂਕ ਯੂ। ਜੇ ਇੱਕ ਕੰਟਰੀ ਹੁੰਦਾ ਤਾਂ ਚੜਾਈ ਕਰਦੇ ਨਾ। ਬਿਲਕੁਲ। ਇੱਕੋ ਕੰਟਰੀ ਦੇ ਵਿੱਚ ਕਿੰਨੇ ਛੋਟੇ ਹੋਰ ਕੰਟਰੀ ਸੀਗੇ ਤੇ ਆਪਣੇ ਆਪ ਨੂੰ ਉਹ ਇੰਡੀਪੈਂਡੈਂਟ ਰਾਜੇ ਮਹਾਰਾਜੇ ਕਹਾਉਂਦੇ ਸੀ। ਜੀ। ਤੇ ਇੱਕ ਜ਼ਿਲ੍ਹੇ ਤੋਂ ਵੱਡੀ ਇਹਨਾਂ ਦੀ ਰਿਆਸਤ ਨਹੀਂ ਸੀ। ਬਿਲਕੁਲ। ਤੇ ਲੋਕਾਂ ਨੂੰ ਸਿਰਫ ਲੁੱਟ ਕੇ ਖਾਂਦੇ ਸੀ। ਥੈਂਕ ਯੂ ਸੰਧੂ ਸਾਹਿਬ। ਅੰਗਰੇਜ਼ ਦੀ ਹਕੂਮਤ ਇਹਨਾਂ ਰਾਜਾ ਮਹਾਰਾਜਿਆਂ ਦੀਆਂ ਹਕੂਮਤਾਂ ਨਾਲੋਂ ਕਿਤੇ ਬੈਟਰ ਸੀ। ਬਿਲਕੁਲ ਜੀ। ਥੈਂਕ ਯੂ ਜੀ। ਆਪਾਂ ਬਾਕੀ ਪੁੱਛਦੇ ਹਾਂ ਜੀ ਗੌਰਵ ਹੋਣਾ ਤੋਂ ਤੁਹਾਡੇ ਦਾ ਸਵਾਲ ਦਾ ਜਵਾਬ। ਥੈਂਕ ਯੂ ਸੋ ਮਚ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਜੀ, ਔਰ ਗੌਰਵ ਜੀ, ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਹੈ ਕਿ 2 ਪੁਆਇੰਟ ਕਰੇ ਆ ਰਾਸ਼ਟਰਪਤੀ ਆਪਣਾ, ਕਿ ਇੱਕ ਤਾਂ ਜਿਹੜੀ ਟਰੈਕਟਰ ਰੈਲੀ ਹੈ ਨਾ, ਕ੍ਰੈਡਿਟ ਆ, ਇੱਕ ਤਾਂ ਟਰੈਕਟਰ ਰੈਲੀ ਕਰਕੇ ਕਿਸੇ ਨਾ ਕਿਸੇ ਦਬਾਅ ਹੇਠ ਹੋ ਸਕਦੀ ਹੈ ਨਾ ਗੱਲ, ਕਿ ਵੀ ਤਾਂ ਜਿਹੜਾ ਆਹ ਮੀਟਿੰਗਸ ਦਾ ਗੱਲਾਂ ਬਾਤਾਂ ਸ਼ੁਰੂ ਹੋਈਆਂ ਨੇ ਕਿ ਜੀ ਹੁਣ ਕੋਈ ਫੈਸਲਾ। ਦੂਸਰਾ ਇਹ ਕ੍ਰੈਡਿਟ, ਤੁਸੀਂ ਕਿਸ ਹਿਸਾਬ ਦੇ ਨਾਲ, ਤੁਹਾਡਾ ਨਜ਼ਰੀਆ ਦੇ ਬਾਰੇ ਕੀ ਹੈ? ਬਹੁਤ ਅਨਲਾਈਕਲੀ ਹੈਗਾ। ਮੇਰਾ ਮੰਨਣਾ ਹੈਗਾ ਕਿ ਅਜਿਹਾ ਬਿਲਕੁਲ ਨਹੀਂ ਹੈਗਾ। ਕੁਝ ਉਹਦਾ ਕਾਰਨ ਹੈਗਾ। ਤੁਸੀਂ ਦੇਖੋ, ਜਦੋਂ ਕਿ ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਦੇ ਇਹਨਾਂ ਮੰਤਰੀਆਂ ਦੇ ਨਾਲ ਬੈਠਕ ਹੁੰਦੀ ਹੈ ਤੇ ਨਰਿੰਦਰ ਤੋਮਰ, ਪੀਯੂਸ਼ ਗੋਇਲ ਇਹ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਨ ਤੋਂ ਬਾਅਦ, ਗੱਲ ਕਰਦੇ ਦੌਰਾਨ ਜਿਹੜਾ ਹੈ ਉੱਠ ਕੇ ਜਾਂਦੇ ਨੇ, 20 ਮਿੰਟ ਅੱਧਾ ਘੰਟਾ ਜਿਹੜਾ ਹੈਗਾ ਗੱਲਬਾਤ ਕਰਦੇ ਨੇ। ਕਿੱਥੇ ਕਰਦੇ ਨੇ? ਕਿਸ ਨਾਲ? ਕਾਨਫਰੰਸ 'ਚ ਗੱਲਾਂ ਹੁੰਦੀਆਂ, ਉਸ ਤੋਂ ਬਾਅਦ ਫਿਰ ਮੁੜ ਕੇ ਆ ਕੇ ਬੈਠਦੇ ਨੇ, ਫਿਰ ਗੱਲਾਂ ਹੁੰਦੀਆਂ ਨੇ। ਪੂਰਾ ਭਾਰਤ ਜਾਣਦਾ ਹੈ ਕਿ ਇੱਥੇ ਕੋਈ ਵੀ ਡਿਸੀਜਨ ਹੋਏਗਾ ਤੇ ਮੋਦੀ ਤੇ ਅਮਿਤ ਸ਼ਾਹ ਇਹ ਦੋਨਾਂ ਦੇ ਵਿਚਾਲੇ ਇਹਨਾਂ ਦੇ ਨਾਲ ਹੀ ਹੋਏਗਾ। ਬਾਕੀ ਤਕਰੀਬਨ ਹਰ ਕਿਸੇ ਨੂੰ ਪਤਾ ਹੈ ਕਿ ਜਿਹੜੇ ਥੀਸ ਆਲ ਆਰ ਪਪੇਟਸ, ਇਹ ਕਠਪੁਤਲੀਆਂ ਹੀ ਹੈਗੀਆਂ। ਇਹ ਉਹਨਾਂ ਤੱਕ ਜਿਹੜਾ ਇੱਕ ਮੈਸੇਂਜਰ ਦੇ ਤੌਰ ਤੇ ਕੰਮ ਕਰਦੇ ਆ। ਸਿਰਫ ਇਹਨਾਂ ਦਾ ਮੈਸੇਜ ਜਿਹੜਾ ਪਹੁੰਚਾਉਣਾ ਹੁੰਦਾ ਜਾਂ ਉਹਨਾਂ ਦਾ ਮੈਸੇਜ ਬਾਕੀਆਂ ਤੱਕ ਪਹੁੰਚਾਉਣਾ ਹੁੰਦਾ। ਇਸ ਤੋਂ ਬਾਅਦ ਕਿਸੇ ਦੀ ਆਪਾਂ ਕਹੀਏ ਹੈਸੀਅਤ ਜਿਹੜੀ ਹੈ ਨਹੀਂ ਦਿਖਾਈ ਦਿੰਦੀ ਬੀਜੇਪੀ ਦੇ ਵਿੱਚ ਤੇ ਮੰਤਰੀ ਮੰਡਲ ਦੇ ਵਿੱਚ, ਕੈਬਨਿਟ ਦੇ ਵਿੱਚ। ਤੇ ਇੱਥੇ ਕ੍ਰੈਡਿਟ ਦੀ ਤਾਂ ਗੱਲ ਹੈ ਹੀ ਨਹੀਂ, ਕਿਉਂਕਿ ਉਹਨਾਂ ਦਾ ਕ੍ਰੈਡਿਟ ਤਾਂ ਹੁੰਦਾ ਕਿ ਜਦੋਂ 2 ਬਰਾਬਰ ਦੇ ਬੰਦੇ ਹੋਣ, 2 ਬਰਾਬਰ ਦੀ ਪਾਰਟੀਆਂ ਹੋਣ ਤੇ ਉਹ ਕੁਝ ਕ੍ਰੈਡਿਟ ਦੀ ਗੱਲ ਕਰਨ, ਕ੍ਰੈਡਿਟ ਵਾਰ ਦੀ ਗੱਲ ਕਰਨ, ਜੋ ਆਪਾਂ ਦੇਖਦੇ ਹਾਂ। ਇੱਥੇ ਕ੍ਰੈਡਿਟ ਤਾਂ ਹੋਏਗਾ ਨਾ ਕਿਉਂਕਿ ਉਹਨਾਂ ਦੇ ਬਰਾਬਰ ਤਾਂ ਕੋਈ ਹੈ ਹੀ ਨਹੀਂ। ਉਹ ਤਾਂ ਆਪ ਹੀ ਉਹਨਾਂ ਦੇ ਅੰਡਰ ਕੰਮ ਕਰਦੇ, ਤਾਂ ਉਹਨਾਂ ਤੱਕ ਇੱਕ ਮੈਸੇਂਜਰ ਦੀ ਭੂਮਿਕਾ ਨਿਭਾ ਰਹੇ ਨੇ। ਉਹਨਾਂ ਦੇ ਇੱਕ ਦੂਤ ਨੇ ਜਿਹੜਾ ਉਹਨਾਂ ਦੇ ਬਿਹਾਫ ਦੇ ਉੱਪਰ ਗੱਲਬਾਤ ਕਰ ਰਹੇ ਨੇ। ਸੋ ਕ੍ਰੈਡਿਟ ਵਾਲੀ ਗੱਲ ਤਾਂ ਕਿਤੇ ਨਹੀਂ ਹੈ, ਪਰ ਗੱਲ ਇਹ ਜ਼ਰੂਰ ਹੈਗੀ ਹੈ ਹੁਣ ਇਸ ਤਰੀਕੇ ਦੇ ਨਾਲ ਸਰਕਾਰ ਨੇ ਇਸ ਚੀਜ਼ ਨੂੰ ਜਿਹੜਾ ਹੈ ਕੰਟਰੋਲ ਕਰਨਾ, ਸੋਲੂਸ਼ਨ ਕੀ ਪ੍ਰੋਵਾਈਡ ਕਰਨਾ ਹੈਗਾ। ਕਿਸਾਨ ਆਗੂਆਂ ਦੇ ਨਾਲ ਗੱਲਬਾਤ ਦੇ ਦੌਰਾਨ ਕਿਸਾਨ ਆਗੂ ਕਿੰਨੇ ਤਲਖ ਨੇ, ਕਿਸ ਲੈਵਲ ਤੇ ਗੱਲ ਕਰ ਰਹੇ ਨੇ, ਇਹ ਸਾਰੀਆਂ ਗੱਲਾਂ ਪਹੁੰਚਾ ਰਹੇ ਨੇ। ਦੂਜੇ ਪਾਸੇ ਨਰਿੰਦਰ ਤੋਮਰ ਇਹ ਵੀ ਕਹਿ ਦਿੰਦੇ ਨੇ ਵਿੱਚ ਗੱਲਬਾਤ ਕਰਕੇ, ਜਦੋਂ ਹੁਣ ਲਾਸਟ ਬੈਠਕ ਹੋਈ ਹੈ ਕੱਲ, ਉਹ ਤਾਂ ਇਹ ਵੀ ਕਿਹਾ ਕਿਸਾਨ ਆਗੂਆਂ ਨੂੰ, ਦੇਖੋ 8ਵੇਂ ਦੌਰ ਦੀ ਬੈਠਕ ਸੀ, 8ਵੇਂ ਦੌਰ ਦੀ ਬੈਠਕ ਦੇ ਵਿੱਚ ਇਹ ਕਹਿੰਦੇ ਨੇ ਨਰਿੰਦਰ ਤੋਮਰ ਲਾਸਟ ਦੇ ਵਿੱਚ, ਅੱਛਾ ਤੁਸੀਂ ਤਿੰਨੋਂ ਕਾਨੂੰਨ ਮਾਫੀ ਕਰਵਾਣੇ, ਰੱਦ ਕਰਵਾਣੇ, ਇਸ ਤੋਂ ਘੱਟ ਨਹੀਂ ਮੰਨੋਗੇ? ਤੁਸੀਂ ਦੱਸੋ, ਇਹ ਪੁੱਛਣ ਵਾਲੀ ਗੱਲ ਹੈ। ਹੁਣ 8 ਵਾਰ ਤੁਹਾਡੇ ਨਾਲ ਗੱਲ ਕਰ ਲਈ, ਤੁਸੀਂ ਅਜੇ ਇਹ ਪੁੱਛ ਰਹੇ ਹੋ? ਬਿਲਕੁਲ। ਔਰ ਇੰਨੇ ਮਹੀਨੇ ਬੈਠਿਆਂ ਨੂੰ ਹੋ ਗਏ ਔਰ ਇੰਨੀਆਂ ਮੀਟਿੰਗਾਂ ਹੋ ਗਈਆਂ ਔਰ ਇੱਕੋ ਹੀ ਗੱਲ ਉਹ ਬਾਰ-ਬਾਰ ਰਿਪੀਟ ਕਰ ਰਹੇ ਨੇ ਤੁਹਾਡੇ ਸਾਹਮਣੇ, ਕਿਸੇ ਕਾਨੂੰਨ ਰੱਦ ਕਰਵਾਉਣੇ ਤੇ ਤੁਸੀਂ ਅਗੇਨ ਉਹੀ ਕੁਐਸਚਨ ਹੈ ਜਿਹੜਾ ਉਹਨਾਂ ਨੂੰ ਬਾਰ-ਬਾਰ ਕਰਦੇ ਹੋ। ਔਰ ਵਾਕਈ ਰਿਐਲਿਟੀ ਇਹੀ ਹੈ ਜੀ, ਬੇਸ਼ੱਕ ਮੂਹਰੇ ਕਿਸੇ ਨੂੰ ਹੋਰ ਮਰਜ਼ੀ ਕੀਤਾ, ਚਾਹੇ ਨਰਿੰਦਰ ਤੋਮਰ ਨੂੰ, ਪੀਯੂਸ਼ ਗੋਇਲ ਨੂੰ ਕੀਤਾ ਹੋਇਆ, ਪਰ ਸਾਨੂੰ ਵੀ ਪਤਾ ਕਿ ਜਿਹੜਾ ਡਿਸੀਜਨ ਮੇਕਰ ਆ ਉਹ ਕੌਣ ਆ,
ਕਿਹਨੇ ਫੈਸਲਾ ਲੈਣਾ, ਕਿਸ ਦੇ ਫੈਸਲੇ ਲਏ ਦੇ ਉੱਤੇ ਜਿਹੜੇ ਇਹ ਕਾਨੂੰਨ ਨੇ ਰੱਦ ਹੋਣੇ ਨੇ। ਸੋ ਉਹਦੇ ਬਾਰੇ ਮੈਨੂੰ ਲੱਗਦਾ ਕੋਈ ਜ਼ਿਆਦਾ ਸੋਚਣ ਵਾਲੀ ਗੱਲ ਨਹੀਂ। ਸੋ ਨਾਲ ਦੀ ਨਾਲ ਬੱਚਾ ਜਾਣਦਾ, ਦੇਖੋ ਬੱਚਾ ਜਾਣਦਾ ਕਿ ਕਿੰਨੇ ਫੈਸਲੇ ਲੈਣੇ ਤੇ ਕੌਣ ਫੈਸਲੇ ਲੈਂਦਾ, ਸਭ ਨੂੰ ਪਤਾ ਹੈ, ਸਭ ਨੂੰ ਪਤਾ। ਔਰ ਦੂਸਰਾ ਬਿਆਨ ਚੱਲਦੇ ਰਹਿੰਦੇ ਨੇ ਸਾਰੇ ਸਿਆਸੀ ਪਾਰਟੀਆਂ ਦੇ ਉਸ ਦਿਨ ਦੇ। ਸੋ ਹੁਣ ਬਾਦਲ ਸਾਹਿਬ ਦਾ ਵੀ ਬਿਆਨ ਆਇਆ, ਰਵਨੀਤ ਬਿੱਟੂ ਦਾ ਵੀ ਬਿਆਨ ਆਇਆ। ਸੁਖਬੀਰ ਬਾਦਲ ਸਾਹਿਬ ਬਿਆਨ ਦੇ ਰਹੇ ਨੇ ਕਿ ਮਤਲਬ ਕਿ ਜੋ ਮਰਜ਼ੀ ਹੋ ਜੇ, ਭਾਵੇਂ ਇਹ ਕਾਨੂੰਨ ਰੱਦ ਹੋ ਜਾਣ ਜਾਂ ਹਾਲੇ ਚੱਲਦੇ ਰਹਿਣ, ਪਰ ਅਸੀਂ ਆਉਣ ਵਾਲੇ ਭਵਿੱਖ ਦੇ ਵਿੱਚ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦੇ ਨਾਲ ਕੋਈ ਵੀ ਸਾਂਝ ਨਹੀਂ ਰੱਖਾਂਗੇ, ਕੋਈ ਵੀ ਗੱਠਜੋੜ ਨਹੀਂ ਕਰਾਂਗੇ। ਕਿਉਂਕਿ ਇਹਨਾਂ ਨੇ ਜਿਹੜਾ ਹੈਗਾ ਗੱਦਾਰੀ ਕੀਤੀ ਹੈ, ਉਹਨਾਂ ਨੇ ਬੈਕ ਸਟੈਬ ਕੀਤਾ, ਪਿੱਠ ਦੇ ਵਿੱਚ ਖੰਜਰ ਖੋਭਿਆ। ਸੋ ਇਹ ਹੁਣ ਜਿਹੜਾ ਹੈ ਹੁਣ ਅਕਾਲੀ ਦਲ ਦਾ ਸਟੈਂਡ। ਦੇਖੋ ਹੁਣ ਅਕਾਲੀ ਦਲ ਕਿੰਨੇ ਜਿਹੜੇ ਹੈਗੇ ਆਪਣੇ ਤੌਰ ਤਰੀਕਿਆਂ ਦੇ ਨਾਲ ਜਿਹੜਾ ਹੈਗਾ ਕਿਸਾਨਾਂ ਦੇ ਦਿਲ ਜਿਹੜਾ ਹੈਗਾ ਮੁੜ ਜਿੱਤਣ ਦੀ ਕੋਸ਼ਿਸ਼ ਹਰ ਦਿਨ ਬਿਆਨ ਆ ਰਿਹਾ, ਹਰ ਤਰੀਕੇ ਦੇ ਨਾਲ ਹਰ ਪਾਸਿਓਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਕਿਸਾਨ ਜਿਹੜੇ ਹੈ ਜਿਹੜਾ ਅਕਾਲੀ ਦਲ ਦੇ ਪ੍ਰਤੀ ਜਿਹੜੇ ਨਰਮ ਹੋ ਜਾਣ, ਪਰ ਅਜੇ ਤੱਕ ਅਜਿਹਾ ਕੁਝ ਹੁੰਦਾ ਦਿਖਾਈ ਨਹੀਂ ਦੇ ਰਿਹਾ। ਤੇ ਬਿੱਟੂ ਸਾਹਿਬ, ਰਵਨੀਤ ਬਿੱਟੂ ਦੇ ਵੀ ਪਹਿਲਾਂ ਵੀ ਚਰਚਾ 'ਚ ਰਹੇ ਨੇ ਕਾਫੀ। ਉਦੋਂ ਪ੍ਰੋਟੈਸਟ ਬੀਜੇਪੀ ਨੇ ਵੀ ਕਿਹਾ ਸੀਗਾ ਕਿ ਜੀ ਅਸੀਂ ਪੰਜਾਬ ਦੇ ਵਿੱਚ ਜਿਹੜੇ ਹੈਗੇ ਨੇ ਆਪਣੇ ਉਹਨਾਂ ਦੇ ਅਗੇਂਸਟ ਜਿਹੜੇ ਨੇ ਪ੍ਰੋਟੈਸਟ ਕਰਨੇ ਨੇ। ਸੋ ਦੁਬਾਰਾ ਫੇਰ ਬਿਆਨ ਆਇਆ। ਤਾਂ ਹੁਣ ਕੀ ਕਹਿੰਦੇ ਨੇ ਬਿੱਟੂ ਸਾਹਿਬ ਆਪਣੇ ਬਿਆਨ ਦੇ ਵਿੱਚ? ਬਿੱਟੂ ਸਾਹਿਬ ਜਿਹੜੇ ਨੇ ਖੁਦ ਜੰਤਰ ਮੰਤਰ ਤੇ ਬੈਠੇ ਕਈ ਦਿਨਾਂ ਤੋਂ, ਤੇ ਉਹਨਾਂ ਦਾ ਹੁਣ ਬਿਆਨ ਇਹ ਆਉਂਦਾ ਹੈ ਕਿ 7 ਵਾਰ 8 ਵਾਰ ਬੈਠਕਾਂ ਦਾ ਦੌਰ ਚੱਲ ਗਿਆ, ਅਜੇ ਤੱਕ ਬੇਸਿੱਟਾ ਹੈ। ਕੇਂਦਰ ਸਰਕਾਰ ਨੂੰ ਸਮਝ ਨਹੀਂ ਪੈ ਰਹੀ, ਜਾਣ ਬੁੱਝ ਕੇ ਖੇਡਾਂ ਖੇਡ ਰਹੇ ਕਿਸਾਨਾਂ ਦੇ ਨਾਲ। ਲਿਹਾਜ਼ਾ ਹੁਣ ਅਗਲੀ ਵਾਰ ਜਦੋਂ ਬੈਠਕ ਕਰਨ ਜਾਣ 8 ਤਰੀਕ ਨੂੰ ਕਿਸਾਨ, ਤੇ ਜਦੋਂ ਉਹ ਵੀ ਬੇਸਿੱਟਾ ਰਹਿੰਦੀ ਹੈ ਤੇ ਲਾਸਟ ਦੇ ਵਿੱਚ ਉਹਨਾਂ ਨੂੰ ਹੀ ਜਿਹੜੇ ਮੰਤਰੀ ਆਏ ਹੋਣਗੇ ਉਹਨਾਂ ਦੇ ਨਾਲ ਹੀ ਬੈਠ ਜਾਣ ਤੇ ਉੱਥੇ ਹੀ ਜਿਹੜਾ ਹੈਗਾ ਆਪਣੀ ਭੁੱਖ ਹੜਤਾਲ ਸ਼ੁਰੂ ਕਰ ਦੇਣ, ਤਾਂ ਕਿ ਉਹਨਾਂ ਨੂੰ ਵੀ ਪਤਾ ਚੱਲੇ ਕਿ ਕਿਸ ਦੌਰ ਤੋਂ ਜਿਹੜੇ ਆ ਕਿਸਾਨ ਗੁਜ਼ਰ ਰਹੇ ਨੇ। ਕਾਂਗਰਸ ਦੀ ਗੱਲ ਕੀਤੀ ਹੈ ਕਿ 26 ਜਨਵਰੀ ਨੂੰ ਜਿਹੜੀ ਕਾਂਗਰਸ ਹੈਗੀ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਘਿਰਾਓ ਕਰੇਗੀ। ਜੀ। ਔਰ ਆਪਾਂ ਗੱਲ ਕੀਤੀ ਕਿ ਲੋਕ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ ਉੱਥੇ ਪਹੁੰਚੇ ਆ ਜੀ। ਲੋਕਾਂ ਦੇ ਬਾਈਕਸ ਨੇ ਜਿਹੜੇ ਕਾਫੀ ਵੱਡੇ ਵੱਡੇ ਲੈ ਕੇ ਜੀ, ਉਹ ਵੀ ਉੱਥੇ ਪਹੁੰਚੇ ਆ। ਪਰ ਨਾਲ ਦੀ ਨਾਲ ਦੇਖੋ ਉਹਦੇ ਵਿੱਚ ਸਾਰੇ ਕਿਸਾਨ, ਚਲੋ ਠੀਕ ਆ, ਸਾਰੇ ਤਰ੍ਹਾਂ ਦੇ ਨੇ। ਕਈ ਕਿਸਾਨ ਨੇ ਜਿਹੜੇ ਉਹ ਘੱਟ ਜ਼ਮੀਨਾਂ ਵਾਲੇ ਵੀ ਹੋਣਗੇ, ਪਰ ਬਹੁਤ ਕਿਸਾਨ ਇਹ ਵੀ ਨੇ ਜਿਹੜੇ ਵੱਡੀਆਂ ਜ਼ਮੀਨਾਂ ਵਾਲੇ ਵੀ ਨੇ। ਔਰ ਉੱਥੇ ਜਿਹੜੇ ਉਹਨਾਂ ਨੇ ਆਪਣੇ ਟੈਂਟ ਲਾਏ ਨੇ ਔਰ ਉਹਨਾਂ ਨੂੰ ਕੋਠੀਆਂ ਦਾ ਨੰਬਰ ਲਗਾਤੇ ਨੇ ਜੀ, ਹੈ ਜੀ, ਵੀ ਇੰਨਾ ਕੋਠੀ ਨੰਬਰ ਆ ਤੇ ਉੱਥੇ ਆ ਜਾਇਓ ਤੁਸੀਂ। ਸੋ ਦੇਖੋ ਕਿਸ ਤਰ੍ਹਾਂ ਦਾ ਇੱਕ ਮਾਹੌਲ ਆਪਾਂ ਕਹਿ ਸਕਦੇ ਹਾਂ ਕਿ ਕ੍ਰੀਏਟ ਕੀਤਾ ਹੋਊਗਾ। ਇੱਕ ਪਿੰਡ ਵਸਾਤਾ, ਇੱਕ ਸ਼ਹਿਰ ਵਸਾਤਾ ਔਰ ਉੱਥੇ ਜਿਹੜੇ ਨੰਬਰਿੰਗ ਆ ਉੱਥੇ ਤੱਕ ਕਰਤੀ। ਔਰ ਕਿਸ ਤਰ੍ਹਾਂ ਦਾ ਦੇਖ ਲਓ ਉੱਥੇ ਮਾਹੌਲ ਹੋਏਗਾ। ਔਰ ਵਾਕਈ ਮੈਂ ਲੋਕਾਂ ਦੀਆਂ ਨਾ ਵੀਡੀਓਜ਼ ਜਦੋਂ ਦੇਖਦਾ, ਕਈ ਵਾਰ ਤਾਂ ਮਨ ਦੇ ਵਿੱਚ ਆਉਂਦਾ ਸੀ ਲੋਕ ਬੈਠੇ ਬਹੁਤ ਦੂਰ ਆ। ਕਈ ਵਾਰ ਚਲੋ ਮਜਬੂਰੀਆਂ ਹੁੰਦੀਆਂ ਨੇ ਕਿ ਆਪਾਂ ਨਹੀਂ ਆ ਸਕਦੇ ਕਿਉਂਕਿ ਰੀਜ਼ਨ ਬੜੇ ਨੇ, ਕਰੋਨਾ ਕਰਕੇ ਵੀ ਪਾਬੰਦੀਆਂ ਨੇ, ਕਾਫੀ ਕੁਛ ਆ ਹਨਾ। ਪਰ ਕਿਤੇ ਨਾ ਕਿਤੇ ਜਾ ਕੇ ਮਨ ਦੇ ਵਿੱਚ ਆਉਂਦਾ ਜੀ ਜਾ ਕੇ ਉਹ ਚੀਜ਼ ਦੇਖੀ ਜਾਵੇ ਕਿਸ ਤਰੀਕੇ ਦੇ ਨਾਲ ਲੋਕ ਆਪਣੇ ਦਿਨ ਕੱਢ ਰਹੇ ਨੇ। ਔਰ ਦੇਖੋ ਜਿੰਨੀਆਂ ਮਰਜ਼ੀ ਆਫਤਾਂ ਆ ਪਿਛਲੇ ਹਜੇ ਤੱਕ ਵੀ ਮੈਨੂੰ ਲੱਗਦਾ ਬਾਰਿਸ਼ ਦਾ ਮਾਹੌਲ ਆ ਜਿਹੜਾ ਉੱਥੇ ਬਣਿਆ ਹੋਇਆ, ਔਰ ਕਿੰਨੀ ਬਾਰਿਸ਼ ਆ, ਕਿੰਨੀ ਠੰਡ ਆ, ਪਰ ਲੋਕ ਫਿਰ ਚੜ੍ਹਦੀ ਕਲਾ ਦੇ ਵਿੱਚ ਨੇ ਉਸੇ ਤਰ੍ਹਾਂ ਦੇ ਨਾਲ। ਕਮਲ ਜੀ ਤੁਸੀਂ ਦੇਖੋ ਮਤਲਬ ਕਿ ਇੱਥੇ ਇੱਕ ਕੰਪੈਰੀਜ਼ਨ ਕਹਿ ਸਕਦੇ ਹਾਂ, ਜਾਂ ਆਮ ਜਿਹੜੀ ਆਪਣੀ ਗੱਲਾਂ ਬਾਤਾਂ ਚੱਲਦੀਆਂ ਜਾਂ ਕਹਿੰਦੇ ਕਿ ਆਪਾਂ ਕਿੱਥੇ ਕੋਠੀ ਪਾ ਲਈ ਆਪਣੇ ਪਿੰਡਾਂ 'ਚ ਕਹਿੰਦੇ ਆ, ਤੇ ਉਹ ਹੁਣ ਕੋਠੀ ਤਾਂ ਕੀ ਪਾਣੀ ਸੀਗੀ, ਉੱਥੇ ਸੜਕਾਂ ਤੇ ਪਏ ਨੇ ਸਾਡੇ ਕਿਸਾਨ, ਸੜਕਾਂ ਤੇ ਪਏ ਹੈ। ਤੇ ਹੁਣ ਜਿਹੜਾ ਇਹ ਮੁੰਡਕਾ ਬਹਾਦਰਗੜ੍ਹ ਜਿਹੜਾ ਉਹ ਟਿਕਰੀ ਬਾਰਡਰ ਵਾਲੇ ਪਾਸਾ ਹੈਗਾ ਉੱਥੇ, ਕਿਉਂਕਿ ਮੈਟਰੋ ਰੇਲਵੇ ਲਾਈਨ ਹੈਗੀ ਹੈ ਸਿਰ ਦੇ ਉੱਪਰ, ਤੇ ਉਹਦੇ ਹਰ ਪਿੱਲਰ ਦਾ ਇੱਕ ਨੰਬਰ ਹੁੰਦਾ। ਪੂਰੀ ਦਿੱਲੀ 'ਚ ਜਿੰਨੀ ਵੀ ਮੈਟਰੋ ਹੈਗੀ ਹੈ, ਹਰ ਮੈਟਰੋ ਦੇ ਇੱਕ ਪਿੱਲਰ ਦੇ ਨੀਚੇ ਜਿਹੜਾ ਇੱਕ ਨੰਬਰ ਲਿਖਿਆ ਹੁੰਦਾ। ਤੇ ਹੁਣ ਅਕਸਰ ਜਦੋਂ ਲੋਕ ਕਿਸੇ ਨੂੰ ਇੱਕ ਦੂਸਰੇ ਨੂੰ ਦੱਸਦੇ ਕਿ ਤੁਸੀਂ ਕਿੱਥੇ ਆਉਣਾ ਹੈ, ਤੇ ਉਹ ਮੈਟਰੋ ਦਾ ਪਿੱਲਰ ਨੰਬਰ ਦੱਸ ਦਿੰਦੇ ਆ ਕਿ ਮਤਲਬ ਕਿ ਉਹ ਇੱਕ ਲੈਂਡਮਾਰਕ ਦੀ ਤਰ੍ਹਾਂ ਕੰਮ ਕਰਦਾ। ਹੁਣ ਜਿਹੜੇ ਕਿਸਾਨ ਜਿਹੜੇ ਅਬੋਹਰ ਤੋਂ ਆਏ ਨੇ, ਕੋਈ ਫਾਜ਼ਿਲਕਾ ਤੋਂ ਆਇਆ, ਹੁਣ ਜਦੋਂ ਪਿੰਡ ਵਾਲੇ ਨਾਲ ਗੱਲਬਾਤ ਕਰਦੇ ਆ ਤੇ ਪਿੰਡ ਵਾਲੇ ਪੁੱਛਦੇ ਕਿ ਇੰਨਾ ਵੱਡਾ ਸੰਘਰਸ਼ ਹੈ, 20 ਕਿਲੋਮੀਟਰ ਤੱਕ ਤੁਸੀਂ ਬੈਠੇ ਹੋਏ ਹੋ, ਤੇ ਅਸੀਂ ਕਿੱਦਾਂ ਤੁਹਾਨੂੰ ਲੱਭਾਂਗੇ, ਕਿੱਦਾਂ ਪਹੁੰਚਾਂਗੇ ਉੱਥੇ? ਚਾਰੋਂ ਪਾਸੇ ਟਰਾਲੀਆਂ ਹੀ ਟਰਾਲੀਆਂ ਨੇ ਤੇ ਬਹੁਤ ਜ਼ਿਆਦਾ ਮਤਲਬ ਕਿ ਉੱਥੇ ਰਸ਼ ਹੁੰਦਾ। ਤੇ ਉਹ ਫਿਰ ਜਿਹੜੇ ਕਿਸਾਨ ਨੇ ਹੁਣ ਫਿਰ ਇਹੀ ਕਹਿੰਦੇ ਨੇ ਕਿ 793 ਨੰਬਰ ਪਿੱਲਰ ਹੈਗਾ, ਜਾਂ ਉਸ ਨੂੰ ਆਪਣੀ ਕੋਠੀ ਦੱਸ ਦਿੰਦੇ ਨੇ ਕਿ ਉੱਥੇ ਕੋਠੀ ਪਾਈ ਹੈ, ਮਤਲਬ ਕਿ ਉੱਥੇ ਹੀ ਬੈਠੇ ਨੇ। ਹੁਣ ਇਸੇ ਤਰ੍ਹਾਂ ਹਰਿਆਣੇ ਵਾਲੇ ਵੀ ਵਿਚਾਰੇ ਦੱਸ ਰਹੇ ਨੇ ਕਿ ਅਸੀਂ ਵੀ ਇੱਥੇ ਕੋਠੀ ਪਾ ਲਈ ਹੈ। ਹੁਣ ਇਹੀ ਕੋਠੀ ਹੈ, ਸੜਕ ਦੇ ਉੱਪਰ ਆਪਣਾ ਟੈਂਟ ਲਾ ਕੇ ਬੈਠੇ ਨੇ, ਆਪਣੀ ਟਰਾਲੀਆਂ ਦੇ ਵਿੱਚ ਜਿਹੜਾ ਹੈ ਆਪਣਾ ਸੰਘਰਸ਼ ਜਿਹੜਾ ਉਹ ਜਿਹੜਾ ਹੈ ਅੱਗੇ ਵਧਾ ਰਹੇ ਨੇ। ਬਿਲਕੁਲ ਬਿਲਕੁਲ। ਔਰ ਇਹੀ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ ਜੀ ਕਿ ਚਾਹੇ ਤੁਸੀਂ ਜਿਸ ਮਰਜ਼ੀ ਹਾਲਾਤ ਦੇ ਵਿੱਚ ਬੈਠੇ ਹੋ, ਚਾਹੇ ਟੈਂਟ ਦੇ ਵਿੱਚ ਬੈਠੇ ਹੋ, ਪਰ ਜ਼ੁਬਾਨ ਦੇ ਉੱਤੇ ਚੜ੍ਹਦੀ ਕਲਾ ਵਰਡ ਆ। ਔਰ ਜਿਹੜਾ ਕੋਠੀਆਂ, ਆਪਾਂ ਉਸ ਟੈਂਟ ਨੂੰ ਵੀ ਕੋਠੀ, ਕਿਉਂਕਿ ਦੇਖੋ ਸਕੂਨ ਮਿਲਣਾ ਚਾਹੀਦਾ, ਚਾਹੇ ਉਹ ਟੈਂਟ ਆ,
ਚਾਹੇ ਉਹ ਤੁਸੀਂ ਬਹੁਤ ਵੱਡੀ ਲੱਖਾਂ ਰੁਪਈਆ ਕਰੋੜਾਂ ਰੁਪਈਆ ਲਾ ਕੇ ਬਣਾਈ ਕੋਠੀ ਆ, ਪਰ ਤੁਹਾਡਾ ਮਨ ਨੂੰ ਜਿੱਥੇ ਤੁਹਾਡਾ ਮਨ ਮੰਨਦਾ ਨਾ ਕਿ ਮੈਂ ਆਹ ਕੰਮ ਕਰਨਾ, ਤਾਂ ਡੈਫੀਨੇਟਲੀ ਉਹ ਕੰਮ ਆ ਉਹ ਕਰਨਾ ਚਾਹੀਦਾ। ਸੋ ਥੋੜੀ ਜਿਹੀ ਆਪਾਂ ਗੱਲਬਾਤ ਆ ਜਿਹੜੀ ਯੂਕੇ ਦੇ ਵਿੱਚ, ਕਿਉਂਕਿ ਆਪਾਂ ਨੂੰ ਪਤਾ ਕਿ ਉਹਨਾਂ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਵੀ ਆਪਣਾ ਜਿਹੜਾ ਦੌਰਾ ਉਹ ਰੱਦ ਕੀਤਾ। ਸੋ ਯੂਕੇ ਦੇ ਵਿੱਚ ਅਗੇਨ ਜਿਹੜੀ ਤਾਲਾਬੰਦੀ ਆ ਉਹਦੇ ਉੱਪਰ ਔਰ ਬਰਡ ਫਲੂ ਵੀ ਆਪਣੇ ਜਿਹੜੇ ਪੈਰ ਨੇ ਉਹ ਫੈਲਾ ਰਿਹਾ। ਸੋ ਇਹਨਾਂ ਦੇ ਉੱਪਰ ਆਪਾਂ ਜਿਹੜੀ ਗੱਲਬਾਤ ਆ ਉਹ ਜ਼ਰੂਰ ਥੋੜੀ ਅਪਡੇਟ ਕਰ ਦਈਏ। ਐਗਜ਼ੈਕਟਲੀ, ਤੁਸੀਂ ਦੇਖੋ ਹੁਣ ਯੂਕੇ ਦੇ ਵਿੱਚ ਜਿਹੜੀ ਇਹ ਤਾਲਾਬੰਦੀ ਕਰ ਦਿੱਤੀ ਗਈ ਹੈ। ਯੂਕੇ ਦੇ ਵਿੱਚ ਜਿਹੜੇ ਕਰੋਨਾ ਦੇ ਕੇਸਿਸ ਹੈ, ਜਿਹੜਾ ਨਵਾਂ ਸਟ੍ਰੇਨ ਆਇਆ ਹੈਗਾ ਕਰੋਨਾ ਦਾ, ਉਸਨੇ ਕਹਿਰ ਬਚਾਇਆ ਹੋਇਆ। ਨੰਬਰ ਆਫ ਕੇਸਿਸ ਜਿਹੜੇ ਆ ਹਰ ਦਿਨ ਜਿਹੜੇ ਵੱਧਦੇ ਹੀ ਜਾ ਰਹੇ। ਸੋ ਲਿਹਾਜ਼ਾ ਯੂਕੇ ਦੇ ਵਿੱਚ ਇਸ ਨੂੰ ਲੈ ਕੇ ਲੋਕਡਾਊਨ ਜਿਹੜਾ ਐਕਸਟੈਂਡ ਕਰ ਦਿੱਤਾ ਗਿਆ, ਤਾਲਾਬੰਦੀ ਜਿਹੜੀ ਹੈ ਉਹ ਵਧਾ ਦਿੱਤੀ ਗਈ ਹੈ। ਇਹ ਇੱਕ ਪੋਸੀਬਲ ਰੀਜ਼ਨ ਵੀ ਹੋਏਗਾ, ਚਲੋ ਉਹ ਨਹੀਂ ਆ ਰਹੇ, ਪਰ ਇੱਕ ਚਿੰਤਾ ਦਾ ਵਿਸ਼ਾ ਵੀ ਕਿਉਂਕਿ ਹੁਣ ਅਸੀਂ ਕਰੋਨਾ ਦੀ ਗੱਲ ਕਰ ਰਹੇ ਹਾਂ, ਤੇ ਹੁਣ ਕਰੋਨਾ ਦੀ ਗੱਲ ਕਰ ਰਹੇ ਹਾਂ ਤੇ ਪੂਰੀ ਦੁਨੀਆ ਕਰੋਨਾ ਦੀ ਆਫਤ ਤੋਂ ਜੂਝ ਰਹੀ ਹੈਗੀ ਹੈ, ਤੇ ਉਸ ਵਿਚਾਲੇ ਇੱਕ ਕਰੋਨਾ ਦਾ ਨਵਾਂ ਹੀ ਭਿਅੰਕਰ ਰੂਪ ਸਾਨੂੰ ਵੇਖਣ ਨੂੰ ਮਿਲ ਰਿਹਾ। ਜਿਸ ਤਰੀਕੇ ਦੇ ਨਾਲ ਸਾਊਥ ਅਫਰੀਕਾ ਅਤੇ ਯੂਕੇ ਦੇ ਵਿੱਚ ਜਿਹੜੇ ਆ ਨਵੇਂ ਸਟ੍ਰੇਨ ਮਤਲਬ ਕਿ ਕਰੋਨਾ ਦਾ ਨਵਾਂ ਰੂਪ ਜਿਹੜਾ ਪਾਇਆ ਗਿਆ ਉਹ ਬਹੁਤ ਜ਼ਿਆਦਾ ਡੈਡਲੀ ਯਾਨੀ ਘਾਤਕ ਹੈਗਾ। ਸੋ ਇਸ ਦੀ ਪਹਿਚਾਣ ਜ਼ਰੂਰ ਕਰ ਲਿੱਤੀ ਗਈ ਹੈ, ਤੇ ਉਸ ਦੇ ਮੁਤਾਬਕ ਜਿਹੜਾ ਹੈ ਹੁਣ ਮੋਡੀਫਿਕੇਸ਼ਨ ਵੀ ਹੋ ਰਹੀਆਂ ਵੈਕਸੀਨਸ ਦੇ ਵਿੱਚ, ਰਿਸਰਚ ਹੋ ਰਹੀ ਹੈ ਵੱਖ-ਵੱਖ ਮੁਲਕਾਂ ਦੇ ਵਿੱਚ। ਪਰ ਇਹ ਖਤਰੇ ਦੀ ਘੰਟੀ ਅਜੇ ਵੀ ਹੈਗੀ ਹੈ। ਅਸੀਂ ਕਹੀਏ ਕਿ ਵੈਕਸੀਨ ਬਣ ਗਈ, ਅਸੀਂ ਜਿਹੜਾ ਮਾਸਕ ਲਾ ਲਈਏ, ਸੈਨੀਟਾਈਜ਼ਰ ਨਾ ਵਰਤੀਏ, ਡਿਸਟੈਂਸ ਜਿਹੜਾ ਹਟਾ ਲਈਏ, ਇਹ ਅਜੇ ਤੱਕ ਨਹੀਂ ਚੱਲੇਗਾ। ਤਕਰੀਬਨ ਰੱਬ ਕਰੇ ਵੈਸੇ ਸਭ ਕੁਝ ਠੀਕ ਠਾਕ ਹੋਵੇ, ਪਰ ਇਸ ਸਾਲ ਵੀ ਸਾਨੂੰ ਅਜਿਹੀਆਂ ਚੀਜ਼ਾਂ ਯਾਨੀ ਪ੍ਰੀਕਾਸ਼ਨਸ ਦੀ ਵਰਤੋਂ ਕਰਨੀ ਪੈਣੀ ਹੈ, ਕਿਉਂਕਿ ਇਹ ਸਭ ਤੋਂ ਵੱਡਾ ਸੇਫਗਾਰਡ ਸਾਡਾ ਤੇ ਸਾਡੇ ਪਰਿਵਾਰਾਂ ਦਾ, ਪੂਰੀ ਹਿਊਮੈਨਿਟੀ ਦਾ ਇਹੀ ਹੈਗਾ ਕਿ ਆਪਾਂ ਪ੍ਰੀਕਾਸ਼ਨਸ ਦੇ ਨਾਲ ਚੱਲੀਏ। ਭਾਵੇਂ ਅਸੀਂ ਟੀਕਾ ਯਾਨੀ ਵੈਕਸੀਨ ਲਗਾ ਲਾਂਗੇ, ਪਰ ਉਸ ਦੇ ਨਾਲ ਇੱਕ ਪ੍ਰਕਾਰ ਦੀ ਸ਼ੀਲਡ ਜਿਹੜੀ ਹੈ ਇਮਿਊਨਿਟੀ ਅੰਦਰ ਬਿਲਡ ਤਾਂ ਜ਼ਰੂਰ ਹੋ ਜਾਏਗੀ, ਪਰ ਉਹ ਵੀ 99% ਵੀ ਨਹੀਂ ਹੈ। ਤੁਸੀਂ ਦੇਖੋ ਇਹ ਜਿਹੜੀ ਵੈਕਸੀਨਸ ਹੈ 90% ਤੱਕ ਜਿਹੜਾ ਹੈ ਇਹਨਾਂ ਦੇ ਰਿਜ਼ਲਟ ਨੇ, ਤੇ 10% ਤੁਸੀਂ ਦੇਖੋ ਮਾੜੀ ਕਿਸਮਤ ਆਪਾਂ ਕਹਿੰਦੇ ਊਂਟ ਤੇ ਬੈਠੇ ਨੂੰ ਵੀ ਕੋਈ ਵੜ ਜਾਂਦਾ ਆਪਾਂ ਕਹਿੰਦੇ ਆ, ਤੇ ਫਿਰ ਹੁਣ ਉਸ ਤਰੀਕੇ ਨਾਲ ਹੀ ਹੈ। ਹੁਣ ਅਗਰ ਤੁਹਾਡਾ ਸਿਸਟਮ ਅਗਰ ਇਮਿਊਨਿਟੀ ਇੰਨੀ ਕੁ ਇੰਪਰੂਵ ਨਾ ਹੋ ਸਕੀ ਤੇ ਉਹ 10% ਕੈਟੇਗਰੀ ਚ ਆਏ, ਫਿਰ ਵੀ ਕਰੋਨਾ ਵਰਗੇ ਲੱਛਣ ਤੁਹਾਨੂੰ ਹੋਣਗੇ। ਲਿਹਾਜ਼ਾ ਪ੍ਰੀਕਾਸ਼ਨ ਇਜ਼ ਦਾ ਬੈਸਟ ਮੈਡੀਸਨ ਹੈ ਗੈਸ। ਬਿਲਕੁਲ, ਔਰ ਇਸ ਚੀਜ਼ ਨੂੰ ਬਿਲਕੁਲ ਵੀ ਜਿਹੜਾ ਹੈਗਾ ਜੀ ਅਵੇਅਰ ਇਹਦੇ ਬਾਰੇ ਰਹਿਣਾ ਚਾਹੀਦਾ, ਔਰ ਨਾ ਇਹਨੂੰ ਇਗਨੋਰ ਕਰਨਾ ਚਾਹੀਦਾ। ਪਰ ਕਿਤੇ ਨਾ ਕਿਤੇ ਜਾ ਕੇ ਅਸੀਂ ਕਹਿ ਦਿੰਦੇ ਆ ਕਿ ਜੀ ਆਹ ਮਿਲ ਗਈ ਹੈ ਸਾਨੂੰ ਵੈਕਸੀਨ, ਸੋ ਹੁਣ ਲੋੜ ਨਹੀਂ ਹੈਗੀ, ਪਰ ਨਹੀਂ, ਇਸ ਚੀਜ਼ ਤੋਂ ਬਚਣ ਦੀ ਜਿਹੜੀ ਹੈਗੀ ਹੈ ਜ਼ਰੂਰਤ ਆ। ਔਰ ਬਰਡ ਫਲੂ ਦੇ ਬਾਰੇ ਕੀ ਜਾਣਕਾਰੀ ਹੈ ਜੀ? ਬਰਡ ਫਲੂ ਦੁਆਰਾ ਫਿਰ ਆਪਣੇ ਪੈਰ ਨੇ ਕਾਫੀ ਪਸਾਰ ਰਿਹਾ ਔਰ ਕਾਫੀ ਵੱਧ ਰਿਹਾ, ਕਿਉਂਕਿ ਬਰਡ ਫਲੂ ਵੀ ਪਹਿਲਾਂ ਵੀ ਇੱਕ ਵਾਰ ਕਾਫੀ ਜ਼ਿਆਦਾ ਇਹਦਾ ਅਸਰ ਆ ਜਿਹੜਾ ਦਿਖਾਈ ਦਿੱਤਾ ਸੀਗਾ। ਜੀ 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 ਬਰਡ ਫਲੂ ਕਮਨ ਜੀ, ਜਿਹਨੂੰ ਆਪਾਂ ਏਵੀਅਨ ਇਨਫਲੂਐਂਜ਼ਾ ਕਹਿੰਦੇ ਆ, ਇਹ ਆਪਾਂ ਥੋੜੇ ਦਿਨ ਪਹਿਲੇ ਤੁਹਾਨੂੰ ਯਾਦ ਹੋਏਗਾ ਆਪਾਂ ਡਿਸਕਸ ਕੀਤਾ ਸੀਗਾ ਕਿ ਜਾਪਾਨ ਦੇ ਵਿੱਚ ਜਿਹੜਾ ਬਰਡ ਫਲੂ ਆ ਗਿਆ, ਤੇ ਉਦੋਂ ਆਪਾਂ ਕਿਹਾ ਸੀਗਾ ਕਿ ਸਾਨੂੰ ਅਜੇ ਤੱਕ ਕੋਈ ਦਿੱਕਤ ਨਹੀਂ ਹੈ, ਭਾਰਤ ਦੇ ਵਿੱਚ ਇਸ ਦੇ ਕੋਈ ਲੱਛਣ ਨਹੀਂ ਪਾਏ ਗਏ। ਪਰ ਹੁਣ ਜਿਹੜਾ ਹੈਗਾ ਆਪਣੇ ਭਾਰਤ ਦੀਆਂ 4 ਸਟੇਟਸ ਯਾਨੀ 4 ਸੂਬਿਆਂ ਦੇ ਵਿੱਚ ਬਰਡ ਫਲੂ ਨੇ ਦਸਤਕ ਦੇ ਦਿੱਤੀ ਹੈਗੀ ਹੈ। ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਹੈਗੇ ਕੇਸਿਸ ਆ ਗਏ ਨੇ। ਵੱਡੇ ਪੈਮਾਨੇ ਦੇ ਉੱਪਰ ਜਿਹੜੇ ਪੰਛੀ ਨੇ ਉਹਨਾਂ ਦੀ ਮੌਤ ਹੋਈ ਹੈ। ਆਪਣੇ ਨਾਲ ਲੱਗਦੇ ਹਿਮਾਚਲ ਦੇ ਪੌਂਗ ਡੈਮ ਜਿਹੜਾ ਕਿ ਆਪਣੇ ਬਿਲਕੁਲ ਨਾਲ ਲੱਗਦਾ ਪੰਜਾਬ ਦੇ, ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਪੰਛੀ ਜਿਹੜੇ ਆ ਉਹ ਮਰੇ ਹੋਏ ਪਾਏ ਗਏ ਨੇ। ਸੋ ਲਿਹਾਜ਼ਾ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਕਿਸ ਤਰੀਕੇ ਨਾਲ ਇਸ ਦੇ ਨਾਲ ਨਜਿੱਠਣਾ। ਚੰਡੀਗੜ੍ਹ ਦੇ ਵਿੱਚ ਕਿਉਂਕਿ ਲੇਕ ਹੈਗੀ ਹੈ, ਇੱਥੇ ਵੀ ਬਤਕਾਂ ਹੁੰਦੀਆਂ। ਦੂਜੇ ਪਾਸੇ ਆਪਣਾ ਪੰਜਾਬ ਦੇ ਵਿੱਚ ਹਰੀਕੇ ਪਤਨ ਹੈ, ਤਕਰੀਬਨ 50,000 ਬਰਡਸ ਜਿਹੜੇ ਆ ਫੋਰਨ ਤੋਂ ਮਾਈਗ੍ਰੇਟਰੀ ਬਰਡਸ ਆਉਂਦੇ ਆ ਸਾਡੇ ਇੱਥੇ, ਵੱਖ-ਵੱਖ ਸੀਜ਼ਨਲ ਜਦੋਂ ਚੇਂਜਸ ਆਉਂਦੀਆਂ ਉਹ ਵੀ ਪਹੁੰਚੇ ਹੋਏ ਨੇ। ਸੋ ਅਲਰਟ ਕਰ ਦਿੱਤਾ ਗਿਆ ਹੈਗਾ। ਲੋਕ ਵੀ ਪ੍ਰੀਕਾਸ਼ਨ ਹੁਣ ਵਰਤਣਗੇ, ਕਿਉਂਕਿ 4 ਸਟੇਟਾਂ ਦੇ ਵਿੱਚ ਜਿਹੜੇ ਕੇਸਿਸ ਆ ਗਏ ਨੇ, ਤਾਂ ਅਸੀਂ ਵੀ ਜਿਹੜਾ ਹਿਮਾਚਲ ਤੋਂ ਦੂਰ ਨਹੀਂ ਬੈਠੇ, ਕਿਉਂਕਿ ਪੌਂਗ ਡੈਮ ਜਿਹੜਾ ਹੈਗਾ ਉਸ ਦੇ ਵਿੱਚ ਕੇਸਿਸ ਆ ਗਏ ਨੇ ਜੀ। ਔਰ ਲਾਸਟ ਦੇ ਵਿੱਚ ਜਿਹੜੀ ਆਪਾਂ ਨਿਊਜ਼, ਕਿਉਂਕਿ ਆਪਾਂ ਕਰੋਨਾ ਦੀ ਗੱਲ ਕੀਤੀ ਆ, ਔਰ ਕਰੋਨਾ ਬੜੇ ਬੁਰੇ ਤਰੀਕੇ ਦੇ ਨਾਲ ਹਜੇ ਤੱਕ ਵੀ ਸਟਿਲ ਜੇ ਆਪਾਂ ਦੇਖੀਏ ਤੇ ਫੈਲ ਰਿਹਾ, ਔਰ ਵੈਕਸੀਨੇਸ਼ਨ ਵੀ ਆ ਜਿਹੜੀ ਉਹ ਵੀ ਕਿਤੇ ਨਾ ਕਿਤੇ ਆ ਗਈ ਆ ਸਾਡੇ ਕੋਲੇ। ਪਰ ਕੀ ਆ ਜੀ, ਇਹਨਾਂ ਦੇ ਜਿਹੜੇ ਆਪਸ ਦੇ ਵਿੱਚ ਮਾਲਕ ਨੇ ਉਹ ਭਿੜ ਗਏ। 2 ਜਿਹੜੀਆਂ ਵੈਕਸੀਨੇਸ਼ਨ ਕੰਪਨੀਆਂ ਨੇ ਭਾਰਤ ਦੇ ਵਿੱਚ। ਕਮਲ ਜੀ, ਭਾਰਤ ਸਰਕਾਰ ਨੇ 2 ਵੈਕਸੀਨ ਕੰਪਨੀਆਂ ਨੂੰ ਜਿਹੜੀ ਹੈ ਪਰਮਿਸ਼ਨ ਦਿੱਤੀ ਹੈ, ਕੋਵੈਕਸੀਨ ਤੇ ਕੋਵੀਸ਼ੀਲਡ। ਇਹ ਦੋਨਾਂ ਨੂੰ ਜਿਹੜਾ ਹੈਗਾ ਭਾਰਤ ਨੇ ਪਰਮਿਸ਼ਨ ਦਿੱਤੀ ਹੈ ਕਿ ਤੁਸੀਂ ਆਪਣੀ ਜਿਹੜੀ ਵੈਕਸੀਨ ਹੈ ਤਾਂ ਉਹ ਅਪਰੂਵ ਹੈਗੀ। ਉਸ ਦੇ ਉੱਪਰ ਆਪਾਂ ਕੱਲ ਗੱਲ ਵੀ ਕੀਤੀ ਸੀਗੀ ਕਿਸ ਤਰੀਕੇ ਨਾਲ ਸਿਆਸਤ ਵੀ ਸ਼ੁਰੂ ਹੋਈ। ਹੁਣ ਕਿਤੇ ਨਾ ਕਿਤੇ ਇਹ ਜਿਹੜੀ ਕੰਪਨੀਆਂ ਨੇ, ਇਹਨਾਂ ਦੇ ਜਿਹੜੇ ਮਾਲਕ ਨੇ ਆਪਸ ਦੇ ਵਿੱਚ ਜਿਹੜੇ ਹੈ ਭਿੜਦੇ ਹੋਏ ਦਿਖਾਈ ਦੇ ਰਹੇ ਨੇ। ਇੱਕ ਦੂਸਰੇ ਦੀ ਕੰਪਨੀ ਦੀ ਜਿਹੜੀ ਵੈਕਸੀਨ ਹੈ ਉਸ ਨੂੰ ਡਾਊਨ ਕਰਦੇ ਦਿਖਾਈ ਦੇ ਰਹੇ ਨੇ, ਕਿ ਸ਼ਾਇਦ ਇੱਕ ਆਪਣੀ ਤਾਰੀਫ ਦੇ ਵਿੱਚ ਦੂਜਿਆਂ ਨੂੰ ਕਿਹਾ ਜਾ ਰਿਹਾ ਕਿ ਇਹਨਾਂ ਦੀ ਵੈਕਸੀਨ ਦੇ ਵਿੱਚ ਤਾਂ ਸਿਰਫ ਪਾਣੀ ਹੀ ਹੈਗਾ, not more than water।